ਬਾਈ ਮੈਂ ਤੁਹਾਡੇ ਨਾਲ ਇੰਟਰਵਿਊ ਨਹੀਂ ਕਰਨੀ ਯਾਰ, ਤੁਸੀਂ ਆ ਪੀਲੀ ਕਮੀਜ਼ ਪਾ ਕੇ ਆ ਗਏ, ਇਹਦਾ ਕੋਈ ਇਲਾਜ ਹੁਣ ਇਸ ਗੱਲ ਦਾ, ਇਹਦਾ ਤਾਂ ਕੋਈ ਇਲਾਜ ਨਹੀਂ। ਸੋ ਇਹ यार SS ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੇ ਨਾ, ਇਹ ਸ਼ੱਕ ਕਰਦੀਆਂ ਪੀਲੀ ਕਮੀਜ਼ ਤੇ ਇਹੀ ਬਸ ਇਹੀ ਗੱਲ ਆ ਵੀ ਮੈਂ ਪੀਲੀ ਦਾ ਨਾਂ ਲੈਤਾ ਤੇ RSS ਵਾਲਾ ਹੋ ਗਿਆ। ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਹੋ ਵੀ ਤੁਸੀਂ RSS ਦੇ ਜਾਂ BJP ਦੇ ਬੰਦੇ ਨਹੀਂ ਹੋ? ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਇਹ। ਲਾਲ ਕਿਲੇ ਦੀ ਤਾਂ ਮੇਰੇ ਨਾਂ ਤੇ ਰਜਿਸਟਰੀ ਕਰਾਤੀ ਹੁਣ ਤਾਂ ਸਰਕਾਰ ਨੇ। ਜਿਹੜੇ ਬਾਕੀ ਦੇ ਨੌਜਵਾਨ ਸੀਗੇ ਉਹ ਤਾਂ ਛਿੱਲ ਰੱਖਤੇ ਪੁਲਿਸ ਵਾਲਿਆਂ ਨੇ। ਹਾਂਜੀ ਹਾਂਜੀ। ਤੇ ਦੀਪ ਸਿੱਧੂ ਨੂੰ ਹੱਥ ਨਹੀਂ ਲਾਇਆ, ਸਨੀ ਦਿਓਲ ਨੇ ਫੋਨ ਤਾਂ ਨਹੀਂ ਕਰਤਾ ਸੀ ਦਿੱਲੀ ਪੁਲਿਸ ਨੂੰ ਬਈ ਬਾਈ ਹੱਥ ਨਾ ਲਾਇਓ ਯਾਰ। ਇਹ ਗੱਲ ਨਾਲ ਇਹ ਵੀ ਕਰਨਾ, ਉਹ ਕਹਿੰਦੇ ਜੇ ਲਾਲ ਕਿਲੇ ਤੇ ਵੀ ਗਏ ਆ ਜੇ ਨੌਜਵਾਨ, ਚਲੋ ਭੁੱਲੇ ਭਟਕੇ ਸਾਡੇ ਆ, ਪਰ ਸਾਡਾ ਕੰਮ, ਹਿੰਦੂ ਵੀ ਸਾਡੇ ਇਸ ਅੰਦੋਲਨ ਦਾ ਹਿੱਸਾ, ਮੁਸਲਿਮ ਵੀ ਇਸ ਅੰਦੋਲਨ, ਸਾਰੇ ਧਰਮਾਂ ਦੇ ਲੋਕ, ਯਾਨੀ ਕਿ ਫਿਰ ਇਹ 'ਚ ਜਿਹੜੀ ਲੜਾਈ ਹੈ ਕਹਿੰਦੇ ਕਿਸਾਨੀ ਝੰਡੇ ਦੀ ਆ, ਇਹ ਨਿਸ਼ਾਨ ਸਾਹਿਬ ਦੀ ਨਹੀਂ ਆ, ਉਹ ਕਿਉਂ ਚਲਾਇਆ? ਫਿਰ ਹੁਣ ਤੁਸੀਂ ਕਿਤੇ ਜ਼ਮਾਨਤ ਮੁਆਫੀ ਮੰਗ ਕੇ ਤਾਂ ਨਹੀਂ ਵੀ ਮੇਰੇ ਤੋਂ ਗਲਤ ਹੋ ਗਿਆ? ਤੁਸੀਂ ਮੇਰੀਆਂ ਪਲੀਡਿੰਗਸ ਪੜ੍ਹ ਲਓ, ਇਹ ਤਾਂ ਅਖਬਾਰ 'ਚ ਆਇਆ, ਨੈਸ਼ਨਲ ਨਿਊਜ਼ਪੇਪਰ 'ਚ ਆਇਆ ਵੀ ਦੀਪ ਸਿੱਧੂ ਨੂੰ ਨਿਸ਼ਾਨ ਸਾਹਿਬ ਚੜਾਉਣ ਤੇ ਕੋਈ ਵੀ ਰਿਗਰੈਟ ਨਹੀਂ ਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਾ ਕੇ ਕੁਰਬਾਨੀ ਦਿੰਦੇ ਆ ਦਿੱਲੀ, ਉਹ ਇਸ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਹੀ ਦਿੰਦੇ ਆ। ਉਹਨਾਂ ਨੂੰ ਹਿੰਦ ਦੀ ਚਾਦਰ ਕਹਿੰਦੇ ਆ ਅਸੀਂ, ਉਸੇ ਨਿਸ਼ਾਨ ਸਾਹਿਬ ਨੂੰ ਅੱਜ ਤੁਸੀਂ ਬਦਨਾਮ ਕਰਦੇ ਆ। ਇਹ ਤਾਂ ਦਿੱਲੀ ਦੇ ਹਰ ਘਰ ਤੇ ਹੋਣਾ ਚਾਹੀਦਾ। ਬ੍ਰਦਰ ਲਾਲ ਨਿਸ਼ਾਨ ਸਾਹਿਬ ਦੇ ਨਾਲ ਲਾਈਵ ਹੋਣਾ ਗੁਨਾਹ, ਉਹ ਮੰਨਦੇ ਆ, ਇਹ ਮੰਨਦੇ ਆ। ਤੇ ਪਹਿਲਾਂ ਜਦੋਂ ਬਘੇਲ ਸਿੰਘ ਨੇ 18 ਆਰੀ ਕੀਤਾ, ਉਹ ਗੁਨਾਹ ਕਰ ਗਿਆ ਸੀ। ਸਾਡੇ ਸਰਦਾਰ ਬਘੇਲ ਸਿੰਘ ਨੇ ਕੀਤਾ, ਉਹ ਗੁਨਾਹ ਸੀ। ਕੋਈ ਮੰਨੀ ਜਾਵੇ, ਅਸੀਂ ਆਪਦੇ ਨਿਸ਼ਾਨ ਸਾਹਿਬ ਤੋਂ ਕਿਵੇਂ ਮੁਨਕਰ ਹੋ ਜਾਈਏ ਯਾਰ? ਕਮਾਲ, ਇਹ ਤਾਂ ਗੱਲ ਹੀ ਨਹੀਂ ਮੇਰੇ ਸਮਝ ਆ ਰਹੀ। ਤਾਂ ਜਦੋਂ ਤੁਸੀਂ ਪਲੈਟੀਨਾ ਵੀ ਤੁਹਾਡਾ ਬਹੁਤ ਮਸ਼ਹੂਰ ਹੋਇਆ, ਜਦੋਂ ਤੁਸੀਂ ਭੱਜੇ ਹੋ, ਉਹ ਕੀ ਚੱਕਰ ਹੋਇਆ ਸੀ? ਤੇ ਜਦੋਂ ਤੁਹਾਡੇ ਪਲੈਟੀਨਾ ਹੀ ਨਹੀਂ ਮੈਨੂੰ ਪਤਾ ਕੀ ਹੈ, ਜਿਹੜਾ ਮੋਟਰਸਾਈਕਲ ਆ ਉਹਦਾ ਨਾਂ ਸੀ ਕਿ ਕੀ ਸੀ? ਮੋਟਰਸਾਈਕਲ ਦਾ ਨਾਂ ਪਲੈਟੀਨਾ ਹੈ, ਐਵਰੇਜ ਬਹੁਤ ਦਿੰਦਾ ਉਹ 65-70 ਦੀ ਆ। ਤੁਸੀਂ 80-90 ਕਿਲੋਮੀਟਰ ਆਰਾਮ ਨਾਲ ਭੱਜ ਸਕਦੇ ਸੀ ਉਹਦੇ ਪਰ, ਜੇ 1 ਲੀਟਰ ਤੇਲ ਵੀ ਹੁੰਦਾ। ਮੇਰੀ ਕਮੀਜ਼ ਫੜ ਲੈਂਦੇ, ਦੀਪ ਸਿੱਧੂ ਦੇ ਕੱਪੜੇ ਫਾੜਤੇ ਲੋਕਾਂ ਨੇ, ਐਂ ਕਰਤੇ। ਉਹ ਬਹੁਤ ਵੱਡੀ ਬੇਇੱਜ਼ਤੀ ਹੈ ਇੱਕ। ਚਾਹੇ ਮੈਂ ਉਹਨਾਂ ਦੀ ਛਿੱਲ ਲਾ ਦਿੰਦਾ ਕੁੱਟ-ਕੁੱਟ, ਉਦੋਂ ਬਾਅਦ ਇਹ ਨਹੀਂ ਵੀ ਆਪਾਂ ਨੂੰ ਲੜਨਾ ਨਹੀਂ ਆਉਂਦਾ, ਗਾਲਾਂ ਨਹੀਂ ਕੱਢਣੀਆਂ ਆਉਂਦੀਆਂ। ਮੇਰੇ ਜਿੰਨੀਆਂ ਗਾਲਾਂ ਵੀ ਨਹੀਂ ਕੋਈ ਕੱਢ ਸਕਦਾ ਜੇ ਆਪਦੀ ਆਈ ਤੇ ਆ ਗਏ। ਪਰ ਆਪਾਂ ਪਬਲਿਕਲੀ ਇਸ ਢੰਗ 'ਚ ਵਿਚਰੀਏ, ਫਿਰ ਉਹ ਕੋਈ ਕਿਰਦਾਰ ਨਹੀਂ ਹੁੰਦੇ। ਉੱਥੇ ਹੀ ਨਾਲ ਉਹੀ ਖੜੇ ਸੀ ਜਿਹੜੇ, ਉਹ ਮੈਨੂੰ ਕਹਿੰਦੇ ਬਾਈ ਤੂੰ ਨਿਕਲ ਜਾ। ਅੱਛਾ, ਉਹਨਾਂ ਨੇ ਮੈਨੂੰ ਕਿਹਾ, ਫਿਰ ਮੈਂ ਉੱਥੋਂ, ਉਹਨਾਂ ਨੇ ਵੀਡੀਓ ਬਣਾਈ, ਉਹਨਾਂ 'ਚੋਂ ਹੀ ਇੱਕ ਨੇ ਵੀਡੀਓ ਬਣਾਈ। ਉਹਦੇ ਤੇ ਮੈਨੂੰ ਗੁੱਸਾ ਵੀ ਬਹੁਤ ਆਇਆ ਵੀ ਸਾਲਿਆ ਤੂੰ ਹੀ ਕਹੀ ਜਾਂਦਾ। ਨਹੀਂ, ਮੈਨੂੰ ਪਤਾ ਨਹੀਂ ਕੌਣ ਸੀ, ਵੀ ਤੂੰ ਹੀ ਕਹੀ ਜਾਂਦਾ ਨਿਕਲ ਜਾ, ਤੂੰ ਹੀ ਵੀਡੀਓ ਬਣਾਈ ਜਾਂਦਾ। ਜੇ ਕੋਈ ਵੀ ਰੀਜਨਲ ਪਾਰਟੀ, ਮੈਂ ਪਹਿਲਾਂ ਵੀ ਇਹੀ ਗੱਲ ਕਹਿੰਦਾ ਹੁੰਦਾ ਸੀ, ਨੈਸ਼ਨਲ ਪਾਰਟੀ 'ਚ ਮੈਂ ਫਿੱਟ ਨਹੀਂ ਹੋ ਸਕਦਾ, ਕਿਉਂਕਿ ਨੈਸ਼ਨਲ ਪਾਰਟੀ ਨੇ ਦਿੱਲੀ ਦੀ ਗੱਲ ਕਰਨੀ ਆ, ਅਸੀਂ ਆਪਦੇ ਪੰਜਾਬ ਦੀ ਗੱਲ ਕਰਨੀ ਆ। ਕੋਈ ਵੀ ਰੀਜਨਲ ਪਾਰਟੀ ਆਈਡੀਓਲੋਜੀਕਲੀ ਦੀਪ ਸਿੱਧੂ ਨੂੰ ਠੀਕ ਲੱਗੂਗੀ, ਦੀਪ ਸਿੱਧੂ ਉਹਦੇ ਨਾਲ ਆਪਦੀ ਸਪੋਰਟ ਦੇ ਸਕਦਾ, ਦੀਪ ਸਿੱਧੂ ਉਹਦੇ ਵਿੱਚ ਜਾ ਵੀ ਸਕਦਾ। ਇਹ ਕੋਈ ਗੁਨਾਹ ਨਹੀਂ ਆ ਕਿਤੇ। ਪਰ ਕੱਲ੍ਹ ਨੂੰ ਇਹ ਨਾ ਹੋਵੇ, ਅੱਜ ਤੁਸੀਂ ਨੈਸ਼ਨਲ ਦਾ ਕਹਿ ਰਹੇ ਹੋ ਤੇ ਨੈਸ਼ਨਲ ਦੇ ਵਿੱਚ ਹੀ ਤੁਹਾਨੂੰ ਦੇਖਿਆ ਜਾਵੇ। ਨਹੀਂ। ਤੇ ਲੱਖਾ ਸਿਧਾਣਾ ਬਾਰੇ ਤੁਹਾਡੇ ਕੀ ਵਿਚਾਰ ਨੇ? ਕਿਉਂਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਵਰਸਿਸ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਬਹੁਤ ਸਾਰੇ ਲੋਕ ਇਹ ਵੀ ਚਾਹੁੰਦੇ ਆ ਵੀ ਇਹ ਦੋ ਨੌਜਵਾਨ ਜਿਹੜੇ ਹੈਗੇ ਨੇ ਬਹੁਤ ਪੰਜਾਬ ਲਈ ਸੋਚਦੇ ਨੇ, ਤੇ ਤੁਸੀਂ ਲੱਖੇ ਬਾਰੇ ਕੀ ਸੋਚਦੇ ਹੋ? ਨਹੀਂ, ਮੇਰੇ ਤਾਂ ਦੇਖੋ, ਮੈਂ ਇਹ ਕਹਿਣਾ, ਲੱਖੇ ਨੇ ਬੜਾ ਆਪਦਾ ਯੋਗਦਾਨ ਦਿੱਤਾ ਇਸ ਅੰਦੋਲਨ 'ਚ, ਪਹਿਲਾਂ ਵੀ ਦਿੰਦਾ ਰਿਹਾ। ਪੰਜਾਬੀ ਬੋਲੀ ਵਾਸਤੇ ਵੀ ਲੜਿਆ। ਮੈਂ ਉਹਦੇ ਨਾਲ ਖੜੂੰਗਾ ਜੇ ਕੱਲ ਨੂੰ ਅੰਦਰ ਹੁੰਦਾ ਤਾਂ ਮੈਂ ਆਵਾਜ਼ ਬੁਲੰਦ ਕਰੂੰਗਾ। ਸੰਸਦ ਦਾ ਪ੍ਰੋਗਰਾਮ ਦਿੱਤਾ ਸੀ, ਉਹ ਕੈਂਸਲ ਕਰਨ ਦੀਆਂ ਗੱਲਾਂ ਹੋਣ ਲੱਗ ਗਈਆਂ ਫਿਰ, ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਹੁਣ ਜਿਹੜੇ ਵੱਡੇ ਪ੍ਰੋਗਰਾਮ ਆਗੂਆਂ ਨੂੰ ਦੇਣੇ ਚਾਹੀਦੇ, ਤਾਂ ਹੁਣ ਤੁਸੀਂ ਕੀ ਕਹਿੰਦੇ ਹੋ ਵੀ ਸੰਸਦ ਵਾਲਾ ਪ੍ਰੋਗਰਾਮ ਦੇਣਾ ਚਾਹੀਦਾ ਕੋਈ ਜਿਹਾ ਜਾਂ ਨਹੀਂ? ਦੇਖੋ, ਮੈਂ ਪਤਾ ਕੀ ਕਹਿਣਾ, ਤੁਹਾਨੂੰ ਤੁਹਾਡੇ ਲੋਕਾਂ ਨੂੰ ਸੈਂਸ ਆਫ ਵਿਕਟਰੀ ਦੇਣੀ ਪਊਗੀ, ਦੇਣੀ ਚਾਹੀਦੀ ਆ। ਜਦੋਂ ਤੱਕ ਤੁਸੀਂ ਸੈਂਸ ਆਫ ਵਿਕਟਰੀ ਉਹਨਾਂ ਨੂੰ ਨਹੀਂ ਦੋਗੇ, ਅਗਲੀ ਵਾਰੀ ਲੋਕਾਂ ਨੇ ਖੜੇ ਨਹੀਂ ਹੋਣਾ ਤੁਹਾਡੇ ਨਾਲ। ਤੁਹਾਨੂੰ ਲੋਕਾਂ ਨੂੰ ਭੰਗੜੇ ਪਾਉਂਦੇ ਹੋਏ, ਢੋਲ ਵਜਾਉਂਦੇ ਹੋਏ ਉੱਥੋਂ ਲਿਆਉਣਾ ਪਊਗਾ ਵਾਪਸ, ਤਾਂ ਲੋਕ ਤੁਹਾਡੇ ਨਾਲ ਕੱਲ ਨੂੰ ਖੜੇ ਹੋਣਗੇ। ਜੇ ਉਹਨਾਂ ਨੂੰ ਤੁਸੀਂ ਡਿਸਅਪੁਆਇੰਟਮੈਂਟ ਦਿੱਤੀ, ਨਮੋਸ਼ੀ ਦਿੱਤੀ, ਲੋਕਾਂ ਨੇ ਖੜੇ ਨਹੀਂ ਹੋਣਾ ਮੁੜ ਕੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਤੇ ਮੈਂ ਜਗਦੀਪ ਸਿੰਘ ਥਲੀਆਂ। ਦਰਸ਼ਕੋ,
ਕਿਸਾਨੀ ਮੋਰਚਾ ਚੱਲ ਰਿਹਾ ਤੇ ਅਜਿਹੇ ਦੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਵੇਖਣ ਨੂੰ ਮਿਲੇ। ਹੁਣ ਤੱਕ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋਈਆਂ ਜਿਸ ਤੋਂ ਬਾਅਦ ਬਹੁਤ ਸਾਰੇ ਬਿਆਨਬਾਜ਼ੀਆਂ ਇਹ ਹੋਣ ਲੱਗੀਆਂ ਕਿ ਮੋਰਚੇ ਨੂੰ ਕਿਤੇ ਨਾ ਕਿਤੇ ਢਾਹ ਲੱਗੀ ਹੈ ਤੇ ਉਸ ਦੇ ਵਿੱਚ ਕੁਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣ ਲੱਗਾ ਤੇ ਉਹਨਾਂ ਲੋਕਾਂ ਦੇ ਵਿੱਚ ਮੁੱਖ ਦੀਪ ਸਿੱਧੂ ਵੀ ਰਹਿੰਦੇ ਨੇ। 26 ਜਨਵਰੀ ਨੂੰ ਜੋ ਕੁਝ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਇਸੇ ਤਰ੍ਹਾਂ 26 ਸਤੰਬਰ ਤੋਂ ਸ਼ੰਭੂ ਵਿਖੇ ਮੋਰਚਾ ਸ਼ੁਰੂ ਕਰਦੇ ਨੇ ਦੀਪ ਸਿੱਧੂ। 26 ਨਵੰਬਰ ਨੂੰ ਫਿਰ ਕਿਸਾਨ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਨੇ ਤੇ ਇਸੇ ਤਰ੍ਹਾਂ 26 ਜਨਵਰੀ ਨੂੰ ਘਟਨਾ ਘਟਦੀ ਹੈ ਤੇ ਹੁਣ 26 ਅਪ੍ਰੈਲ ਨੂੰ ਦੀਪ ਸਿੱਧੂ ਦੀ ਜ਼ਮਾਨਤ ਹੋ ਜਾਂਦੀ ਹੈ। ਸੋ ਅੱਜ ਜ਼ਮਾਨਤ ਤੋਂ ਬਾਅਦ ਦੀਪ ਸਿੱਧੂ ਸਾਡੇ ਨਾਲ ਨੇ ਜਾਂ ਫਿਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਸਵਾਗਤ ਬਾਈ ਜੀ। ਧੰਨਵਾਦ ਬਾਈ ਜੀ। ਜ਼ਮਾਨਤ ਦੀਆਂ ਵਧਾਈਆਂ ਤੁਹਾਨੂੰ। ਧੰਨਵਾਦ ਬਾਈ। 26 ਨੂੰ ਤੁਸੀਂ ਸ਼ੰਭੂ ਵਿਖੇ ਮੋਰਚਾ ਸ਼ੁਰੂ ਕਰ ਦਿੰਦੇ ਹੋ। 26 ਨਵੰਬਰ ਨੂੰ ਆਪਾਂ ਚਾਲੇ ਪਾ ਲੈਂਦੇ ਹਾਂ। 26 ਜਨਵਰੀ ਨੂੰ ਘਟਨਾ ਘਟ ਜਾਂਦੀ ਹੈ। 26 ਅਪ੍ਰੈਲ ਨੂੰ ਤੁਹਾਡੀ ਜ਼ਮਾਨਤ ਹੋ ਜਾਂਦੀ ਹੈ। 26 ਨਾਲ ਕੀ ਚੱਕਰ ਹੈ ਤੁਹਾਡਾ? 26 ਤਾਂ ਇੱਕ ਨਹੀਂ ਮਾਣ ਹੁੰਦੀ ਹੈ ਤਾਂ 4-5 ਹੋ ਗਈਆਂ। 26 ਇਹ ਕੁਦਰਤੀ ਗੱਲ ਆ ਬਾਈ। ਹਨਾ ਇਹ ਜੇ ਸਹੀ ਦੱਸਾਂ ਤਾਂ ਜਿਹੜਾ ਆਟਾ ਪਾਉਣ ਵਾਲੀ ਗੱਲ ਆ ਇਹ ਪ੍ਰਮਾਤਮਾ ਦੀ ਕੁਦਰਤੀ ਆ। ਮੈਂ ਕਿਹੜਾ ਕੋਈ ਪਲਾਨ ਕਰਕੇ ਕਰਦਾ ਇਹ। ਤੇ ਤੁਸੀਂ ਦੇਖੋ 26 ਨੂੰ ਜੇ ਸ਼ੰਭੂ ਮੋਰਚਾ ਲੱਗਦਾ, 26 ਨਵੰਬਰ ਨੂੰ ਕਿਸਾਨਾਂ ਦਾ ਆਪਣਾ ਆਗੂਆਂ ਦੀ ਕਾਲ ਸੀ ਵੀ ਦਿੱਲੀ ਚੱਲੋ। ਜਿੱਦੇ ਆਪਾਂ ਇੱਥੋਂ ਸਿੰਘੂ ਜਾ ਕੇ ਮੋਰਚਾ ਕੱਢਿਆ ਉਹ 26 ਨੂੰ ਹੀ ਤੁਰੇ ਸੀ ਇੱਥੋਂ। ਫਿਰ 26 ਜਨਵਰੀ ਨੂੰ ਗਾਂ ਆਪਾਂ ਜਿਹੜਾ ਸਾਰਾ ਲਾਲ ਕਿਲੇ ਵਾਲਾ ਐਪੀਸੋਡ ਹੋਇਆ, ਲਾਲ ਕਿਲੇ ਦੀ ਤਾਂ ਮੇਰੇ ਨਾਂ ਤੇ ਰਜਿਸਟਰੀ ਕਰਾਤੀ ਹੁਣ ਤਾਂ ਸਰਕਾਰ ਨੇ। ਤੁਸੀਂ ਐਂ ਮੰਨ ਲਓ ਕਿਉਂਕਿ ਇਹ ਪ੍ਰੋਸੀਕਿਊਸ਼ਨ ਕਹੀ ਗਈ ਹੈ ਤਾਂ ਕਬਜ਼ਾ ਲੈਣ ਆਇਆ ਸੀ ਜੀ, ਹੈ ਨਾ। ਤੇ 26 ਅਪ੍ਰੈਲ ਨੂੰ ਫਿਰ ਆਪਣੀ ਜ਼ਮਾਨਤ ਜਿਹੜਾ ਆਰਡਰ ਉਹਦਾ ਆਉਂਦਾ। ਇਹ ਕੁਦਰਤ ਕੋਈ ਪ੍ਰਮਾਤਮਾ ਦੀ ਖੇਡ ਹੀ ਹੈ ਜੀ, ਹੋਰ ਤਾਂ ਮੈਂ ਕੀ ਕਹਿ ਸਕਦਾ ਜੀ। ਤੇ ਉਸ ਦਿਨ ਤੋਂ ਜਦੋਂ ਤੋਂ ਤੁਸੀਂ ਜੇਲ੍ਹ ਜਾਂਦੇ ਹੋ ਹਾਂਜੀ ਤਾਂ ਉਹ ਕੀ ਕੁਝ ਘਟਨਾਕ੍ਰਮ ਜਾਂ ਅੰਦਰ ਦੀ ਗੱਲ ਜੇ ਕਰੀਏ ਜੇਲ੍ਹ ਦੇ ਵਿੱਚ ਕੀ ਕੁਝ ਵਾਪਰਦਾ ਹੈ, ਕੀ ਕੁਝ ਹੁੰਦਾ ਹੈ? ਕਿਉਂਕਿ ਬਹੁਤ ਸਾਰੀਆਂ ਜਿਵੇਂ ਤੁਸੀਂ ਜਦੋਂ ਬਾਹਰ ਆਉਂਦੇ ਹੋ ਦੱਸਦੇ ਹੋ ਵੀ ਜੇਲ੍ਹ 'ਚ ਤੁਹਾਨੂੰ ਹੱਥ ਨਹੀਂ ਲਾਇਆ ਜਾਂਦਾ। ਹਾਂਜੀ ਤਾਂ ਬਹੁਤ ਲੋਕ ਇਸ ਗੱਲ ਨੂੰ ਇਸ ਤਰ੍ਹਾਂ ਦੇਖਦੇ ਆ, ਉਹ ਕਹਿੰਦੇ ਵੀ ਯਾਰ ਜਿਹੜੇ ਬਾਕੀ ਦੇ ਨੌਜਵਾਨ ਸੀਗੇ ਹਾਂਜੀ ਉਹ ਤਾਂ ਛਿੱਲ ਰੱਖਤੇ ਪੁਲਿਸ ਵਾਲਿਆਂ ਨੇ ਹਾਂਜੀ ਹਾਂਜੀ ਤੇ ਦੀਪ ਸਿੱਧੂ ਨੂੰ ਹੱਥ ਨਹੀਂ ਲਾਇਆ। ਸਨੀ ਦਿਓਲ ਨੇ ਫੋਨ ਤਾਂ ਨਹੀਂ ਕਰਤਾ ਸੀ ਦਿੱਲੀ ਪੁਲਿਸ ਨੂੰ ਵੀ ਬਾਈ ਹੱਥ ਨਾ ਲਾਇਓ ਯਾਰ? ਨਹੀਂ ਸਨੀ ਦਿਓਲ ਉਦਾਂ ਹੀ ਆਪਣਾ ਜਿੱਦੇ ਉਹਨਾਂ ਨੇ ਪਬਲਿਕਲੀ ਆ ਕੇ ਇਹ ਗੱਲ ਕਹੀ ਵੀ ਮੇਰਾ ਦੀਪ ਸਿੱਧੂ ਨਾਲ ਕੋਈ ਨਾਤਾ ਨਹੀਂ ਤੇ ਉਹਦੇ ਤੋਂ ਮੈਂ ਵੀ ਛੱਡਤੇ। ਕਿਉਂਕਿ ਇਹ ਸੱਚੀ ਸ਼ਰਤ ਆ ਜਾਂ ਫਿਰ ਰਾਜਨੀਤਿਕ ਲੀਡਰਾਂ ਵਾਂਗੂ ਇਹ ਸਿਆਪਾ ਜਿਹਾ ਕਰ ਰਹੇ ਹੋ? ਨਹੀਂ ਜਮਾਂ ਛੱਡਤਾ ਭਾਈ। ਉਸ ਤੋਂ ਬਾਅਦ ਆਪਾਂ ਕੋਈ ਟੱਚ 'ਚ ਨਹੀਂ ਆ ਨਾ। ਮੇਰੇ ਪਰਿਵਾਰ ਨੇ ਕੋਸ਼ਿਸ਼ ਕੀਤੀ ਵੀ ਆਪਾਂ ਜਦੋਂ ਵਕਤ ਪਿਆ ਵੀ ਉਹਨਾਂ ਤੋਂ ਆਪਾਂ ਇਹ ਕਹੀਏ ਵੀ ਸਾਨੂੰ ਤੁਸੀਂ ਕਿਤੇ ਫੋਨ ਕਰੋ, ਸਾਨੂੰ ਬਚਾਓ, ਹੈ ਨਾ। ਮੇਰੀ ਜਿਹੜਾ ਇਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਾਣਦਾ, ਮੇਰੀ ਜ਼ਮੀਰ ਜਾਣਦੀ ਹੈ, ਮੇਰੀ ਅੰਦਰ ਜਿਹੜੀ ਕੌਨਸ਼ੀਅਸ ਆ ਉਹ ਜਾਣਦੀ ਹੈ ਇਹ ਗੱਲ। ਆਉਣ ਵਾਲੇ ਸਮੇਂ 'ਚ ਲੋਕ ਸੱਚ ਵੀ ਲੁਕਦਾ ਨਹੀਂ ਹੁੰਦਾ ਜਾਂ ਕੋਈ ਗੱਲ ਵੀ ਨਹੀਂ ਲੁਕਦੀ ਹੁੰਦੀ, ਸਾਹਮਣੇ ਆ ਜਾਊਗੀ। ਇਹ ਗੱਲ ਤਾਂ ਲੋਕਾਂ ਨੂੰ ਵੀ ਪਤਾ। ਪਰ ਗੱਲ ਇਹ ਆ ਵੀ ਦੀਪ ਸਿੱਧੂ ਨੂੰ ਹੱਥ ਕਿਉਂ ਨਹੀਂ ਲੱਗਦਾ? ਦੀਪ ਸਿੱਧੂ ਜਦੋਂ ਪੁਲਿਸ ਕੋਲੇ ਗਿਆ, ਕ੍ਰਾਈਮ ਬ੍ਰਾਂਚ ਕੋਲੇ ਗਿਆ, ਮੈਨੂੰ ਇੱਕ ਆਫੀਸਰ ਦੀ ਹਜੇ ਵੀ ਸਟੇਟਮੈਂਟ ਯਾਦ ਆ। ਉਹ ਕਹਿੰਦੇ ਸਾਨੂੰ ਪਤਾ ਵੀ ਤੂੰ ਕ੍ਰਿਮੀਨਲ ਨਹੀਂ ਆ। ਕਿਉਂਕਿ ਕੋਈ ਵੀ ਕ੍ਰਿਮੀਨਲ ਜਿਹੜਾ ਬੰਦਾ ਹੁੰਦਾ ਉਹ ਇਹ ਗੱਲ ਨਹੀਂ ਆ ਕੇ ਕਹਿੰਦਾ ਵੀ ਮੈਂ ਇਨਵੈਸਟੀਗੇਸ਼ਨ ਜੁਆਇਨ ਕਰੂੰਗਾ। ਮੈਂ ਦੂਜੇ ਦਿਨ ਹੀ ਇਹ ਗੱਲ ਕਹਿਤੀ ਸੀ ਵੀ ਮੈਂ ਇਨਵੈਸਟੀਗੇਸ਼ਨ ਜੁਆਇਨ ਕਰੂੰਗਾ ਜਦੋਂ ਮੈਂ ਕੁਝ ਗਲਤ ਹੀ ਨਹੀਂ ਕੀਤਾ, ਮੈਂ ਕਿਸ ਗੱਲ ਤੋਂ ਡਰਾਂ। ਫਿਰ ਸਾਨੂੰ ਇਹ ਵੀ ਪਤਾ ਵੀ ਤੈਨੂੰ ਸਕੇਪਗੋਟ ਬਣਾਇਆ ਜਾ ਰਿਹਾ, ਹੈ ਨਾ, ਪੋਲੀਟੀਕਲੀ ਤੈਨੂੰ ਬਦਨਾਮ ਕੀਤਾ ਜਾ ਰਿਹਾ। ਸੋ ਇਸ ਕਰਕੇ ਤੇਰੇ ਕੋਲੇ ਜੋ ਇਨਫੋਰਮੇਸ਼ਨ ਆ ਸਾਨੂੰ ਉਹ ਚਾਹੀਦੀ ਆ। ਅਦਰਵਾਈਜ਼ ਸਾਡਾ ਤੇਰੇ ਨਾਲ ਕੋਈ ਹੋਰ ਕੋਈ ਇਹ ਨਹੀਂ ਆ ਵੀ ਤੂੰ ਕ੍ਰਿਮੀਨਲ ਆ ਤੇ ਤੈਨੂੰ ਅਸੀਂ ਕੋਈ 3rd ਗ੍ਰੇਡ ਜਾਂ 3rd ਡਿਗਰੀ ਤੇਰੇ ਨਾਲ ਅਸੀਂ ਯੂਜ਼ ਕਰੀਏ, ਉਸ ਢੰਗ ਨਾਲ ਤੈਨੂੰ ਬ੍ਰੇਕ ਕਰੀਏ। ਮੇਨ ਪਰਪਸ ਉਹਨਾਂ ਦਾ ਇਹ ਹੁੰਦਾ ਵੀ ਜੇ ਜਿਹਨੂੰ ਫੜਿਆ ਉਹਨੂੰ ਤੋੜੋ, ਉਹਨੂੰ ਦਿਮਾਗੀ ਤੌਰ ਤੇ ਤੋੜੋ, ਉਹਦੇ ਤੋਂ ਸਭ ਕੁਝ ਕਢਾਓ। ਮੈਂ ਉਹਨਾਂ ਨੂੰ ਕਿਹਾ ਜੀ ਮੈਂ ਜਿਹੜੀ ਇਨਫੋਰਮੇਸ਼ਨ ਆ ਮੇਰੀ ਤਾਂ ਪਬਲਿਕ ਆ, ਸਭ ਕੁਝ ਪਬਲਿਕ ਡੋਮੇਨ 'ਚ ਸਭ ਕੁਝ ਮੈਂ ਵੀਡੀਓਜ਼ 'ਚ ਬੋਲਿਆ, ਸਭ ਕੁਝ ਮੇਰਾ ਵੀਡੀਓਜ਼ ਤੇ ਪਿਆ। ਜਿਹੜਾ ਮੈਂ ਲਾਲ ਕਿਲੇ ਵੀ ਆਇਆ ਉਹ ਵੀ ਤੁਹਾਡੇ CCTV ਕੈਮਰਾ ਤੋਂ ਲੈ ਕੇ ਤੁਹਾਡੇ ਡਰੋਨ 'ਚ ਵੀ ਆ, ਉੱਥੇ ਦਾ ਡਰੋਨ ਵੀ ਚੱਲ ਰਿਹਾ ਸੀ। ਹੋਇਆ ਕੀ ਸੀ ਉੱਥੇ ਲਾਲ ਕਿਲੇ ਤੇ ਬੇਸਿਕਲੀ? ਕਿਉਂਕਿ ਜੋ ਤੁਹਾਡੇ ਮੁਤਾਬਕ ਕੀ ਹੈ ਪਰ ਜੋ ਪ੍ਰਚਾਰਿਆ ਜਾ ਰਿਹਾ ਮੁੱਖ ਮੁਲਜ਼ਮ ਤੁਹਾਨੂੰ ਬਣਾਇਆ ਜਾਂਦਾ ਹੈ ਤੇ ਆਪਣੇ ਆਗੂਆਂ ਨੇ ਮੈਨੂੰ ਇਹੀ ਕਿਹਾ ਵੀ ਢਾਹ ਲਾਤੀ, ਬਹੁਤ ਵੱਡਾ ਨੁਕਸਾਨ ਕਰਤਾ ਤੇ ਉਹ ਤੇ ਬਹੁਤ ਕੁਝ ਕਹਿ ਰਹੇ ਨੇ, ਪਰ ਤੁਹਾਡੇ ਮੁਤਾਬਕ ਕੀ ਹੈ?
ਨਹੀਂ ਬਾਈ, ਲਾਲ ਕਿਲੇ ਦੀ ਘਟਨਾ। ਲਾਲ ਕਿਲੇ ਦੀ ਜਿਹੜੀ ਘਟਨਾ ਨਾ, ਤੁਸੀਂ ਜਦੋਂ ਇੱਕ ਇਹੋ ਜਿਹੇ ਭਾਸ਼ਣ ਦੇ ਕੇ ਲੋਕਾਂ ਦੇ ਉਹ ਜਜ਼ਬਾਤ ਜਗਾਤੇ। ਦੇਖੋ ਜਦੋਂ ਸਾਡੇ ਪੁਰਾਣੇ ਮੋਰਚੇ ਵੀ ਲੱਗਦੇ ਰਹੇ ਆ ਨਾ, ਉਸ ਵੇਲੇ ਦੀ ਲੀਡਰਸ਼ਿਪ ਇਹ ਬਹੁਤ ਹੀ ਰਿਸਪੌਂਸਿਬਿਲਿਟੀ ਨਾਲ ਬਿਆਨ ਦਿੰਦੀ ਹੁੰਦੀ ਸੀ। ਉਸ ਵੇਲੇ ਇਹ ਕਹਿੰਦੇ ਜਦੋਂ ਰਾਸ਼ਟਰਪਤੀ ਭਵਨ ਬਣ ਰਿਹਾ ਸੀ ਨਾ, ਉਦੋਂ ਇੱਕ ਗੁਰਦੁਆਰਾ ਸਾਹਿਬ ਦੀ ਕੰਧ ਉੱਥੇ ਰਾਸ਼ਟਰਪਤੀ ਭਵਨ 'ਚ ਆ ਗਈ। ਉਹ ਅੰਗਰੇਜ਼ਾਂ ਨੇ ਬਣਾਇਆ ਰਾਸ਼ਟਰਪਤੀ ਭਵਨ ਹੈ ਨਾ, ਉਹ ਕੰਧ ਉਹਨਾਂ ਨੇ ਢਾਤੀ ਤੇ ਉਸ ਵੇਲੇ ਸਿੱਖਾਂ ਨੇ ਮੋਰਚਾ ਲਾਇਆ। ਫਿਰ ਸਿੱਖਾਂ ਨੇ ਜਦੋਂ ਮੋਰਚਾ ਲਾਇਆ ਵੀ ਸਾਡੀ ਕੰਧ ਢਾਤੀ, ਇਹ ਤਾਂ ਸਾਡੇ ਤੇ ਸਿੱਧਾ ਤੁਸੀਂ ਸਾਡੀ ਜਿਹੜੀ ਇਹ ਕਹਿ ਲਓ ਵੀ ਗੁਰੂ ਸਾਹਿਬ ਦੀ ਇੱਕ ਜਗ੍ਹਾ ਹੋਵੇ, ਉਹਦੀ ਬਾਉਂਡਰੀ ਤੁਸੀਂ ਐਂ ਚੱਕ ਦੋ, ਤੁਸੀਂ ਸਾਡੇ ਨਾਲ ਕੋਈ ਕੰਸਲਟ ਨਾ ਕਰੋ, ਕੋਈ ਗੁਰਦੁਆਰਾ ਸਾਹਿਬ ਦੀ ਕਮੇਟੀ ਤੋਂ ਵੀ ਕੋਈ ਤੁਸੀਂ ਫੈਸਲਾ ਨਾ ਲਓ, ਤੁਸੀਂ ਜ਼ਰੂਰਤ ਵੀ ਨਹੀਂ ਸਮਝੀ ਵੀ ਸਾਡੇ ਨਾਲ ਗੱਲ ਕੀਤੀ ਜਾਵੇ। ਸਿੱਖਾਂ ਨੇ ਮੋਰਚਾ ਲਾਤਾ ਆਪਣੇ ਉਸ ਵੇਲੇ ਦੇ ਬੰਦਿਆਂ ਨੇ। ਉਦੋਂ ਜਦੋਂ ਜਿਹੜੇ ਲੀਡਰ ਸੀ, ਮੈਨੂੰ ਲੱਗਦਾ ਸੰਤ ਫਤਿਹ ਸਿੰਘ ਸੀ ਜਾਂ ਜਿਹੜੇ ਹੋਰ ਲੀਡਰ ਸੀ ਉਸ ਵੇਲੇ, ਉਹਨਾਂ ਨੇ ਬਾਈ 1913 ਦੀ ਗੱਲ ਕਰ ਰਿਹਾ ਇਹ ਮੈਂ, ਉਸ ਵੇਲੇ ਜਿਹੜੇ ਜਜ਼ਬਾਤ ਜਗਾਏ ਨਾ ਲੋਕਾਂ ਦੇ, ਇਹ ਜਗਾਏ ਵੀ ਸਾਡਾ ਇਹ ਮੋਰਚਾ, ਇਹਦੇ ਆਦਰਸ਼ ਪੰਜਵੇਂ ਪਾਤਸ਼ਾਹ, ਇੱਥੇ ਉਨੀ ਹੀ ਸ਼ਾਂਤੀ ਨਾਲ ਅਸੀਂ ਕੁਰਬਾਨੀਆਂ ਦੇਣੀਆਂ, ਸਿਰ ਦੇਣੇ ਆ, ਸਮਝ ਲਓ ਗੱਲ, ਜਿਵੇਂ ਪੰਜਵੇਂ ਪਾਤਸ਼ਾਹ ਨੇ ਦਿੱਤੇ ਸੀ। ਅਸੀਂ ਕੋਈ ਹਿੰਸਾ ਨਹੀਂ ਕਰਨੀ, ਕਿਸੇ ਤੇ ਹੱਥ ਨਹੀਂ ਚੱਕਣਾ। ਜੇ ਸਾਡੇ ਗੋਲੀਆਂ ਵੀ ਮਾਰਨ, ਤੁਸੀਂ ਇਹ ਕਹਿਣਾ ਵੀ ਯਾਰ ਗੋਲੀ ਬਾਅਦ ਚ ਮਾਰ ਲਈ, ਪਹਿਲਾਂ ਮੈਨੂੰ ਇੱਕ ਇੱਟ ਲਾ ਆਉਣ ਦੇ, ਬਾਅਦ ਚ ਮੇਰੇ ਸੱਟ ਮਾਰ ਲਈ, ਮੇਰੇ ਡੰਡਾ ਮਾਰ ਲਈ ਸਿਰ 'ਚ, ਪਹਿਲਾਂ ਮੈਨੂੰ ਇੱਕ ਇੱਟ ਲਾ ਆਉਣ ਦੇ। ਆਹ ਜਜ਼ਬਾਤ ਜਗਾਏ। ਇਹ ਜਜ਼ਬਾਤ ਜਦੋਂ ਲੋਕਾਂ ਦੇ ਜਗਾਏ, ਲੋਕਾਂ ਨੇ ਉਸੇ ਤਰ੍ਹਾਂ ਬਿਹੇਵ ਕੀਤਾ। ਉਦੋਂ ਉਹਨਾਂ ਨੇ ਕਿਹਾ ਵੀ ਮੈਨੂੰ 100 ਸਿਰ ਚਾਹੀਦੇ ਆ, ਜਿਹੜੇ ਉਸ ਵੇਲੇ ਦੇ ਲੀਡਰ ਸੀ। ਲੋਕਾਂ ਨੇ ਉਸੇ ਤਰ੍ਹਾਂ ਆ ਕੇ ਉਹਨਾਂ ਦੇ ਨਾਲ ਖੜੇ ਹੋਏ, ਕਿਸੇ ਨੇ ਕੋਈ ਹਿੰਸਕ ਗੱਲ ਨਹੀਂ ਕੀਤੀ। ਕਿਉਂ? ਕਿਸ ਤਰ੍ਹਾਂ ਦੇ ਜਜ਼ਬਾਤ ਜਗਾਉਣੇ ਹੋ ਤੁਸੀਂ, ਉਹਦਾ ਕਲੋਜ਼ਰ ਵੀ ਉਸੇ ਤਰ੍ਹਾਂ ਹੋਊਗਾ। ਇਸ ਵੇਲੇ 26 ਜਨਵਰੀ ਨੂੰ ਲੋਕਾਂ ਨੂੰ ਕਿਵੇਂ ਕੀ ਕੁਛ ਬਿਆਨ ਦੇ ਕੇ ਇਕੱਠਾ ਕੀਤਾ ਗਿਆ, ਤੁਹਾਡੇ ਯਾਦ ਆ? ਤੁਸੀਂ ਤਾਂ ਇਸ ਜਰਨਲਿਸਟ ਦੀ ਦੁਨੀਆ 'ਚੋਂ, ਪੰਜਾਬ ਦੇ ਸਾਡੇ ਬੜੇ ਸੀਨੀਅਰ ਤੇ ਰਿਸਪੌਂਸਿਬਲ ਜਰਨਲਿਸਟ ਹੋ, ਤਾਂ ਆਪਾਂ ਨੂੰ ਤਾਂ ਪਤਾ ਕਿਹੋ ਜਿਹੀਆਂ ਸਟੇਟਮੈਂਟਸ ਦੇ ਕੇ, ਗੈਰ ਜ਼ਿੰਮੇਦਾਰਾਨਾ ਸਟੇਟਮੈਂਟਸ ਦੇ ਕੇ ਲੋਕਾਂ ਨੂੰ ਇਕੱਠਾ ਕੀਤਾ ਗਿਆ। ਕਿਹੜੇ ਜਜ਼ਬਾਤ ਜਗਾਏ ਗਏ ਉਹਨਾਂ ਦੇ, ਉਹਦਾ ਕਲੋਜ਼ਰ ਨਹੀਂ ਪਤਾ ਸੀ ਕਿੱਥੇ ਹੋਣਾ। ਪਤਾ ਸੀ ਨਾ, ਪਰ ਨਹੀਂ ਪਤਾ ਸੀ ਇਹਨਾਂ ਨੂੰ, ਨਹੀਂ ਪਤਾ ਸੀ ਵੀ ਇਹਨਾਂ ਨੂੰ ਆਏ ਸੀ ਵੀ ਲੋਕ ਬੁਲਾ ਲਓ, ਉਸ ਤੋਂ ਬਾਅਦ ਕੋਈ ਨਹੀਂ। ਉਹ ਕਹਿੰਦੇ ਸਾਨੂੰ ਇਹ ਨਹੀਂ ਹੁੰਦਾ ਪਰ ਉਹ ਕਹਿੰਦੇ ਸਾਨੂੰ ਇਹ ਨਹੀਂ ਨਾ ਪਤਾ ਸੀ ਵੀ ਵਿੱਚੋਂ ਕੋਈ ਦੀਪ ਸਿੱਧੂ ਵੀ ਇਹ ਕੰਮ ਕਰ ਦੂਗਾ। ਉਹ ਬਲੇਮ ਤੇ ਤੁਹਾਡੇ ਮੁੱਖ ਤੇ ਤੁਹਾਨੂੰ ਮੰਨ ਰਹੇ ਨਾ। ਇਹੀ ਗੱਲ ਮੈਂ ਤੁਹਾਨੂੰ ਦੱਸਦਾ। ਇਹ ਗੱਲ ਨਾਲ ਇਹ ਵੀ ਕਰਨਾ, ਉਹ ਕਹਿੰਦੇ ਜੇ ਲਾਲ ਕਿਲੇ ਤੇ ਵੀ ਗਏ ਆ, ਜੇ ਨੌਜਵਾਨ ਚਲੋ ਭੁੱਲੇ ਭਟਕੇ ਸਾਡੇ ਆ, ਪਰ ਸਾਡਾ ਕੰਮ, ਹਿੰਦੂ ਵੀ ਸਾਡੇ ਇਸ ਅੰਦੋਲਨ ਦਾ ਹਿੱਸਾ, ਮੁਸਲਿਮ ਵੀ ਇਸ ਅੰਦੋਲਨ, ਸਾਰੇ ਧਰਮਾਂ ਦੇ ਲੋਕ, ਯਾਨੀ ਕਿ ਫਿਰ ਇਹ 'ਚ ਜਿਹੜੀ ਲੜਾਈ ਹੈ ਕਹਿੰਦੇ ਕਿਸਾਨੀ ਝੰਡੇ ਦੀ ਆ, ਇਹ ਨਿਸ਼ਾਨ ਸਾਹਿਬ ਦੀ ਨਹੀਂ ਆ, ਉਹ ਕਿਉਂ ਚਲਾਇਆ? ਬਾਈ ਇੱਕ ਮਿੰਟ ਮੇਰੀ ਗੱਲ ਸੁਣੋ। ਤੁਹਾਡੇ ਯਾਦ ਹੈ ਇੱਕ ਵਾਰੀ ਵਿੱਚ ਦੀ ਸਾਡੇ ਕਿਸਾਨ ਆਗੂ ਜਿਹੜੇ ਆ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਸੀ ਵੀ ਨਿਸ਼ਾਨ ਸਾਹਿਬ ਨਾ ਲਾਓ। ਦਿੱਤੀ ਸੀ। ਉਸ ਵੇਲੇ ਕੀ ਖਿਲਾਫਤ ਹੋਈ ਸੀ? ਜ਼ਿਆਦਾ ਲਾਤੇ ਸੀ ਸਾਡੇ ਬੰਦਿਆਂ ਨੇ ਨਿਸ਼ਾਨ ਸਾਹਿਬ। ਕਿੰਨੀ ਖਿਲਾਫਤ ਹੋਈ ਸੀ ਇਸ ਗੱਲ ਦੀ। ਇਸ ਅੰਦੋਲਨ ਨੂੰ ਨਿਸ਼ਾਨ ਸਾਹਿਬ ਦੀ ਅਗਵਾਈ 'ਚ, ਤਿਰੰਗੇ ਦੀ ਅਗਵਾਈ 'ਚ ਤੇ ਕਿਸਾਨੀ ਝੰਡੇ ਦੀ ਅਗਵਾਈ 'ਚ ਲੜਿਆ ਜਾ ਰਿਹਾ। ਇਸ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਜਦੋਂ ਲਾਲ ਕਿਲੇ 'ਚ ਗਏ ਆ, ਉਦੋਂ ਵੀ ਇਹਨਾਂ ਤਿੰਨਾਂ ਝੰਡਿਆਂ ਦੀ ਅਗਵਾਈ 'ਚ ਗਏ ਆ। ਤੁਸੀਂ ਉਹ ਸਾਰੇ ਵੀਡੀਓ ਦੇਖ ਲਓ, ਕਿਸੇ ਟਰੈਕਟਰ ਤੇ ਨਿਸ਼ਾਨ ਸਾਹਿਬ ਲੱਗਿਆ, ਕਿਸੇ ਤੇ ਤਿਰੰਗਾ ਲੱਗਿਆ। ਹਰਿਆਣੇ ਵਾਲਿਆਂ ਨੇ ਮੋਸਟਲੀ ਤਿਰੰਗਾ ਲਾਇਆ ਹੋਇਆ, ਪੰਜਾਬ ਵਾਲਿਆਂ ਨੇ ਨਿਸ਼ਾਨ ਸਾਹਿਬ ਲਾਇਆ ਹੋਇਆ, ਕਿਸਾਨੀ ਦਾ ਝੰਡਾ ਲਾਇਆ ਹੋਇਆ ਹੈ ਨਾ, ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਆਪਣਾ ਝੰਡਾ। ਜਦੋਂ ਲਾਲ ਕਿਲੇ ਜਿਹੜੇ ਬੰਦੇ ਪਹੁੰਚੇ, ਮੇਰੇ ਤੋਂ ਤਾਂ ਬਹੁਤ ਪਹਿਲਾਂ ਪਹੁੰਚੇ ਹੋਏ ਸੀ, ਤੁਸੀਂ ਵੀਡੀਓ ਸਭ ਕੁਝ ਹੁਣ ਤਾਂ ਪਬਲਿਕ ਆ। ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਉੱਥੇ ਕਿਹੜੀ ਪੋਸਟ ਦੇ ਉੱਤੇ ਤੁਸੀਂ ਦੇਖਦੇ ਹੋ ਨਿਸ਼ਾਨ ਸਾਹਿਬ, ਜਾਂ ਹੈ ਨਹੀਂ ਸੀ? ਨਹੀਂ ਬਾਈ, ਆਲਰੇਡੀ ਸਾਨੂੰ ਤਾਂ ਪਹਿਲਾਂ ਹੀ ਖਬਰ ਇਹ ਮਿਲ ਗਈ ਸੀ ਵੀ ਚੜਾਤਾ ਜੀ ਨਿਸ਼ਾਨ ਸਾਹਿਬ, ਗੁੰਬਦਾਂ ਤੇ ਨਿਸ਼ਾਨ ਸਾਹਿਬ ਲਾਏ ਹੋਏ ਆ, ਹਨਾ। ਜਦੋਂ ਪਹੁੰਚੇ ਵੀ ਬੰਦੇ ਆਪਣੇ ਗੁੰਬਦਾਂ ਤੇ ਚੜੇ ਹੋਏ ਆ, ਨਿਸ਼ਾਨ ਸਾਹਿਬ ਹੱਥ ਤੇ ਲੱਗਿਆ ਸੀ, ਸੈਂਟਰ ਤੇ ਚੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋਂ ਮੈਂ ਉੱਤੇ ਗਿਆ, ਹਾਂ ਹਨਾ, ਉਦੋਂ ਸੈਂਟਰ ਤੇ ਬੰਦੇ ਚੜਦੇ ਸੀ। ਪਹਿਲਾਂ 2 ਬੰਦੇ ਚੜੇ, ਉਹਨਾਂ ਨੇ ਥੱਲੇ ਉਤਾਂ ਤੋਂ ਨਹੀਂ ਚੜਿਆ ਗਿਆ, ਫਿਰ ਕੋਈ ਤੀਜਾ ਬੰਦਾ ਚੜਿਆ, ਔਰ ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂ ਸੀ। ਬਾਅਦ ਚ ਪਤਾ ਲੱਗਿਆ ਆਪਾਂ ਨੂੰ ਜੁਗਰਾਜ ਆ। ਉਹ ਜੁਗਰਾਜ ਦੇਖੋ, ਜੁਗਰਾਜ ਵੀ ਸਾਹਮਣੇ ਆ ਜਾਊਗਾ,
ਸਚਾਈ ਤਾਂ ਸਾਹਮਣੇ ਆ ਗਈ ਤੇ ਹੋਰ ਵੀ ਸਾਹਮਣੇ ਆ ਜੂ ਨਾ। ਮੈਂ ਜੁਗਰਾਜ ਨੂੰ ਜਾਣਦਾ, ਜਿਹੜਾ ਬੰਦਾ ਉੱਤੇ ਚੜਿਆ ਉੱਥੇ ਹੀ ਬੰਦਾ ਮੈਨੂੰ ਉਹ ਮਿਲਿਆ ਹਨਾ। ਉੱਥੇ ਜੇ ਅਸੀਂ ਆਪਦੀ ਐਜੀਟੇਸ਼ਨ ਇੱਕ ਅੰਦੋਲਨ ਦਾ ਪਾਰਟ ਆ, ਉੱਥੇ ਜੇ ਆਪਾਂ ਇਹ ਗੱਲ ਕਹਿ ਰਹੇ ਹਾਂ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ, ਤਾਂ ਰੋਜ਼ ਆਪਾਂ, ਤੁਹਾਨੂੰ ਤਾਂ ਪਤਾ ਸਿੰਘੂ ਮੋਰਚੇ ਤੇ ਰੋਜ਼ ਲਾਉਂਦੇ। ਫਿਰ ਹੁਣ ਤੁਸੀਂ ਕਿਤੇ ਜ਼ਮਾਨਤ ਮੁਆਫੀ ਮੰਗ ਕੇ ਤਾਂ ਨਹੀਂ ਵੀ ਮੇਰੇ ਤੋਂ ਗਲਤ ਹੋ ਗਿਆ ਜੀ? ਤੁਸੀਂ ਮੇਰੀਆਂ ਪਲੀਡਿੰਗਸ ਪੜ੍ਹ ਲਓ, ਇਹ ਤਾਂ ਅਖਬਾਰ 'ਚ ਆਇਆ, ਨੈਸ਼ਨਲ ਨਿਊਜ਼ਪੇਪਰ 'ਚ ਆਇਆ ਵੀ ਦੀਪ ਸਿੱਧੂ ਨੂੰ ਨਿਸ਼ਾਨ ਸਾਹਿਬ ਚੜਾਉਣ ਤੇ ਕੋਈ ਵੀ ਰਿਗਰੈਟ ਨਹੀਂ ਆ। ਕਿਉਂ ਨਹੀਂ ਆ? ਇਹਦਾ ਰੀਜ਼ਨ ਮੈਂ ਤੁਹਾਨੂੰ ਦੱਸਦਾ। ਇਹ ਵੀ ਕਹਿੰਦੇ ਵੀ ਮੈਂ ਤਾਂ ਜੀ ਪੁਲਿਸ ਦਾ ਸਾਥ ਦੇਣ ਗਿਆ ਸੀ। ਨਹੀਂ ਨਹੀਂ ਨਹੀਂ, ਇਹ ਨਹੀਂ ਮੈਂ ਕਹਿੰਦਾ ਵੀ ਸਾਥ ਦੇਣ ਗਿਆ ਸੀ। ਮੈਂ ਕਿਹਾ ਵੀ ਉੱਥੇ ਪੁਲਿਸ ਦੀ ਵੀ ਅਸੀਂ ਮਦਦ ਕੀਤੀ ਹੈ। ਹਾਂਜੀ, ਕਿਉਂਕਿ ਅਸੀਂ ਪੁਲਿਸ ਵਾਲਿਆਂ ਨਾਲ ਲੜਨ ਥੋੜੀ ਗਏ ਸੀ। ਪੁਲਿਸ ਵਾਲੇ ਤਾਂ ਰੋਜ਼ ਸਾਡੇ ਬਾਰਡਰ ਤੇ ਵੀ ਬੈਠੇ ਹੁੰਦੇ ਸੀ, ਸਿੰਘੂ ਬਾਰਡਰ। ਮੇਰੇ ਪੁਰਾਣੀਆਂ ਵੀਡੀਓਜ਼ ਦੇਖ ਲਓ, ਮੈਂ ਰੋਜ਼ ਉਹਨਾਂ ਨਾਲ ਜਾ ਕੇ ਗੱਲਾਂ ਕਰਦਾ ਸੀ। ਜਦੋਂ ਰਾਤ ਨੂੰ ਅਸੀਂ ਪਹਿਰੇ ਤੇ ਹੁੰਦੇ ਸੀ ਕਈ ਵਾਰੀ, ਜਾਂ ਜਦੋਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਿੱਥੇ ਬੈਠੀਆਂ ਉਹ ਤੋਂ ਗਾਂ ਪੁਲਿਸ ਵਾਲੇ ਬੈਠੇ ਆ, ਉਹਨਾਂ ਨੂੰ ਅਸੀਂ ਖਵਾਉਂਦੇ ਪਿਆਉਂਦੇ ਉਹਨਾਂ ਨਾਲ ਗੱਲਾਂ ਕਰਦੇ ਸੀ, ਕਿਉਂਕਿ ਸਾਡੇ ਹੀ ਬੰਦੇ ਆ ਉਹ ਆਪ ਕਹਿੰਦੇ ਯਾਰ ਅਸੀਂ ਤਾਂ ਆਪ ਕਿਸਾਨਾਂ ਪਰਿਵਾਰਾਂ ਦੇ ਬੰਦੇ ਆ, ਸਾਡੀ ਤਾਂ ਸਪੋਰਟ ਤੁਹਾਡੇ ਨਾਲ ਆ। ਪਰ ਕੀ ਕਰੀਏ, ਜਿਵੇਂ ਹਸਤਿਨਾਪੁਰ ਵਾਂਗੂ ਅਸੀਂ ਤਾਂ ਇਹਦੇ ਨਾਲ ਬੰਨੇ ਹੋਏ ਆ, ਸਰਕਾਰ ਨਾਲ ਬੰਨੇ ਹੋਏ ਆ, ਜਿਵੇਂ ਭੀਸ਼ਮ ਪਿਤਾਮਾ ਹਸਤਿਨਾਪੁਰ ਨਾਲ ਬੰਨਿਆ ਹੋਇਆ ਸੀ ਹਨਾ। ਹੁਣ ਗੱਲ ਕੀ ਆ, ਜਦੋਂ ਬਾਈ ਉੱਥੇ ਗਏ, ਤਿਰੰਗਾ ਪਿੱਛੇ ਲੱਗਿਆ ਹੋਇਆ, ਅੱਗੇ ਸਾਡੇ ਬੰਦਿਆਂ ਨੇ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਲਾਤਾ। ਅਸੀਂ ਕਹਿੰਦੇ ਆ ਵੀ ਅਸੀਂ ਉਸ ਦੇਸ਼ 'ਚ ਰਹਿੰਦੇ ਆ ਜਿੱਥੇ ਡਾਈਵਰਸਿਟੀ ਆ। ਇਸ ਡਾਈਵਰਸਿਟੀ 'ਚ ਜਿੱਥੇ ਵਿਆਪਕਤਾ, ਇਹਦੇ 'ਚ ਸਾਡੀ ਯੂਨਿਟੀ ਆ। ਫਿਰ ਇੱਕ ਖਾਲੀ ਪੋਸਟ ਤੇ ਕਿੱਡੀ ਕੁ ਗੱਲ ਆ ਯਾਰ, ਸੋਚੋ ਤਾਂ ਸਹੀ ਤੁਸੀਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਾ ਕੇ ਕੁਰਬਾਨੀ ਦਿੰਦੇ ਆ ਦਿੱਲੀ, ਉਹ ਇਸ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਹੀ ਦਿੰਦੇ ਆ। ਉਹਨਾਂ ਨੂੰ ਹਿੰਦ ਦੀ ਚਾਦਰ ਕਹਿੰਦੇ ਆ ਅਸੀਂ, ਉਸੇ ਨਿਸ਼ਾਨ ਸਾਹਿਬ ਨੂੰ ਅੱਜ ਤੁਸੀਂ ਬਦਨਾਮ ਕਰਦੇ ਹੋ। ਇਹ ਤਾਂ ਦਿੱਲੀ ਦੇ ਹਰ ਘਰ ਤੇ ਹੋਣਾ ਚਾਹੀਦਾ। ਉਸ ਰਹਿਬਰ ਨੇ, ਉਸ ਗੁਰੂ ਨੇ ਕੁਰਬਾਨੀ ਦਿੱਤੀ ਤੇ ਉਹ ਜ਼ੁਲਮ ਠੱਲਿਆ। ਜਦੋਂ ਔਰੰਗਜ਼ੇਬ ਰੋਜ਼ ਸਵਾ ਮਣ ਜਨੇਊ ਲਾਉਂਦਾ ਹੁੰਦਾ ਸੀ, ਇਹ ਭੁੱਲ ਗਏ ਗੱਲਾਂ? ਸੈਂਸ ਆਫ ਹਿਸਟਰੀ ਖਤਮ ਹੋ ਗਈ। ਸੋ ਮੈਂ ਜਿਹੜੀ ਗੱਲ ਕਹਿਣੀ ਚਾਹ ਰਿਹਾ, ਇਹਨੂੰ ਬਦਨਾਮ ਕੀਤਾ ਗਿਆ, ਇਸ ਪੂਰੀ ਗੱਲ ਨੂੰ ਇਹਨੂੰ ਸਰਕਾਰ ਨੇ ਬਦਨਾਮ ਕੀਤਾ ਤੇ ਸਾਡੇ ਲੋਕਾਂ ਨੇ ਜਾਣ ਕੇ ਉਹਦੇ 'ਚ ਹਿੱਸਾ ਪਾਇਆ ਤੇ ਇੱਕ ਬੰਦੇ ਦੇ ਸਿਰ ਤੇ ਸਾਰੀ ਗੱਲ ਮੜੀ ਗਈ, ਉਹ ਦੀਪ ਸਿੱਧੂ ਆ। ਦੀਪ ਸਿੱਧੂ ਨੂੰ ਜਾਣ ਕੇ ਬਦਨਾਮ ਕੀਤਾ ਗਿਆ, ਕਿਉਂਕਿ ਦੀਪ ਸਿੱਧੂ ਤੋਂ ਸਰਕਾਰ ਤਾਂ ਇਸ ਗੱਲ ਤੇ ਡਰਦੀ ਸੀ ਵੀ ਇਹ ਬੰਦੇ ਕੋਲੇ ਇੰਟੈਲੈਕਟ ਆ, ਇਹਦੇ ਕੋਲੇ ਆਈਡੀਆਜ਼ ਆ, ਇਹ ਮੋਬਿਲਾਈਜ਼ ਕਰ ਸਕਦਾ, ਇਹਦੇ ਕੋਲੇ ਜਰਮਸ ਆ, ਇਹ ਜਰਮਸ ਇਹ ਕੁਝ ਖੜਾ ਕਰ ਸਕਦਾ। ਪਰ ਸ਼ੰਕਿਤ ਇਹ ਵੀ ਚੀਜ਼ਾਂ ਉਹਨਾਂ ਦੇ ਮਨ 'ਚ ਇਹ ਚੀਜ਼ਾਂ ਵੀ ਤਾਂ ਪੈਦਾ ਹੋਣ ਕਰ ਰਹੀਆਂ ਵੀ ਕੋਈ ਵੀ ਜਿੰਨੇ ਵੀ ਨੌਜਵਾਨ ਪੁਲਿਸ ਨੇ ਫੜੇ ਕ੍ਰਿਮੀਨਲ ਨਹੀਂ ਸੀ, ਕੋਈ ਵੀ ਨਹੀਂ ਸੀ, ਕੋਈ ਨਹੀਂ ਸੀ। ਹਾਂ, ਤੇ ਕ੍ਰਿਮੀਨਲ ਕੌਣ ਸੀ? ਉਹਨਾਂ ਨੂੰ ਕਿਉਂ ਫਿਰ ਇੰਨਾ ਜ਼ਿਆਦਾ ਕੁੱਟਿਆ ਮਾਰਿਆ? ਦੀਪ ਸਿੱਧੂ ਨੂੰ ਕਿਉਂ ਡਰਦੇ ਆ? ਨਹੀਂ, ਕਿਸੇ ਨੂੰ ਨਹੀਂ ਕੁੱਟਿਆ। ਬਹੁਤ ਕਹਿੰਦੇ ਆ ਜਦੋਂ ਬਾਹਰ ਹੁੰਦੇ ਆ ਜੀ, ਜੇਲ੍ਹ ਤੋਂ ਜ਼ਮਾਨਤ ਹੁੰਦੀ ਹੈ ਜੀ। ਭਾਈ ਮੇਰੇ ਨਾਲ ਹੀ ਸੀ ਸਾਰੇ ਬੰਦੇ, ਇਹ ਜਿਹੜੇ ਇਕਬਾਲ ਮੇਰੇ ਨਾਲ ਸੀ, ਇੱਕ ਉਹ ਹਰਿੰਦਰ ਖਾਲਸਾ ਕਿ ਕਿਹੜਾ ਸੀ, ਉਹ ਮੇਰੇ ਨਾਲ ਸੀ, ਜਿਹੜੇ ਬੰਦੇ ਨੇ ਉੱਥੇ ਗੱਤਕਾ ਖੇਡਿਆ। ਠੀਕ ਆ। ਨਹੀਂ ਬਾਅਦ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਨੇ ਹੱਥ 'ਚ ਨਿਸ਼ਾਨ ਸਾਹਿਬ ਫੜੇ ਸੀ, ਜਾਂ ਤਿਰੰਗੇ ਵਾਲੇ ਵੀ ਪਿੰਡ ਘਨੌਲੀ ਤੋਂ ਰੋਪੜ ਦਾ ਹੀ ਪਿੰਡ ਹੈ, ਉੱਥੋਂ ਮੁੰਡਾ ਧਰਮਿੰਦਰ, ਬਾਅਦ ਵਿੱਚ ਉਹਨਾਂ ਨੇ ਦੱਸਿਆ ਵੀ ਸਾਨੂੰ ਤਾਂ ਬਹੁਤ ਕੁੱਟਿਆ ਜੀ। ਜਿਹੜੇ ਮੇਰੇ ਨਾਲ ਸੀ ਬੰਦੇ, ਦੇਖੋ ਮੈਨੂੰ ਉਹਨਾਂ ਦਾ ਨਹੀਂ ਪਤਾ, ਪਰ ਜਿਹੜੇ ਮੇਰੇ ਨਾਲ ਮੈਡੀਕਲ ਕਰਾਉਣ ਅਸੀਂ ਰੋਜ਼ ਜਾਂਦੇ ਸੀ ਇਕੱਠੇ, 3 ਬੰਦੇ ਮੇਰੇ ਨਾਲ ਵੱਖਰੇ ਸੈੱਲ 'ਚ ਸੀ ਹਨਾ, ਉਸੇ ਇੰਟਰੋਗੇਸ਼ਨ ਸੈਂਟਰ 'ਚ ਜਿਹਦੇ 'ਚ ਮੈਂ ਸੀ। ਬਾਬਾ ਸੁਖਦੇਵ ਸਿੰਘ ਜੇਲ੍ਹ 'ਚ ਪੂਰਾ ਟਾਈਮ ਮੇਰੇ ਨਾਲ ਸੀ, ਕਿਸੇ ਦੇ ਇੱਕ ਡੰਡਾ ਵੀ ਨਹੀਂ ਮਾਰਿਆ। ਦੇਖੋ ਜਿਹੜੀ ਗੱਲ ਸੱਚੀ ਨਹੀਂ ਆ ਉਹ ਸੱਚੀ ਨਹੀਂ ਆ। ਨਹੀਂ ਕਿਉਂਕਿ ਹੁਣ ਜਦੋਂ ਤੱਕ ਤੁਸੀਂ ਗੱਲ ਕਰਦੇ ਸੀ ਮੋਰਚੇ ਦੇ ਵਿੱਚ ਸੀਗੇ, ਉਦੋਂ ਤੱਕ ਤੁਸੀਂ ਬੇਸ਼ੱਕ ਕਿਸਾਨ ਆਗੂ ਤੁਹਾਡੇ ਖਿਲਾਫ ਬੋਲਦੇ ਸੀ, ਤੁਸੀਂ ਇੱਕ ਗੱਲ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਬੋਲੀ ਜਾਣ ਦਿਓ, ਆਪਾਂ ਕਿਸਾਨ ਆਗੂਆਂ ਦਾ ਵੀ ਸਾਥ ਦੇਣਾ, ਆਪਾਂ ਮੋਰਚੇ ਦੇ ਅੱਜ ਵੀ ਉਹੀ ਕਹਿੰਦੇ ਹੋ। ਬਿਲਕੁਲ। ਪਰ ਫਿਰ ਉਹ ਹੁਣ ਵੀ ਖਿਲਾਫ ਨੇ, ਤਾਂ ਉਹ ਕਿਉਂ ਖਿਲਾਫ ਨੇ? ਉਹਨਾਂ ਨੇ ਤਾਂ ਤੁਹਾਤੋਂ ਕੋਈ ਲਾਹਾ ਨਹੀਂ ਲੈਣਾ, ਜਾਂ ਉਹਨਾਂ ਦਾ ਕੀ ਨੁਕਸਾਨ ਹੋਣਾ ਬਈ ਉਹ ਤੁਹਾਡੇ ਪੱਖ 'ਚ ਨਹੀਂ ਹੋ ਰਹੇ ਨੇ? ਬਾਈ ਉਹੀ ਗੱਲ ਆ, ਪਤਾ ਕੀ ਆ, ਇਹਨਾਂ ਕਿਸਾਨ ਜਿਹੜੇ ਸਾਡੇ ਆਗੂ ਆ, ਸਾਡੇ ਲੀਡਰ ਆ, ਦੇਖੋ ਮੇਰੇ ਤਾਂ ਉਹ ਸੀਨੀਅਰ ਆ, ਸਾਡੇ ਬਜ਼ੁਰਗ ਆ, ਉਹਨਾਂ ਦੀ ਮੈਂ ਇੱਜ਼ਤ ਕਰਦਾ। ਹੁਣ ਤੁਸੀਂ ਮੇਰੇ ਉਦੋਂ ਲਾਲ ਕਿਲੇ ਤੇ ਜਿਹੜੀ ਸਪੀਚ ਆ ਉਹ ਵੀ ਕੱਢ ਲਓ, ਉਹਦੇ 'ਚ ਮੈਂ ਇਹੀ ਕਿਹਾ ਹੋਇਆ, ਉਹ ਸਾਡੇ ਬਜ਼ੁਰਗ ਆ, ਅਸੀਂ ਉਹਨਾਂ ਦੀ ਅਗਵਾਈ 'ਚ ਹਨਾ। ਤੇ ਹਮੇਸ਼ਾ ਹੀ ਮੈਂ ਇੱਜ਼ਤ ਦਿੱਤੀ ਆ ਜਦੋਂ ਵੀ ਆਪਾਂ ਕਿਸੇ ਪਲੇਟਫਾਰਮ ਤੇ ਗਏ ਆ, ਤੇ ਅੱਜ ਵੀ ਮੈਂ ਉਹੀ ਕਹਿਣਾ। ਪਰ ਉਹ ਕਿਉਂ ਖਿਲਾਫ ਆ, ਇਹਦੀ ਜੋ ਮੈਂ ਗੱਲ ਸਮਝ ਸਕਦਾ, ਦੀਪ ਸਿੱਧੂ ਇੱਕ ਐਂਟਰਟੇਨਮੈਂਟ ਦਾ, ਫਿਲਮ ਇੰਡਸਟਰੀ ਦਾ ਬੰਦਾ, ਉਹਦਾ ਇੱਕ ਆਪਦਾ ਸਪੋਰਟ ਬੇਸ ਆ ਉੱਥੇ। ਉਸ ਸਪੋਰਟ ਬੇਸ ਨੇ ਉਹਨੂੰ, ਜਦੋਂ ਉਹ ਆਪਦੀ ਹੋਂਦ ਦੀ ਲੜਾਈ 'ਚ ਆਇਆ, ਉੱਥੇ ਵੀ ਉਹਨੂੰ ਸਾਥ ਦਿੱਤਾ। ਨਾਲ ਨਾਲ ਹੋਰ ਵੀ ਲੋਕ ਜੁੜੇ, ਪੰਜਾਬ ਦੇ ਲੋਕ ਜੁੜੇ, ਬਾਹਰੋਂ ਲੋਕ ਜੁੜੇ। ਦੀਪ ਸਿੱਧੂ ਇੱਕ ਮੀਡੀਆ ਫੇਸ ਬਣ ਗਿਆ,
ਦੀਪ ਸਿੱਧੂ ਇੱਕ ਉਹ ਫੇਸ ਬਣ ਗਿਆ ਜਿਹੜਾ ਨੈਸ਼ਨਲੀ ਵੀ, ਜੇ NDTV ਨੇ ਗੱਲ ਕਰਨੀ ਹੋਵੇ, ਰਾਜਦੀਪ ਸਰਦੇਸਾਈ ਨੇ ਕਰਨੀ ਹੋਵੇ, ਬਰਖਾ ਦੱਤ ਨੇ ਕਰਨੀ ਹੋਵੇ, ਠੀਕ ਆ, ਜਾਂ ਹੋਰ ਜਿਹੜੇ ਉੱਥੇ ਸੀਨੀਅਰ ਜਰਨਲਿਸਟ ਆ ਉਹਨਾਂ ਨੇ ਕਰਨੀ ਹੋਵੇ ਤਾਂ ਦੀਪ ਸਿੱਧੂ ਨੂੰ ਉਹ ਲੈਂਦੇ ਸੀ। ਟਾਈਮਜ਼ ਨਾਓ ਵਾਲਿਆਂ ਨੇ ਕਰਨੀ ਹੋਵੇ ਤਾਂ ਦੀਪ ਸਿੱਧੂ ਨੂੰ ਬਿਠਾ ਲੈਂਦੇ ਆ। ਇਹ ਵਿਵਾਦ ਪੰਥਕ ਸੋਚ ਜਾਂ ਕਾਮਰੇਡ ਸੋਚ ਦਾ ਤਾਂ ਨਹੀਂ ਹੈ ਨਾਲ? ਨਹੀਂ ਹੈ, ਦੇਖੋ ਆਈਡੀਓਲੋਜੀਜ਼ ਦਾ ਡਿਫਰੈਂਸ ਤਾਂ ਹੈ, ਪਰ ਇਹਦੇ ਚ ਮੇਨ ਜਿਹੜੀ ਗੱਲ ਤੁਸੀਂ ਇਹ ਸੋਚੋ, ਤੁਸੀਂ ਇੱਕ ਕੰਪੀਟੀਸ਼ਨ ਕਰ ਰਹੇ ਹੁੰਦੇ ਹੋ ਆਪਦੇ ਬੰਦਿਆਂ ਨਾਲ, ਕੌਣ ਅੱਗੇ ਨਿਕਲਦਾ, ਕੌਣ ਜ਼ਿਆਦਾ ਚਮਕਦਾ, ਇੱਕ ਹਿਊਮਨ ਟੈਂਡੈਂਸੀ ਆ। ਉੱਥੇ ਇਨਸਿਕਿਉਰਿਟੀ ਪੈਦਾ ਹੋਣੀ ਲਾਜ਼ਮੀ ਆ। ਉਹ ਇਨਸਿਕਿਉਰਿਟੀ ਨੇ ਉਹਨਾਂ ਨੂੰ ਆਪਦੀ ਇਹ ਲੱਗਿਆ ਵੀ ਇਹਦੀਆਂ ਪੋਲੀਟੀਕਲ ਐਂਬੀਸ਼ਨਸ ਲੱਗਦੀਆਂ ਸਾਨੂੰ, ਨਹੀਂ ਤਾਂ ਬਾਕੀ ਵੀ ਤਾਂ ਆਉਂਦੇ ਆ। ਉਹ ਤਾਂ ਇੱਕ ਦਿਨ ਆ ਕੇ ਬਾਕੀ ਜਿਹੜੇ ਸਾਡੇ ਕਲਾਕਾਰ ਆਉਂਦੇ ਆ ਲੰਗਰ ਦੀ ਸੇਵਾ ਕਰਕੇ ਉੱਥੇ ਮਾੜਾ ਮੋਟਾ ਬੋਲ ਕੇ ਮੁੜ ਜਾਂਦੇ ਆ। ਇਹ ਤਾਂ ਯਾਰ 6 ਮਹੀਨਿਆਂ ਤੋਂ ਇਹਦੇ ਅੰਦਰ ਆ। ਹੁਣ ਦੀਪ ਸਿੱਧੂ ਜਜ਼ਬਾਤੀ ਤੌਰ ਤੇ ਵੀ ਇਹਦਾ ਪਾਰਟ ਸੀ ਕਿਸਾਨ ਅੰਦੋਲਨ ਦਾ, ਤੇ ਹੁਣ ਵੀ ਆ। ਇੰਟੈਲੈਕਚੁਅਲੀ ਵੀ ਦੇਖੋ, ਇਕੱਲੇ ਜਜ਼ਬਾਤੀ ਜੇ ਆਪਾਂ ਹੋਈਏ ਨਾ ਤਾਂ ਆਪਾਂ ਥੋੜੀ ਦੇਰ ਤੋਂ ਬਾਅਦ ਆਪਾਂ ਕਹਿੰਦੇ ਆ ਵੀ ਚਲੋ ਯਾਰ ਹੁਣ ਆਪਦਾ ਕੰਮ ਕਰਦੇ ਆ, ਪਰ ਨਾਲ ਇੰਟੈਲੈਕਚੁਅਲੀ ਵੀ, ਕਿਉਂਕਿ ਸਾਡੇ ਪੰਜਾਬ, ਅਸੀਂ ਜਦੋਂ ਹੋਂਦ ਦੀ ਲੜਾਈ ਕਹਿੰਦੇ ਆ, ਸਾਡੇ ਕਲਚਰਲ ਇੰਸਟੀਟਿਊਸ਼ਨਸ, ਸਾਡੇ ਰਿਲੀਜੀਅਸ ਇੰਸਟੀਟਿਊਸ਼ਨਸ, ਸਾਡੇ ਫੈਮਿਲੀ ਇੰਸਟੀਟਿਊਸ਼ਨਸ, ਸਾਡੀ ਸਿਵਲ ਸੁਸਾਇਟੀ, ਸਭ ਕੁਝ ਖਤਮ ਕਰ ਦੇਣਗੀਆਂ ਇਹ ਜਿਹੜੀਆਂ ਕਾਰਪੋਰੇਟ ਪਾਲਿਸੀਜ਼ ਆ। ਕਿਉਂਕਿ ਕਾਰਪੋਰੇਟ ਪਾਲਿਸੀਜ਼ ਆ ਜਿਹੜੀਆਂ ਉਹ ਕੈਪੀਟਲਿਜ਼ਮ ਦੇ ਆਧਾਰ ਤੇ ਬਣ ਰਹੀਆਂ, ਤਾਂ ਇਸ ਕਰਕੇ ਸਾਡੀ ਹੋਂਦ ਦੀ ਲੜਾਈ ਬਣੀ ਖੜੀ ਆ। ਦੀਪ ਸਿੱਧੂ ਨੇ ਇੰਟੈਲੈਕਚੁਅਲੀ ਐਂਡ ਜਜ਼ਬਾਤੀ ਤੌਰ ਤੇ ਦੋਨਾਂ ਪੱਖਾਂ ਤੋਂ ਸਾਥ ਦਿੱਤਾ। ਉਹਨਾਂ ਨੂੰ ਆਪਦੀ ਸਪੇਸ ਥ੍ਰੈਟਨਡ ਹੋਈ ਲੱਗੀ। ਫਿਰ ਜਦੋਂ ਤੁਸੀਂ ਉਹਨਾਂ ਦੀ ਇੱਕ ਆਈਡੀਓਲੋਜੀ ਦੇ ਆਈਡੀਏ 'ਚ ਫਿੱਟ ਨਹੀਂ ਬਹਿੰਦੇ ਤਾਂ ਉਹਨਾਂ ਨੇ ਤੁਹਾਨੂੰ ਫਿਰ ਪ੍ਰੋ ਸਟੇਟ ਕਹਿਣਾ ਹੁੰਦਾ। ਇਹ ਆਮ ਤੌਰ ਤੇ ਗੱਲ ਜਿਹੜੀ ਮੈਂ ਸਪੈਸ਼ਲੀ ਜਿਹੜੇ ਸਾਡੇ ਲੈਫਟ ਜਥੇਬੰਦੀਆਂ ਉਹਨਾਂ ਦੀ ਹੁਣ ਮੈਂ ਇਹ ਗੱਲ ਸਟੱਡੀ ਕਰਕੇ ਇਹ ਗੱਲ ਸਮਝੀ ਆ। ਹੁਣ ਪ੍ਰੋ ਸਟੇਟ ਵੀ ਇਹ ਤਾਂ ਸਰਕਾਰ ਦਾ ਬੰਦਾ, ਪਰ ਸਾਨੂੰ ਨਹੀਂ ਐਂ ਕਰਨਾ ਚਾਹੀਦਾ। ਮੈਂ ਅੱਜ ਵੀ ਕਹਿਣਾ, ਅਸੀਂ ਨਾ ਤਾਂ ਪੰਥਕ ਸੋਚ ਤੇ ਕਾਮਰੇਡ ਸੋਚ ਦੇ ਇਸ ਕੌਨਫਲਿਕਟ ਦੇ ਵਿੱਚ ਗਏ ਸੀ, ਸਾਨੂੰ ਕੋਈ ਨਵੇਂ ਕੌਨਫਲਿਕਟ ਉੱਥੋਂ ਨਹੀਂ ਖੜੇ ਕਰਨੇ ਚਾਹੀਦੇ, ਸਾਨੂੰ ਰਲ ਕੇ ਚੱਲਣਾ ਚਾਹੀਦਾ। ਦੀਪ ਸਿੱਧੂ ਅੱਜ ਵੀ ਉਹਨਾਂ ਦਾ ਸੋਲਜਰ ਆ, ਪਹਿਲਾਂ ਵੀ ਉਹਨਾਂ ਦਾ ਹੀ ਸੋਲਜਰ ਸੀ। ਹੁਣ ਮੈਂ ਫਿਰ ਉਹਨਾਂ ਨੂੰ ਨਿਮਰਤਾ ਸਹਿਤ ਇਹ ਗੱਲ, ਜੇ ਤੁਸੀਂ ਉਹਨਾਂ ਦੇ ਸੋਲਜਰ ਸੀ ਤਾਂ ਉਹਨਾਂ ਨੇ 25 ਨੂੰ ਜਾਂ 24 ਨੂੰ ਹੀ ਆਪਣਾ ਮੈਪ ਚੇਂਜ ਕਰ ਦਿੰਦੇ ਆ, ਫਿਰ ਤੁਸੀਂ ਉਹਨਾਂ ਦੇ ਮੈਪ ਦੇ ਉੱਤੇ ਕਿਉਂ ਨਹੀਂ ਜਾਂਦੇ? ਫਿਰ ਆਪਣਾ ਸਿਰਫ ਇੱਕ ਜਥੇਬੰਦੀ ਦੀ ਕਾਲ ਦੇ ਨਾਲ ਤੁਸੀਂ ਤਾਂ ਉਹ ਵੀ ਲਾਲ ਕਿਲੇ ਤੇ ਤੁਸੀਂ ਵੀ ਲਾਲ ਕਿਲੇ ਤੇ। ਨਹੀਂ ਭਾਈ, ਉਹੀ ਸੀ ਨਾ। ਦੇਖੋ ਮੈਪ ਤੇ ਜਦੋਂ ਮੈਂ 11:45 ਵਜੇ ਉੱਠਿਆ 26 ਤਰੀਕ ਸਵੇਰੇ, 7:30 ਸਵੇਰੇ ਸੁੱਤਾ ਸੀ, ਉਹ ਪੂਰੀ ਰਾਤ ਤਾਂ ਸੁੱਤੇ ਨਹੀਂ ਉੱਥੇ ਜੋ 25 ਨੂੰ ਸਾਰਾ ਕੁਝ ਹੋਇਆ, 25 ਨੂੰ ਰਾਤ ਨੂੰ, ਹਨਾ। ਫਿਰ 12:15 12:30 ਮੈਂ ਮੂਰਥਲ ਤੋਂ ਨਿਕਲਿਆ। ਮੂਰਥਲ ਤੋਂ ਨਿਕਲ ਕੇ ਮੈਂ 2 ਵਜੇ ਪਹੁੰਚਿਆ। ਜਦੋਂ 11:30 ਤੱਕ ਲੋਕ ਉੱਥੇ ਪਹੁੰਚ ਚੁੱਕੇ ਸੀ ਲਾਲ ਕਿਲੇ, ਤੁਸੀਂ ਵੀਡੀਓਜ਼ ਦੇਖ ਲਓ, ਉਦੋਂ ਤੱਕ ਬੈਰੀਕੇਡਿੰਗ ਪਹੁੰਚਣਾ ਬਾਈ ਫਿਰ ਜ਼ਰੂਰੀ ਸੀ। ਦੇਖੋ ਜ਼ਰੂਰੀ ਸੀ, ਬਹੁਤ ਜ਼ਰੂਰੀ ਸੀ ਬਾਈ। ਕਿਉਂ ਜਦੋਂ ਤੁਸੀਂ ਮੋਰਚੇ ਚੋਂ, ਐਜੀਟੇਸ਼ਨ ਚੋਂ, ਲੋਕਾਂ ਦੇ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਆ ਉੱਥੇ। ਜਦੋਂ ਮੈਂ ਨਾਲੇ ਕਹਿੰਦੇ ਮੈਂ ਕਿਸਾਨ ਆਗੂਆਂ ਦੀ ਰਿਸਪੈਕਟ, ਮੈਂ ਉਹਨਾਂ ਦੇ ਨਾਲ ਆ, ਤੇ ਜੇ ਤੁਸੀਂ ਕਿਸਾਨ ਆਗੂਆਂ ਦੇ ਨਾਲ ਹੋ ਤਾਂ ਫਿਰ ਲਾਲ ਕਿਲੇ ਤੇ ਆਗੂ ਤਾਂ ਕਹਿੰਦੇ ਅਸੀਂ ਇੱਥੇ ਖੜੇ ਸੀ। ਨਹੀਂ, ਲਾਗੂਆਂ ਨੇ, ਪੰਧੇਰ ਸਾਹਿਬ ਨੇ ਤੇ ਮਨਜੀਤ ਰਾਏ ਨੇ ਇਹ ਕਾਲ ਦਿੱਤੀ ਲਾਲ ਕਿਲੇ ਪਹੁੰਚੋ। ਤੁਹਾਨੂੰ ਕੀਤੀ ਕਾਲ ਕਿਸੇ ਨੇ? ਪਬਲਿਕਲੀ ਉਹ ਇੰਟਰਵਿਊ ਦੇਖ ਕੇ ਤਾਂ ਉਹ ਪੰਧੇਰ ਦੀ ਦੇਖੀ ਆ। ਹਾਂ, ਔਰ ਮਨਜੀਤ ਰਾਏ ਦੀ ਵੀ, ਮਨਜੀਤ ਰਾਏ ਦੀ ਮੱਕੜਬਾਈ ਨਹੀਂ ਉੱਥੇ, ਕਿਉਂਕਿ ਲੋਕਾਂ 'ਚ ਆਪ ਤੇ ਲੀਡਰਾਂ 'ਚ ਉੱਥੇ ਆਪਸ 'ਚ ਕੌਨਫਲਿਕਟ ਹੋ ਗਿਆ, ਉਹ ਲੜ ਪਏ ਆਪਸ 'ਚ। ਫਿਰ ਉਸ ਤੋਂ ਬਾਅਦ ਲੀਡਰ ਇਹ ਗੱਲ ਮੰਨੇ ਵੀ ਲਾਲ ਕਿਲੇ ਚੱਲੋ, ਹਨਾ, ਆਪਾਂ ਪੀਸ। ਇਹਨਾਂ ਨੇ ਇਹ ਵੀ ਗੱਲ ਕਹੀ, ਦੇਖੋ ਲੀਡਰ ਨੇ, ਪੰਧੇਰ ਸਾਹਿਬ ਨੇ ਬੜੀ ਇੰਪੋਰਟੈਂਟ ਗੱਲ ਕਹੀ ਵੀ ਆ ਪੀਸਫੁਲੀ ਆਰਾਮ ਨਾਲ ਉੱਥੇ ਲਾਲ ਕਿਲਾ ਜਾ ਕੇ ਬੈਠੋ। ਕੋਈ ਵੀ ਨਹੀਂ ਚਾਹੁੰਦਾ ਸੀ ਵਾਇਲੈਂਸ ਹੋਵੇ, ਵਾਇਲੈਂਸ ਉੱਥੇ ਹੋਈ। ਉਹਦਾ ਰੀਜ਼ਨ ਕੀ ਸੀ ਇਹ ਤਾਂ ਮੈਂ ਮੌਜੂਦ ਨਹੀਂ ਸੀ ਜਦੋਂ ਉੱਥੇ ਵਾਇਲੈਂਸ ਹੋਈ ਜਾਂ ਕੁੱਟਮਾਰ ਹੋਈ ਹੈ ਜਾਂ ਪੁਲਿਸ ਨਾਲ ਕੀਤੀ ਆ, ਕਿਉਂਕਿ ਮੈਂ ਨਹੀਂ ਹੋਣ ਦੇਣੀ ਸੀ। ਜਦੋਂ ਮੈਂ ਕਿਹਾ ਪੁਲਿਸ ਦੀ ਹੈਲਪ ਕੀਤੀ ਆ, ਉਹ ਮੈਂ ਤੁਹਾਨੂੰ ਦੱਸਦਾ। ਵਾਇਲੈਂਸ ਹੋ ਕੇ ਹਟ ਗਈ ਸੀ ਜਾਂ ਹੋ ਰਹੀ ਸੀ? ਨਹੀਂ, ਮੈਂ ਤਾਂ ਨਿਕਲ ਗਿਆ ਸੀ, ਉਸ ਤੋਂ ਬਾਅਦ ਵਾਇਲੈਂਸ ਹੋਈ ਆ, ਹਨਾ। ਪਰ ਬਾਕੀ ਤਾਂ ਲਾਈਵ ਹੁੰਦੇ ਨਹੀਂ, ਤੁਸੀਂ ਲਾਈਵ ਕਿਉਂ ਹੋ ਜਾਂਦੇ ਹੋ? ਨਹੀਂ ਭਾਈ, ਬਹੁਤ ਲੋਕ ਲਾਈਵ ਹੋਏ ਆ, ਬਹੁਤ ਲੋਕਾਂ ਨੇ ਪੋਸਟ ਹੋਏ ਆ, ਪਰ ਤੁਸੀਂ ਇੱਕ ਚਿਹਰਾ ਸੀ ਨਾ ਆਗੂਆਂ ਦੀ ਤਰ੍ਹਾਂ, ਤੁਹਾਨੂੰ ਇੱਕ ਆਗੂ ਦੇ ਤੌਰ ਤੇ ਦੇਖਦੇ। ਐਬਸੋਲੂਟਲੀ, ਇਹੀ ਗੱਲ ਮੈਂ ਤੁਹਾਨੂੰ ਦੱਸਦਾ ਭਾਈ। ਉਹ ਜਦੋਂ ਉੱਥੇ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਲੱਗਿਆ ਨਾ, ਉੱਥੋਂ ਦਾ ਮਾਹੌਲ ਤੇ ਉੱਥੋਂ ਦਾ ਜਾਹੋ ਜਲਾਲ ਹੀ ਕੁਝ ਵੱਖਰਾ ਸੀ। ਉਹ ਇੱਕ ਇਤਿਹਾਸਿਕ ਪਲ ਸੀ ਵੀ ਅਸੀਂ ਕਿੱਥੋਂ ਤੱਕ ਜਾ ਕੇ। ਇੱਕ ਮੈਂ ਤੁਹਾਨੂੰ ਗੱਲ ਦੱਸਦਾ, ਜਿੱਥੇ ਭਗਤ ਸਿੰਘ ਨੇ ਤੇ ਰਾਜਗੁਰੂ ਸੁਖਦੇਵ ਨੇ ਅਸੈਂਬਲੀ 'ਚ ਬੰਬ ਸਿੱਟੇ ਆ, ਹਨਾ, ਕਿਉਂ ਕੀਤਾ ਉਹ? ਆਪਾਂ ਹਿਸਟਰੀ ਦੀ ਗੱਲ ਕਰਦੇ ਹਾਂ, ਹਿਸਟਰੀ ਦੇ ਨਾਲ ਰੈਲੇਵੈਂਸ
ਚੀਜ਼ਾਂ ਦੀ ਗੱਲ ਕਰਦੇ ਇੱਕ ਰੋਸ ਦੇ ਲਈ ਕੀਤਾ। ਰੋਸ ਲਈ ਕੀਤਾ, ਸਿੰਬੋਲਿਕਲੀ ਕੀਤਾ, ਬੰਦੇ ਤਾਂ ਨਹੀਂ ਮਾਰੇ। ਅਸੀਂ ਕੀ ਕੀਤਾ? ਰੋਸ ਹੀ ਸੀ ਨਾ ਸਾਡਾ। ਪ੍ਰੋਟੈਸਟ ਕੀ ਹੈ? ਰੋਸ ਹੀ ਹੈ ਨਾ। ਰੋਸ 'ਚ ਸਾਡੀ ਇੰਟਰਨੈਸ਼ਨਲ ਲੈਵਲ ਤੇ ਜੇ ਆਵਾਜ਼ ਗਈ ਆ, ਸਾਡਾ ਉਹ ਰੋਸ ਹੀ ਸੀ ਵੀ ਅਸੀਂ ਆਪਦੇ ਝੰਡੇ ਉੱਥੇ ਦਰਜ ਕਰਾ ਗਏ ਵੀ ਇਸ ਕੰਟਰੀ 'ਚ ਜਿੱਥੇ ਇੰਨੀ ਡਾਈਵਰਸਿਟੀ ਹੈ, ਇੰਨੀ ਵੱਡੀ ਵਿਆਪਕਤਾ, ਉੱਥੇ ਤੁਸੀਂ ਸੈਂਟਰਲ ਪਾਲਿਸੀਜ਼ ਨਾ ਬਣਾਓ, ਹੈ ਨਾ। ਤੇ ਡਾਈਵਰਸਿਟੀ ਦੀ ਮੇਨ ਐਗਜ਼ਾਮਪਲ ਤੁਹਾਡੇ ਸਾਹਮਣੇ ਆ, ਕਿਸਾਨੀ ਦਾ ਝੰਡਾ, ਨਿਸ਼ਾਨ ਸਾਹਿਬ, ਤਿਰੰਗਾ ਤੇ ਬਾਕੀ ਵੀ ਹੋਰ। ਮੈਂ ਇਹ ਵੀ ਨਹੀਂ ਕਹਿੰਦਾ ਅਸੀਂ ਬਾਕੀ ਕਿਸੇ ਨੂੰ ਨੇਗੇਟ ਕਰੀਏ, ਨਹੀਂ, ਕਿਸੇ ਨੂੰ ਨਾ ਨੇਗੇਟ ਕਰੀਏ, ਹੈ ਨਾ, ਕਿਉਂਕਿ ਹਰ ਤਰ੍ਹਾਂ ਦੀ ਵਿਆਪਕਤਾ, ਹਰ ਤਰ੍ਹਾਂ ਦੀ ਡਾਈਵਰਸਿਟੀ, ਹਰ ਤਰ੍ਹਾਂ ਦਾ ਡਾਈਵਰਸ ਕਲਚਰ, ਬਾਇਓਡਾਈਵਰਸਿਟੀ ਬਹੁਤ ਜ਼ਰੂਰੀ ਆ ਤੇ ਇਹੀ ਬਿਊਟੀ ਆ ਨੇਚਰ ਦੀ। ਹੁਣ ਆਪਾਂ ਉੱਥੇ ਗਏ, ਕੀਤਾ ਕਿ ਕੁਛ ਗਲਤ ਨਹੀਂ ਕੀਤਾ ਸੀ, ਐਕਸੈਪਟ ਉੱਥੇ ਵਾਇਲੈਂਸ ਨਹੀਂ ਹੋਣੀ ਚਾਹੀਦੀ ਸੀ। ਉਹਦੇ ਲਈ ਕਿਸੇ ਲੀਡਰ ਨੂੰ ਪਹੁੰਚਣਾ ਚਾਹੀਦਾ ਸੀ। ਮੈਂ ਐਕਸਪੈਕਟ ਕਰ ਰਿਹਾ ਸੀ ਲੀਡਰਸ਼ਿਪ ਉੱਥੇ ਆਊਗੀ, ਕਿਉਂਕਿ ਮੈਨੂੰ ਵੀ ਨਹੀਂ ਪਤਾ ਸੀ ਜਦੋਂ ਮੈਂ ਅੰਦਰ ਵੜਿਆ ਨਾ ਲਾਲ ਕਿਲੇ ਦੇ, ਮੈਨੂੰ ਨਹੀਂ ਪਤਾ ਸੀ ਉੱਥੇ ਕੋਈ ਆਇਆ ਕਿ ਨਹੀਂ ਆਇਆ। ਮੈਨੂੰ ਆਏ ਸੀ ਜਦੋਂ ਉਹਨਾਂ ਨੇ ਕਾਲ ਦਿੱਤੀ ਆ ਹੋਣਗੇ ਉੱਥੇ। ਉਦੋਂ ਬਾਅਦ ਜਦੋਂ ਮੈਂ ਥੱਲੇ ਆ ਕੇ ਟਰੈਕਟਰ ਤੇ ਇੱਕ ਸਪੀਚ ਦਿੱਤੀ ਆ, ਉੱਥੇ ਮੈਂ ਇਹ ਗੱਲ ਕਹੀ, ਜੀ ਤੁਹਾਡੀ ਅਗਵਾਈ 'ਚ ਹੀ ਆਏ ਆ ਨਾ, ਤੁਸੀਂ ਪਲੀਜ਼ ਆ ਕੇ ਪ੍ਰੋਗਰਾਮ ਦਿਓ। ਉਦੋਂ ਬਾਅਦ ਉਹਨਾਂ ਨੇ ਕਿਹਾ ਵਾਪਸ ਆ ਜਾਓ, ਅਸੀਂ ਵਾਪਸ ਤੁਰ ਗਏ। ਪਰ ਬਹੁਤ ਲੋਕਾਂ ਨੇ ਉੱਥੇ ਵੇਟ ਕੀਤੀ। ਵਿਰੋਧ ਉਦੋਂ ਵੀ ਤਾਂ ਵਿਰੋਧ ਇੱਕੋ ਦਮ ਤੇ ਐਵੇਂ ਲੱਗਦਾ ਸੀ ਬਹੁਤ ਵੱਡਾ, ਬਹੁਤ ਜ਼ਿਆਦਾ ਮੋਰਚੇ। ਇਹ ਤਾਂ ਮੰਨਣਾ ਪਊਗਾ 26 ਤੋਂ ਬਾਅਦ ਢਾਹ ਲੱਗੀ ਮੋਰਚੇ ਨੂੰ। ਬਾਈ ਇੱਕੋ ਹੀ ਗੱਲ ਮੈਂ ਤੁਹਾਨੂੰ ਦੱਸਦਾ, 26 ਤੋਂ ਬਾਅਦ ਜਾਂ ਉੱਪਰ ਚੜਿਆ। ਹਾਂਜੀ, ਨਹੀਂ, ਮੋਰਚੇ ਦੀ ਉਸ ਵੇਲੇ ਸਾਡਾ ਅੰਦੋਲਨ ਦੀ ਇੱਕ ਪੀਕ ਸੀ। ਹੁਣ ਇਹਦੇ ਤੇ ਗੱਲ ਵੱਖਰੀ ਕਰਾਂਗੇ ਵੀ ਸਾਨੂੰ ਕਰਨਾ ਕੀ ਚਾਹੀਦਾ ਸੀ, ਸਾਡੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਸੀ, ਉਹ ਵੱਖਰੀ ਗੱਲ ਕਰਾਂਗੇ ਆਪਾਂ। ਪਰ ਸਰਕਾਰ ਨੇ ਆਪ ਬੰਦੇ ਵਿੱਚ ਵਾੜੇ। ਪਹਿਲਾਂ ਦਿੱਲੀ 'ਚ ਤੁਹਾਨੂੰ ਲੱਗਦਾ ਬੰਦੇ ਵੜ ਸਕਦੇ ਸੀ ਜੇ ਸਰਕਾਰ ਚਾਹੁੰਦੀ, ਉਹ ਵੀ 26 ਜਨਵਰੀ ਨੂੰ। ਦਿੱਲੀ ਤਾਂ ਕਿਹੜੇ ਰਾਹ ਤੇ ਸੀਗੇ ਉਹ ਬੰਦੇ, ਕਿਹੜੇ ਰਾਹ ਨੂੰ? ਲਾਲ ਕਿਲੇ ਵੱਲ ਨੂੰ। ਇਹ ਤਾਂ ਹੁਣ ਪਤਾ ਨਹੀਂ ਕਿਹੜੇ ਰਾਹ ਤੋਂ। ਮੈਂ ਤਾਂ ਬੈਰੀਕੇਟਿੰਗ ਤੋੜਨ 'ਚ ਵੀ ਨਹੀਂ ਸੀ, ਮੇਰੇ ਤੋਂ ਪਹਿਲਾਂ ਬੈਰੀਕੇਟਿੰਗ ਹੀ ਟੁੱਟੀ ਪਈ ਸੀ। ਜਿੱਥੋਂ ਦੀ ਮੈਂ ਗਿਆ ਇੱਕ ਵੀ ਬੈਰੀਕੇਡ ਨਹੀਂ ਬਾਈ ਉੱਥੇ, ਫ੍ਰੀ ਫਲੋ ਆਏ ਗਏ ਆ ਜਿਵੇਂ ਨਾਰਮਲ ਰੂਟੀਨ 'ਚ ਦਿੱਲੀ ਜਾਂਦੇ ਆ। ਇੱਕ ਜਗ੍ਹਾ ਬਸ ਇੱਕ ਪੱਥਰ ਰੱਖਿਆ ਹੋਇਆ ਸੀ, ਉੱਥੋਂ ਕੱਲੀ ਗੱਡੀ ਕੱਢੀ ਜਾਂਦੇ ਸੀ, ਉਹ ਫ੍ਰੀ ਫਲੋ। ਤੁਹਾਨੂੰ ਲੱਗਦਾ ਵੀ ਸਰਕਾਰ ਚਾਹੁੰਦੀ ਸੀ ਵੀ ਬੰਦੇ ਆਉਣ ਇੱਥੇ, ਕੁਛ ਨਾ ਕੁਛ ਅਸੀਂ ਪੁਲਿਸ ਨਾਲ ਮਾੜਾ ਮੋਟਾ ਕਰਾਵਾਂਗੇ, ਬਦਨਾਮ ਕਰਾਂਗੇ ਤੇ ਜਾ ਕੇ ਮੁੜ ਕੇ ਮੋਰਚੇ ਨੂੰ ਅਸੀਂ ਕੰਟਰੋਲ ਕਰਾਂਗੇ, ਕਿਸੇ ਵੀ ਢੰਗ 'ਚ ਉਹਨਾਂ ਨੂੰ ਉੱਥੋਂ ਚੁਕਾ ਦਾਂਗੇ। ਉਹਨਾਂ ਹੀ ਸਰਕਾਰ ਦੇ ਉਹਨਾਂ ਬੰਦਿਆਂ 'ਚੋਂ ਹੀ ਤਾਂ ਇੱਕ ਬੰਦਾ ਦੀਪ ਸਿੱਧੂ ਦੱਸਦੇ ਆ ਆਪਣੇ ਆਗੂ। ਉਹੀ ਤਾਂ ਮੈਂ ਤੁਹਾਨੂੰ ਕਹਿਣਾ। ਪਰ ਸਾਡੇ ਵਾਲਿਆਂ ਨੇ 19 ਤੇ 21 ਮਾਰੀ, ਹਨਾ, ਜਾਂ 21 ਤੇ 31 ਮਾਰੀ, ਤੁਸੀਂ ਐਂ ਕਹਿ ਲਓ। ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਆ ਕੇ ਲਾਲ ਕਿਲੇ ਵੜ ਕੇ ਆਹ ਕੰਮ ਕਰ ਜਾ। ਵਿਸ਼ਵਾਸ ਹੁਣ ਤੱਕ ਨਹੀਂ ਹੋ ਰਿਹਾ ਤੁਹਾਡੀਆਂ ਗੱਲਾਂ ਦਾ ਕਾਰਨ ਕੀ ਹੈ ਫਿਰ ਉਹਦਾ? ਵਿਸ਼ਵਾਸ ਕਰਾਈਏ ਕਿਵੇਂ, ਦਵਾਈਏ ਵਿਸ਼ਵਾਸ ਕਿਵੇਂ ਦਵਾਓਗੇ? ਹੁੰਦਾ ਨਹੀਂ ਹੁੰਦਾ, ਜਿਹਨੇ ਨਹੀਂ ਕਰਨਾ ਉਹਨੇ ਨਹੀਂ ਹੁੰਦਾ। ਤੁਸੀਂ ਇਹ ਦੇਖੋ, ਸਿੰਪਲ ਗੱਲ ਆ ਕੇ ਤੁਸੀਂ ਇਹ ਵੀ ਕਿਹਾ ਮੈਂ ਕੱਲੇ ਨੂੰ ਦੇਖ ਲਾਂਗਾ, ਵੀਡੀਓ ਪਾਈ ਤੁਸੀਂ? ਨਹੀਂ, ਉਹ ਤਾਂ ਚਲੋ ਉਸ ਵੇਲੇ ਦੇ ਜਜ਼ਬਾਤ ਸੀ। ਆਈ ਫੋਰਗਿਵ them all। ਮੈਂ ਤੁਹਾਨੂੰ ਇਹ ਗੱਲ ਦੱਸਦਾ, ਮੈਂ ਸਾਰਿਆਂ ਨੂੰ ਇਹਨਾਂ ਨੂੰ ਮਾਫ ਕਰਦਾ। ਇਹ ਵੀ ਗੱਲ ਮੈਂ ਇੱਕ ਕਰਦਾ, ਕੱਲ ਨੂੰ ਉਹ ਕਹਿਣਗੇ ਵੀ ਦੀਪ ਸਿੱਧੂ, ਜਦੋਂ ਅਸੀਂ ਸਵਾਲ ਕਰਾਂਗੇ ਉਹਨਾਂ ਨੇ ਕਹਿਣਾ ਦੀਪ ਸਿੱਧੂ ਮਾਫ ਕਰਨ ਵਾਲਾ ਕੌਣ ਹੁੰਦਾ, ਉਹ ਤਾਂ ਆਪ ਦੋਸ਼ੀ ਹੈ। ਨਹੀਂ, ਦੋਸ਼ੀ ਤਾਂ ਦੇਖੋ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਡਿਸਾਈਡ ਕਰਨਾ, ਹੈ ਨਾ। ਪਰ ਜਿੰਨਾ ਮੈਨੂੰ ਬਦਨਾਮ ਕੀਤਾ ਗਿਆ, ਜਿੰਨਾ ਮੇਰੇ ਤੇ ਤੌਹਮਤਾਂ ਲਾਈਆਂ ਗਈਆਂ, ਮੇਰੇ ਅੰਦਰ ਵੀ ਤਾਂ ਕੋਈ ਇਹਨਾਂ ਦੇ ਪ੍ਰਤੀ ਜਿਹੜੇ ਜਜ਼ਬਾਤ ਸੀ ਜਾਂ ਗੁੱਸਾ ਸੀ, ਉਹਦੇ ਲਈ ਤਾਂ ਮੈਨੂੰ ਮਾਫੀ ਦੇਣੀ ਪਊਗੀ ਨਾ, ਤਾਂ ਹੀ ਉਹ ਮੇਰੇ ਅੰਦਰੋਂ ਵੀ ਤਾਂ ਜਾਊਗਾ ਨਾ। ਔਰ ਅਗਲੀ ਗੱਲ ਮੈਂ ਤੁਹਾਨੂੰ ਦੱਸਦਾ, ਇੱਕ ਸਿੰਪਲ ਐਗਜ਼ਾਮਪਲ ਦਿੰਦਾ। ਗਾਜ਼ੀਪੁਰ ਬਾਰਡਰ ਵੀ ਤਾਂ ਟੁੱਟਿਆ, ਬੈਰੀਕੇਟਿੰਗ ਟੁੱਟੀ, ਟੀਕਰੀ ਵੀ ਤਾਂ ਟੁੱਟੀ, ਰਾਜਸਥਾਨ ਵਾਲੇ ਪਾਸਿਓਂ ਵੀ ਤਾਂ ਟੁੱਟੀ। ਦੀਪ ਸਿੱਧੂ ਤਾਂ ਇਕੱਲਾ ਸਿੰਘੂ ਬੈਠਾ ਸੀ, ਉਹਨਾਂ ਤਿੰਨਾਂ ਨੂੰ ਵੀ ਦੀਪ ਸਿੱਧੂ ਲੈ ਆਇਆ, ਜਿੱਥੇ ਤਾਂ ਮੇਰੀ ਕੋਈ ਪ੍ਰੈਜ਼ੈਂਸ ਵੀ ਨਹੀਂ ਸੀ, ਮੈਂ ਤਾਂ ਕਦੇ ਗਿਆ ਹੀ ਨਹੀਂ। ਟੀਕਰੀ ਗਿਆ ਤਾਂ ਲੋਹੜੀ ਤੇ ਜਾ ਕੇ ਉਹ ਨਿਸ਼ਾਨ ਸਾਹਿਬ ਦੇ ਨਾਲ ਲਾਈਵ ਨਹੀਂ ਨਾ ਹੋਏ ਬ੍ਰਦਰ। ਨਿਸ਼ਾਨ ਸਾਹਿਬ ਦੇ ਨਾਲ ਲਾਈਵ ਹੋਣਾ ਗੁਨਾਹ, ਉਹ ਮੰਨਦੇ ਆ, ਇਹ ਮੰਨਦੇ ਆ। ਤੇ ਪਹਿਲਾਂ ਜਦੋਂ ਬਘੇਲ ਸਿੰਘ ਨੇ 18 ਆਰੀ ਕੀਤਾ, ਉਹ ਗੁਨਾਹ ਕਰ ਗਿਆ ਸੀ। ਸਾਡੇ ਸਰਦਾਰ ਬਘੇਲ ਸਿੰਘ ਨੇ ਕੀਤਾ, ਉਹ ਗੁਨਾਹ ਸੀ। ਕੋਈ ਮੰਨੀ ਜਾਵੇ, ਅਸੀਂ ਆਪਦੇ ਨਿਸ਼ਾਨ ਸਾਹਿਬ ਤੋਂ ਕਿਵੇਂ ਮੁਨਕਰ ਹੋ ਜਾਈਏ ਯਾਰ? ਕਮਾਲ। ਇਹ ਤਾਂ ਗੱਲ ਹੀ ਨਹੀਂ ਮੇਰੇ ਸਮਝ ਆ ਰਹੀ। ਜਿੱਦਣ ਤੁਸੀਂ ਉਹੀ ਗੱਲ ਤਾਂ ਮੈਂ ਕਹੀ, ਇਹ ਕਾਨੂੰਨਾਂ ਨਾਲੋਂ ਵੀ ਉੱਪਰ ਹੈ ਨਿਸ਼ਾਨ ਸਾਹਿਬ। ਬਾਈ ਜੀ, ਕਾਨੂੰਨ ਤਾਂ ਬੰਦੇ ਨੇ ਬਣਾਏ ਆ, ਇਹ ਤਾਂ ਅਕਾਲ ਪੁਰਖ ਦਾ ਨਿਸ਼ਾਨ ਆ। ਇਹ ਤਾਂ ਉਸ ਅਕਾਲ ਪੁਰਖ ਦੇ ਧਰਮ ਦਾ ਤੇ ਸਿਆਸਤ ਦਾ ਨਿਸ਼ਾਨ ਆ, ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ। ਸਾਡਾ ਫੇਥ ਆ ਇਹਦੇ 'ਚ, ਕਿਸੇ ਹੋਰ ਦਾ ਨਹੀਂ ਵੀ ਹੋ ਸਕਦਾ, ਪਰ ਸਾਡਾ ਤਾਂ ਹੈਗਾ ਨਾ।
ਤੇ ਜੇ ਸਾਡਾ ਫੇਥ ਆ ਇਹਦੇ 'ਚ, ਅਸੀਂ ਇਹਦੇ ਨਾਲ ਜੁੜੇ ਹੋਏ ਆ, ਇਹਦੇ ਤੋਂ ਤਾਂ ਨਹੀਂ ਅਸੀਂ ਮੁਨਕਰ ਹੋ ਸਕਦੇ। ਤੇ ਉਹ ਫਿਰ ਰਾਜੇਵਾਲ ਜੀ ਨਾਲ ਸਵਾਲ ਕਰਦੇ ਆ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨਾਲ ਵੀ ਕਰਦੇ ਆ। ਪਰ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਕਰਦਾ, ਉਹ ਆਪਾਂ ਉਹਦੀ ਗੱਲ ਤੇ ਆਉਣੇ ਆ। ਨਾ ਤਾਂ ਅਸੀਂ ਕਿਸੇ ਦਾ ਨਿਰਾਦਰ ਕਰਨ ਗਏ ਸੀ, ਨਾ ਕਿਤੇ ਕਬਜ਼ਾ ਕਰਨ ਗਏ ਸੀ। ਮੈਂ ਇਹ ਗੱਲ ਕਰਦਾ, ਮੈਂ ਤਾਂ ਪਹੁੰਚਿਆ ਹੀ ਬਹੁਤ ਲੇਟ ਸੀ। ਔਰ ਦੂਜੀ ਗੱਲ, ਪੁਲਿਸ ਦੀ ਹੈਲਪ ਕਰਨ ਵਾਲੀ ਆਪਾਂ ਗੱਲ ਕਰਦੇ ਆ। ਪੁਲਿਸ ਵਾਲਿਆਂ ਨੇ ਆਪ ਮੈਨੂੰ ਰਿਕੁਐਸਟ ਕੀਤੀ ਵੀ ਬਾਈ ਆਪਦੇ ਬੰਦਿਆਂ ਨੂੰ ਪਲੀਜ਼ ਥੱਲੇ ਲੈ ਕੇ ਜਾਓ। ਮੈਂ ਬੰਦਿਆਂ ਦੇ ਹੱਥ ਜੋੜੇ ਆ ਬਾਈ, ਬੰਦਿਆਂ ਨੂੰ ਕਿਹਾ ਬਾਈ ਆਪਾਂ ਇੱਥੇ ਲੜਨ ਥੋੜੀ ਆਏ ਆ, ਆਪਾਂ ਪੁਲਿਸ ਨਾਲ ਥੋੜੀ ਲੜਨ ਆਏ ਆ। ਸਾਡਾ ਟੀਚਾ ਤਾਂ ਸਰਕਾਰ ਦੇ ਨਾਲ ਆਪਦਾ ਰੋਸ ਦਰਜ ਕਰਾਉਣਾ ਨਾ। ਇੱਕ ਪੀਸਫੁਲ ਪ੍ਰੋਟੈਸਟ ਪੀਸਫੁਲ ਪ੍ਰੋਟੈਸਟ ਸਾਡਾ ਫੰਡਾਮੈਂਟਲ ਰਾਈਟ ਆ। ਔਰ ਪੁਲਿਸ ਵਾਲਿਆਂ ਨੇ ਮੈਨੂੰ ਥੈਂਕ ਯੂ ਕਿਹਾ ਜਦੋਂ ਮੈਂ ਆਪਦੇ ਬੰਦਿਆਂ ਨੂੰ ਥੱਲੇ ਲੈ ਕੇ ਆਇਆ ਵੀ ਥੈਂਕ ਯੂ ਸੋ ਮਚ, ਐਟਲੀਸਟ ਕੋਈ ਬੰਦਾ ਗੱਲ ਸਮਝ ਰਿਹਾ। ਨਹੀਂ ਤਾਂ ਇੰਨੇ ਲੋਕ ਉਹ ਕੁਝ ਵੀ ਕਰ ਸਕਦੇ ਸੀ ਤੇ ਉਹਨਾਂ ਨੇ ਬਾਅਦ ਚ ਕੀਤਾ। ਰੱਬ ਨਾ ਕਰੇ ਕਿਸੇ ਪੁਲਿਸ ਵਾਲੇ ਦੀ ਉੱਥੇ ਜਾਨ ਜਾਂਦੀ, ਸਾਡੇ ਤੇ 302 ਦੇ ਪਰਚੇ ਪੈਣੇ ਸੀ ਬਾਈ, ਅਸੀਂ ਬਾਹਰ ਹੀ ਨਹੀਂ ਨਿਕਲ ਸਕਦੇ ਸੀ। ਤੁਸੀਂ ਰੈਪਰਕਸ਼ਨਸ ਨਹੀਂ ਸੋਚ ਰਹੇ, ਤੁਸੀਂ ਉਹਦੇ ਕੌਨਸੀਕੁਐਂਸਿਸ ਕੋਈ ਨਹੀਂ ਸੋਚ ਰਹੇ। ਕੌਣ ਸੋਚਦਾ ਹੁੰਦਾ? ਲੀਡਰਸ਼ਿਪ ਸੋਚਦੀ ਹੁੰਦੀ ਹੈ ਨਾ। ਉਹ ਤਾਂ ਤੁਸੀਂ ਰੱਬ ਦਾ ਸ਼ੁਕਰ ਕਰੋ ਵੀ ਉਹਨਾਂ ਦੇ ਸੱਟਾਂ ਵੱਜੀਆਂ ਤੇ 307 ਦੇ ਪਰਚੇ ਕੱਟ ਕੇ ਆਏ ਆ ਯਾਰ, ਹਨਾ। ਜ਼ਮਾਨਤਾਂ ਉਹ ਗਾਂ ਜੁਡੀਸ਼ਰੀ ਨੇ ਬੜਾ ਫੇਅਰ ਟ੍ਰਾਇਲ ਦਿੱਤਾ, ਬੜਾ ਫੇਅਰ ਟ੍ਰਾਇਲ ਦਿੱਤਾ ਤੇ ਸਾਡੀਆਂ ਜ਼ਮਾਨਤਾਂ ਹੋ ਗਈਆਂ। ਨਹੀਂ ਤਾਂ ਬੈਠੇ ਰਹਿੰਦੇ ਅੰਦਰ ਸੜੀ ਜਾਂਦੇ। ਤੁਹਾਨੂੰ ਇਹ ਜੋ ਸਮਾਂ ਕੱਟਿਆ ਉਹ ਕੋਈ ਔਖਾ ਸਮਾਂ, ਕੋਈ ਸੌਖਾ ਸਮਾਂ ਨਹੀਂ ਸੀ। ਇਹ ਨਹੀਂ ਵੀ ਤੁਹਾਨੂੰ ਨਾਲ ਹੁਣ ਆਗੂ ਇਹ ਵੀ ਕਹਿੰਦੇ ਵੀ ਜਿਹੜਾ ਜੋ ਮਰਜ਼ੀ ਕਹੀ ਜਾਵੇ, ਪ੍ਰਦੀਪ ਸਿੱਧੂ ਨੂੰ ਬਾਹਰ ਲਿਆਉਣ ਚ ਸੰਯੁਕਤ ਕਿਸਾਨ ਮੋਰਚੇ ਦਾ ਹੀ ਹੱਥ। ਨਹੀਂ, ਇਹ ਤਾਂ ਦੇਖੋ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਵੀ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਇਸ ਗੱਲ ਤੇ ਜਾਂ ਲੀਗਲੀ ਜਾਂ ਮੈਂਟਲੀ ਜਾਂ ਸੋਸ਼ਲੀ ਮੈਨੂੰ ਸਪੋਰਟ ਨਹੀਂ ਕੀਤੀ। ਕਈਆਂ ਨੇ ਜੇ ਕੀਤੀ ਹੈ ਤਾਂ ਬਹੁਤ ਚੰਗੀ ਗੱਲ ਆ, ਮੈਂ ਉਹਨਾਂ ਦੀ ਬੜੀ ਇੱਜ਼ਤ ਤੇ ਉਹਨਾਂ ਨੂੰ ਇਹ ਗੱਲ ਲਈ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ। ਪਰ ਮੇਰੇ ਖਿਆਲ 'ਚ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨਾਂ ਨੇ ਬੜਾ ਸਾਥ ਦਿੱਤਾ, ਹਨਾ। ਪਰਿਵਾਰ ਨੇ ਸਾਥ ਦਿੱਤਾ, ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਨੇ ਸਾਥ ਦਿੱਤਾ, ਜਿਨ੍ਹਾਂ ਬੰਦਿਆਂ ਕੋਲੇ ਸੱਚ ਚਲਾ ਗਿਆ ਉਹਨਾਂ ਕੋਲੇ ਉਹਨਾਂ ਨੇ ਸਾਥ ਦਿੱਤਾ। ਜਿਵੇਂ ਆਪਣੇ ਬਘੇਲ ਸਿੰਘ ਵਰਗੇ ਆ ਜਿਹੜੇ ਕੈਨੇਡਾ ਬੈਠੇ ਆ, US ਬੈਠੇ ਆ, ਫਿਰ ਆਪਣਾ ਵੀਰ ਜੀ ਸੁੱਖੇ ਵਰਗੇ ਆ ਬਾਈ, ਅੰਮ੍ਰਿਤਪਾਲ ਵਰਗੇ ਆ ਬਾਈ ਦੁਬਈ ਬੈਠੇ ਆ, ਹੋਰ ਬਥੇਰੇ ਆਪਣੇ ਬੰਦੇ ਜਿਹੜੇ ਹਨਾ, ਮਨਜੀਤ ਵਰਗੇ, ਸਰਪੰਚ ਵਰਗੇ ਜਿਹੜੇ ਪਤਾ ਨਹੀਂ, ਥਲੀ ਬਾਈ ਵਰਗੇ, ਹੋਰ ਬਥੇਰੇ ਬੰਦੇ ਆ ਜਿਹੜੇ ਇਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ। ਕਿਉਂਕਿ ਇਹਨਾਂ ਨੂੰ ਪਤਾ ਵੀ ਸੱਚ ਕਿੱਥੇ ਸੀ, ਇਹ ਤਾਂ ਸੱਚ ਦੇ ਨਾਲ ਖੜੇ ਆ। ਹੋਰ ਮੈਂ ਬਹੁਤ ਬੰਦਿਆਂ ਦਾ ਨਾਂ ਲੈ ਸਕਦਾ, ਹਨਾ, ਖੰਡੇ ਬਾਈ ਵਰਗੇ ਆ, ਹੋਰ ਬਹੁਤ ਬੰਦੇ ਬਾਈ। ਇੰਨੀਆਂ ਅਰਦਾਸਾਂ, ਇੰਨਾ ਪਿਆਰ ਮੈਂ ਦੇਣ ਨਹੀਂ ਦੇ ਸਕਦਾ ਉਹਨਾਂ ਸਾਰੇ ਬੰਦਿਆਂ ਦਾ, ਹਨਾ। ਤੇ ਆਪਣੇ ਉਦੋਕੇ ਸਾਹਿਬ ਉਹ ਹੋ ਗਏ, ਤੇ ਹੋਰ ਆਪਣੇ ਸਰਦਾਰ ਜਮੇਸ਼ ਸਿੰਘ ਵਰਗੇ ਹੋਰ ਬੜੇ ਬੰਦੇ ਬਾਈ ਓਪਨਲੀ ਸਾਹਮਣੇ ਆਏ। ਕਿਉਂਕਿ ਉਹ ਦੀਪ ਸਿੱਧੂ ਨੂੰ ਸਪੋਰਟ ਕਰਨੀ ਆਏ, ਉਹ ਸੱਚ ਨੂੰ ਸਪੋਰਟ ਕਰਨਾ ਹੈ। ਕਿਉਂਕਿ ਉਹਨਾਂ ਨੂੰ ਪਤਾ ਸੀ ਇੱਕ ਬੰਦੇ ਤੇ ਰੱਖ ਕੇ ਇਹ ਐਡੇ ਵੱਡੇ ਅੰਦੋਲਨ ਨੂੰ ਐਨਾਲਾਈਜ਼ ਨਹੀਂ ਕਰ ਸਕਦੇ। ਉਹ ਇੱਕ ਬੰਦੇ ਦਾ ਗੱਲ ਨਹੀਂ ਹੁੰਦੀ, ਬੜੀਆਂ ਪਰਤਾਂ ਹੁੰਦੀਆਂ, ਬੜਾ ਕੁਝ ਹੋ ਰਿਹਾ ਹੁੰਦਾ। ਤੇ ਇਹਨੂੰ ਸਕੇਪਗੋਟ ਬਣਾਇਆ ਜਾ ਰਿਹਾ ਹੈ, ਇਹਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ, ਤੇ ਉਹੀ ਹੋਇਆ। ਪਰ ਮੈਂ ਇੱਕ ਗੱਲ ਇਹ ਕਹਿਣਾ ਚਾਹਣਾ, ਸਿੰਪਲ ਜਿਹੜੀ ਗੱਲ ਆ, ਜੇ ਕਿਤੇ ਉਹਦੇ ਸਟੈਂਡ ਲੈ ਜਾਂਦੇ ਨਾ ਸਾਡੇ ਆਗੂ, ਜੇ ਕਿਤੇ ਉਹਦੇ ਰਿਸਪੌਂਸਿਬਿਲਿਟੀ ਸਮਝ ਲੈਂਦੇ, ਗੱਲ ਕੁਛ ਅੱਜ ਹੋਰ ਹੋਣੀ ਸੀ। ਸਟੈਂਡ ਕਿਵੇਂ ਦਾ ਲੈਣਾ ਚਾਹੀਦਾ ਸੀ? ਕੀ ਬਿਆਨ ਹੋਣੇ ਚਾਹੀਦੇ ਸੀ? ਬਿਆਨ ਬਾਈ ਖੜ ਜਾਂਦੇ, ਉੱਤੇ ਖੜ ਜਾਂਦੇ, ਕਹਿੰਦੇ ਸਾਡੇ ਲੋਕ ਆ ਇਹ ਕਹਿੰਦੇ। ਔਰ ਉੱਥੇ ਆ ਕੇ ਜੇ ਕਿਤੇ ਉੱਥੇ ਆ ਕੇ ਹੈਂਡਲ ਕਰਦੇ ਸਿਚੁਏਸ਼ਨ, ਉੱਥੇ ਵਾਇਲੈਂਸ ਵੀ ਨਹੀਂ ਹੋਣੀ ਸੀ। ਸਾਨੂੰ ਤਾਂ ਵਾਇਲੈਂਸ, ਉਹ ਵੀਡੀਓ ਜਿਹੜੇ ਪੁਲਿਸ ਵਾਲੇ ਛਾਲਾਂ ਮਾਰ ਰਹੇ ਆ, ਉਹ ਦਿਖਾ ਹੀ ਬਦਨਾਮ ਕੀਤਾ ਗਿਆ ਨਾ। ਉਹ ਤੋਂ ਬਿਨਾਂ ਤਾਂ ਅਸੀਂ ਕੁਛ ਨਹੀਂ ਕੀਤਾ। ਨਿਸ਼ਾਨ ਸਾਹਿਬ ਤਾਂ ਕਿਸੇ ਕਾਨੂੰਨ 'ਚ ਵੀ, ਇੰਡੀਅਨ ਕਾਨੂੰਨ 'ਚ ਵੀ ਕੋਈ ਗੁਨਾਹ ਨਹੀਂ ਆ ਨਿਸ਼ਾਨ ਸਾਹਿਬ ਉੱਥੇ ਲਾਉਣਾ। ਤੁਸੀਂ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹੋ, ਪੰਥਕ ਤੁਹਾਨੂੰ ਮੰਨਦੇ ਨੇ ਲੋਕ, ਤੁਸੀਂ ਸਿੱਖੀ ਦੀ ਗੱਲ ਕਰਦੇ ਹੋ, ਸਿਧਾਂਤਾਂ ਦੀ ਗੱਲ ਕਰਦੇ ਹੋ। ਪਰ ਹੁਣ ਸਵਾਲ ਇੰਟਰਵਿਊ 'ਚ ਹੀ ਆ ਜਾਣਗੇ ਬਈ ਇਹ RSS ਦਾ ਬੰਦਾ, ਇਹ ਗਾਨਾ ਜਿਹਾ ਪਾਇਆ ਹੋਇਆ, ਕੜਾ ਤੁਹਾਡੇ ਹੱਥ ਦੇ ਵਿੱਚ ਨਹੀਂ ਹੈਗਾ, ਵੀ ਉਹ ਵੀ ਤਾਂ ਕਕਾਰ ਹੈ। ਤੁਸੀਂ ਗੱਲ ਸਿੱਖੀ ਦੀ ਕਰਦੇ ਹੋ ਤੇ ਇਹਦੇ ਬਾਰੇ ਵੀ ਸਵਾਲ ਉੱਠ ਜਾਣਗੇ। ਨਹੀਂ ਬਾਈ, ਐਂ ਤਾਂ ਜਿਹੜੇ ਮਰਜ਼ੀ ਸਵਾਲ ਆਪਾਂ ਉਠਾਈ ਜਾਈਏ। ਦੇਖੋ, ਮੈਂ ਪਹਿਲੀ ਗੱਲ ਤਾਂ ਇਹ ਹੈ, ਠੀਕ ਆ, ਪੰਥਕ ਗੱਲ ਕਰਦੇ ਹਾਂ ਕਿਉਂਕਿ ਉਹਨਾਂ ਪਰਿਵਾਰਾਂ 'ਚ ਜੰਮੇ ਪਲੇ ਆ, ਪਰ ਨਾਲ ਇਨਸਾਨੀਅਤ ਵੀ ਕੋਈ ਗੱਲ ਹੁੰਦੀ ਆ। ਮੇਰੇ ਉਹਨਾਂ ਦਿਨਾਂ 'ਚ ਜਦੋਂ ਮੈਂ ਅੰਡਰਗਰਾਊਂਡ ਸੀ, ਮੈਨੂੰ ਇੱਕ ਭੈਣ ਨੇ ਐਂ ਚੱਕ ਕੇ ਰੱਖੜੀ ਬੰਨ੍ਹਤੀ, ਕਹਿੰਦੇ ਤੇਰਾ, ਹਾਂ, ਕਹਿੰਦੇ ਤੇਰਾ ਵਾਲ ਵੀ ਨਹੀਂ ਵਿੰਗਾ ਹੋ ਸਕਦਾ, ਤੇਰੀ ਹਵਾ ਵੱਲ ਵੀ ਨਹੀਂ ਕੋਈ ਦੇਖ ਸਕਦਾ। ਔਰ ਵਾਕਿਆ ਹੀ ਬਾਈ ਰੱਬ ਨੇ ਤੇ ਸ਼ਹੀਦ ਸਿੰਘਾਂ ਦਾ ਪਹਿਰਾ ਰਿਹਾ, ਇਹ ਸਾਥ ਦਿੱਤੀ ਗੱਲ। ਕੜਾ ਪੁਲਿਸ ਵਾਲਿਆਂ ਨੇ ਲਵਾ ਲਿਆ ਕਿਉਂਕਿ
ਉਹਨਾਂ ਨੇ ਜਾਣ ਨਹੀਂ ਦਿੱਤਾ ਜੇਲ੍ਹ 'ਚ, ਤੇ ਹੁਣ ਦਰਬਾਰ ਸਾਹਿਬ ਜਾਣਾ, ਉੱਥੋਂ ਲੈ ਕੇ ਫੇਰ ਪਾਲਾਂਗੇ, ਹਨਾ। ਉਹ ਤਾਂ ਆਪਾਂ ਇਹ ਕੜਾ ਕਿਉਂ ਲਵਾਇਆ ਉਹਨਾਂ ਨੇ ਬਈ? ਉਹ ਕਿਉਂਕਿ ਜੇਲ੍ਹ 'ਚ ਨਾ ਬਲੇਡਬਾਜ਼ੀ ਹੁੰਦੀ ਹੈ, ਹਨਾ। ਤੇ ਉੱਥੇ ਕੀ ਕਰਦੇ ਆ ਜਿਹੜੇ ਹੈਬਿਚੁਅਲ ਕ੍ਰਿਮੀਨਲ ਆ ਨਾ, ਜੇ ਕਿਸੇ ਅੰਮ੍ਰਿਤਧਾਰੀ ਨੂੰ ਜਾਣਾ ਪੈ ਜੇ ਬਈ ਉਹ ਕੜਾ ਲਵਾ ਲੈਂਦੇ ਆ। ਅੰਮ੍ਰਿਤਧਾਰੀ ਹਾਂ, ਜਿਵੇਂ ਬਾਬਾ ਸੁਖਦੇਵ ਸਿੰਘ ਜੀ ਦਾ ਵੀ ਉਹਨਾਂ ਨੇ ਲਵਾ ਕੇ ਕੜਾ, ਬਾਅਦ 'ਚ ਫਿਰ ਉਹਨਾਂ ਨੇ ਪਰਮਿਸ਼ਨ ਲੈ ਕੇ ਸੁਪਰਡੈਂਟ ਤੋਂ ਫੇਰ ਦਿੱਤਾ। ਇੱਕ ਵਾਰੀ ਤਾਂ ਉਹ TSP ਉੱਥੇ ਹੁੰਦੀ ਹੈ ਜਿਹੜੀ ਤਾਮਿਲਨਾਡੂ ਪੁਲਿਸ ਆ, ਇੱਕ ਵਾਰੀ ਤਾਂ ਤੁਹਾਡੇ ਕੋਲੋਂ ਸਭ ਕੁਝ ਲਵਾ ਲੈਂਦੇ ਆ ਉਹ, ਤੁਹਾਨੂੰ ਸਿਰਫ ਈਵਨ ਸ਼ੂਜ਼ ਦੇ ਲੇਸਿਸ ਵੀ ਨਹੀਂ ਜਾਣ ਦਿੰਦੇ। ਜਿਹੜੇ ਮੇਰੇ ਕੋਲੇ ਜੁੱਤੇ ਸੀ ਨਾ, ਉਹਦੇ ਤਸਮੇ ਨਹੀਂ ਸੀ, ਜਿਹੜੇ ਲੇਸਿਸ ਹੁੰਦੇ ਆ ਉਹਦੇ, ਹਨਾ। ਬਿਨਾਂ ਤਸਮਿਆਂ ਵਾਲੇ ਤੁਸੀਂ ਸ਼ੂਜ਼ ਲੈ ਕੇ ਜਾ ਸਕਦੇ ਹੋ। ਤੇ ਫਿਰ ਤੁਹਾਡੇ ਅੰਦਰ ਜਿਹੜਾ ਟਰੈਕ ਲੋਅਰ ਹੁੰਦਾ, ਉਹਦੇ ਅੰਦਰ ਵੀ ਨਾਲਾ ਨਹੀਂ ਹੁੰਦਾ, ਜਾਂ ਪਜਾਮੇ ਦਾ ਨਾਲਾ ਵੀ ਨਹੀਂ ਜਾਣ ਦਿੰਦੇ। ਤੁਸੀਂ ਇਹ ਦੇਖੋ। ਅੱਛਾ। ਤੇ ਇੱਕ ਕਮੈਂਟ ਬਹੁਤ ਇਹ ਵੀ ਹੁੰਦਾ ਰਿਹਾ ਵੀ ਦੀਪ ਸਿੱਧੂ ਦੀ ਜਦੋਂ ਪੇਸ਼ੀ ਹੁੰਦੀ ਸੀ ਤਾਂ ਤੁਹਾਡੀ ਦਾੜੀ ਵਗੈਰਾ ਬਿਲਕੁਲ ਤੁਸੀਂ ਸ਼ੇਵ ਵਗੈਰਾ ਕੀਤੀ ਹੁੰਦੀ ਸੀ। ਉਹ ਕਹਿੰਦੇ ਅੰਦਰ ਖਤਰਦਾਰੀ ਹੋ ਰਹੀ ਹੈ ਅੰਦਰ, ਆ ਦੇਖੋ, ਨਹੀਂ ਤਾਂ ਦਾੜੀ ਵੱਜ ਜਾਣੀ ਸੀ ਵੀ ਇਹ ਅੰਦਰ ਕੀ ਹੋ ਰਿਹਾ। ਨਹੀਂ, ਮੈਂ ਸ਼ੇਵ ਤਾਂ ਅੱਜ ਤੱਕ ਨਹੀਂ ਕੀਤੀ ਕਦੇ ਕਿਸੇ, ਹਾਂ, ਨਾਈ ਕੋਲੇ ਨਹੀਂ ਗਿਆ। ਹਾਂ, ਟ੍ਰਿਮ ਜ਼ਰੂਰ ਕਰਦਾ, ਪਰ ਉਹ ਗੱਲਾਂ ਇਹ ਆ ਵੀ ਅੰਦਰ ਨਾ ਕਈ ਬੰਦੇ ਜਿਹੜੇ ਉਹਨਾਂ ਨੇ ਆਪਦੇ ਅਰੇਂਜਮੈਂਟ ਕੀਤੇ ਹੁੰਦੇ ਆ। ਇੱਕ ਉੱਥੇ ਮਿਸਟਰ ਭੱਟਾਚਾਰਿਆ ਸੀਗੇ, ਉਹਨਾਂ ਦਾ ਪਰਸਨਲ ਟ੍ਰਿਮਰ ਸੀ, ਪਰਸਨਲ ਟ੍ਰਿਮਰ, ਪਰ ਉਹ ਹੁੰਦਾ ਅਥਾਰਟੀਜ਼ ਕੋਲੇ ਹੀ ਆ। ਤੇ ਉਹਨਾਂ ਨੇ ਉਹਨਾਂ ਨੂੰ ਕਹਿ ਕੇ ਉਹ ਮੈਨੂੰ ਵੀ ਦੇ ਦਿੰਦੇ ਸੀ, ਜਿਹਦੇ ਨਾਲ ਮੈਂ ਇੱਕ ਦੋ ਵਾਰੀ ਯੂਜ਼ ਕੀਤਾ ਉਹਨਾਂ ਦਾ ਪਰਸਨਲ ਟ੍ਰਿਮਰ। ਤਾਂ ਇਹੀ ਆ, ਉਹ ਜਿੱਥੇ ਤੁਸੀਂ ਜਾਂਦੇ ਹੋ ਕੋਈ ਨਾ ਕੋਈ ਅਰੇਂਜਮੈਂਟ ਤਾਂ ਹੁੰਦਾ ਨਾ। ਇਹ ਤਾਂ ਨਹੀਂ ਵੀ ਤੁਹਾਡੇ ਕੋਲੇ ਉੱਥੇ ਤੁਹਾਡੇ ਕੋਲ ਤੁਸੀਂ ਇਹੋ ਜਿਹੀ ਦੁਨੀਆ 'ਚ ਜਾ ਵੜੇ ਉੱਥੇ ਕੋਈ ਫੈਸਿਲਿਟੀ ਨਹੀਂ ਆ, ਹਨਾ। ਐਂ ਤਾਂ ਉੱਥੇ ਵੀਡੀਓ ਕਾਨਫਰੰਸਿੰਗ ਦੀ ਫੈਸਿਲਿਟੀ ਹੁੰਦੀ ਆ, ਤੁਸੀਂ ਆਪਦੇ ਵਕੀਲਾਂ ਨਾਲ ਗੱਲ ਕਰ ਸਕਦੇ ਹੋ, ਆਪਦੀ ਫੈਮਿਲੀ ਨਾਲ ਵੀ ਵੀਡੀਓ ਕਾਨਫਰੰਸਿੰਗ ਕਰ ਸਕਦੇ ਹੋ ਤੁਸੀਂ। ਤੁਹਾਨੂੰ ਫੋਨ ਦੀ ਵੀ ਇਜਾਜ਼ਤ ਆ, ਦਿਨ ਦੇ 5 ਮਿੰਟ, ਐਵਰੀਡੇ 5 ਮਿੰਟਸ। ਪਹਿਲਾਂ ਤਾਂ ਤੁਸੀਂ ਹਫਤੇ ਦੇ 35 ਮਿੰਟ ਕਰਦੇ ਸੀ, ਚਾਹੇ ਇੱਕ ਦਿਨ ਕਰੋ, ਚਾਹੇ ਤੁਸੀਂ ਉਹਨੂੰ ਡਿਵਾਈਡ ਕਰ ਲਓ। ਪਰ ਇੱਕ ਵਾਰੀ ਉੱਥੇ ਚੁਟਾਲਾ ਸਾਹਿਬ ਸੀ, ਉਹਨਾਂ ਨੇ 35 ਮਿੰਟਾਂ ਦਾ ਭਾਸ਼ਣ ਦੇਤਾ ਜੇਲ੍ਹ ਤੋਂ, ਉਹ ਫੋਨ ਤੇ ਹੀ, ਫੋਨ ਦੇ ਥਰੂ। ਉਸ ਤੋਂ ਬਾਅਦ ਜੇਲ੍ਹ ਅਥਾਰਟੀਜ਼ ਨੇ ਉਹਨੂੰ ਚੇਂਜ ਕੀਤਾ ਰੂਲ ਨੂੰ, ਫਿਰ ਰੋਜ਼ ਦੇ 5 ਮਿੰਟ। ਉਹ ਵੱਖਰੀ ਗੱਲ ਆ ਵੀ ਉਹ ਮਿਲਦੇ ਨਹੀਂ ਸਾਰਿਆਂ ਨੂੰ, ਕਿਉਂਕਿ ਜਦੋਂ ਮੈਂ ਗਿਆ ਪਹਿਲਾਂ ਤਾਂ ਪੁਲਿਸ ਕਸਟਡੀ 'ਚ ਬਾਈ ਮੇਰੇ ਨਾਲ ਬੜਾ, ਉਹਨਾਂ ਨੇ 3 ਦਿਨ ਮੈਨੂੰ ਸੌਣ ਨਹੀਂ ਦਿੱਤਾ, ਖਾਣ ਨੂੰ ਕੁਛ ਨਹੀਂ ਦਿੱਤਾ, ਮੈਨੂੰ ਮੈਂਟਲੀ ਤੋੜਿਆ। ਉਹ ਤੁਸੀਂ ਉਹ ਵੀ ਟੌਰਚਰ ਹੀ ਆ ਨਾ, ਟੌਰਚਰ ਦਾ ਵੇ ਹੀ ਆ ਨਾ। ਫਿਰ ਮੈਨੂੰ ਜਿਹੜੇ ਸੈੱਲ 'ਚ ਰੱਖਿਆ, ਉਹ ਸਾਲਾ ਜਮਾਂ ਹੀ 2-2.5 ਫੁੱਟ ਚੌੜਾ ਤੇ 6 ਫੁੱਟ ਲੰਬਾ, ਉਹ ਵੀ ਮੈਂਟਲ ਟੌਰਚਰ ਹੈ ਨਾ, ਸੋਲਿਟਰੀ ਕਨਫਾਈਨਮੈਂਟ ਤੁਸੀਂ। ਤੇ ਫਿਰ ਜੇਲ੍ਹ 'ਚ ਮੈਂ ਹਾਈ ਰਿਸਕ 'ਚ, ਜੇਲ੍ਹ ਦੇ ਅੰਦਰ ਜੇਲ੍ਹ, ਤੁਹਾਨੂੰ ਬਾਹਰ ਨਹੀਂ, ਤੁਸੀਂ 24 ਘੰਟੇ ਬੰਦ ਹੋ ਤੁਸੀਂ, ਇਹ ਮੈਂਟਲ ਟੌਰਚਰ ਹੀ ਹੈ ਨਾ, ਹੋਰ ਕੀ ਹੁੰਦਾ। ਉਹਨਾਂ ਨੇ ਤੁਹਾਨੂੰ ਟੌਰਚਰ ਜ਼ਰੂਰੀ ਨਹੀਂ, ਉਹਨਾਂ ਨੇ ਛਿੱਤਰ ਮਾਰਨੇ ਆ। ਜੇ ਮੇਰੇ ਕਲਸੀ ਬਾਈ ਤਾਂ ਇਹ ਵੀ ਦੱਸਦਾ ਸੀ, ਕਹਿੰਦਾ ਜਦੋਂ ਮੈਂ ਮਿਲਣ ਗਿਆ ਦੀਪ ਸਿੱਧੂ ਨੇ ਪੁਲਿਸ ਵਾਲੇ ਨੂੰ ਦਬਕਾ ਮਾਰਤਿਆ ਵੀ ਯਾਰ ਤੈਨੂੰ ਪਤਾ ਨਹੀਂ ਲੱਗ ਰਿਹਾ। ਕਹਿੰਦਾ ਉੱਥੇ ਇੱਕ ਅਫਸਰ ਬੁਲਾਇਆ ਗਿਆ ਬਾਰ-ਬਾਰ, ਤੇ ਉਹ ਪੁਲਿਸ ਵਾਲਾ ਸੁਨੇਹਾ ਲੈ ਕੇ ਆ ਗਿਆ ਵੀ ਮੈਂ ਕਿਸੇ ਨਾਲ ਮੀਟਿੰਗ ਕਰ ਰਿਹਾ, ਵੀ ਤੈਨੂੰ ਪਤਾ ਨਹੀਂ। ਤੇ ਤੁਸੀਂ ਦੂਜਿਆਂ ਨੂੰ ਤਾਂ ਕਹਿ ਰਹੇ ਆ, ਦੂਜੇ ਜਿਹੜੇ ਆ ਰਹੇ ਆ ਬਾਕੀ ਦੇ ਉੱਥੋਂ ਮੁਲਜ਼ਮ ਜ਼ਮਾਨਤ ਤੋਂ ਬਾਅਦ, ਬਈ ਸਾਨੂੰ ਤਾਂ ਬਹੁਤ ਬਾਈ ਇਹਨਾਂ ਨੇ ਤੰਗ ਕੀਤਾ, ਇਹ ਡੰਡੇ ਵੀ ਮਾਰੇ, ਤੇ ਤੁਸੀਂ ਉਲਟਾ ਮਾਰ ਰਹੇ ਹੋ ਦਬਕਾ। ਨਹੀਂ, ਜੇਲ੍ਹ 'ਚ ਦੇਖੋ ਡੰਡੇ ਤਾਂ ਨਹੀਂ ਮਾਰਦੇ ਉਹ, ਇਹ ਤਾਂ ਗਲਤ ਗੱਲ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਉਹਨਾਂ ਦੇ ਕੋਲੇ ਕੋਈ ਰਾਈਟ ਨਹੀਂ ਆ। ਤੁਸੀਂ 2 ਮਿੰਟ 'ਚ ਉਹਨਾਂ ਨੂੰ ਖਿੱਚ ਸਕਦੇ ਹੋ, 2 ਮਿੰਟ 'ਚ। ਸਿਰਫ ਤੁਸੀਂ ਇੱਕ PIL ਫਾਈਲ ਕਰਨੀ ਆ, ਠੀਕ ਆ, ਜਿੱਥੇ ਤੁਹਾਡੀ ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਕਰਨੀ ਆ। ਐਂਡ ਆਈ ਬੀਇੰਗ ਅ ਲਾਇਰ, ਮੈਂ ਇਹ ਗੱਲਾਂ ਸਮਝਦਾ ਵੀ ਆ, ਉਹਨਾਂ ਨੂੰ ਪਤਾ ਵੀ ਆ, ਬੰਦੇ ਦੀ ਲੀਗਲ ਨੌਲੇਜ ਆ, ਹਨਾ। ਤੇ ਉਹ ਡੰਡੇ ਡੁੰਡੇ ਨਹੀਂ ਮਾਰ ਸਕਦੇ ਜੇਲ੍ਹ 'ਚ, ਮੈਂ ਤੁਹਾਨੂੰ ਸਹੀ। ਜਦੋਂ ਤੱਕ ਜਾਂਦੇ ਤਾਂ ਨਹੀਂ ਦਬਕਾਤੇ ਸੀ ਤੁਸੀਂ? ਨਹੀਂ, ਦਬਕਾਏ ਤਾਂ ਦੇਖੋ, ਦਬਕਾ ਤੁਹਾਨੂੰ ਮਾਰਨਾ ਪੈਂਦਾ ਕਈ ਜਗ੍ਹਾ ਜਿੱਥੇ ਤੁਹਾਡੇ ਨਾਲ ਰੂਡ ਗੱਲ ਕਰਦੇ ਆ ਨਾ, ਤੁਹਾਨੂੰ ਉਹਨਾਂ ਨੂੰ ਟਿਕਾਣੇ ਸਿਰ ਲਿਆਉਣਾ ਪੈਂਦਾ। ਔਰ ਉਹਨਾਂ ਨੂੰ ਪਤਾ ਹੁੰਦਾ ਕਿਸ ਬੰਦੇ ਨਾਲ ਗੱਲ ਕਰ ਰਹੇ ਆ, ਇਹਨਾਂ ਨੂੰ ਪਤਾ ਹੋਣਾ ਚਾਹੀਦਾ, ਠੀਕ ਆ। ਅਗਲੀ ਗੱਲ, ਦਿਲਜੀਤ ਕਲਸੀ ਬਾਈ ਜਦੋਂ ਆਏ ਸੀ, ਕੋਈ ਵੀ ਆਫਿਸਰ, ਤੁਹਾਡੀ ਇੱਕ ਸੈਲਫ ਰਿਸਪੈਕਟ ਤਾਂ ਤੁਸੀਂ ਜੇਲ੍ਹ 'ਚ ਵੀ ਕੈਰੀ ਕਰੋਗੇ ਨਾ, ਕਿ ਤੁਹਾਨੂੰ ਗੁਲਾਮਾਂ ਦੀ ਤਰ੍ਹਾਂ ਰੱਖਣਗੇ। ਅਸੀਂ ਉਵੇਂ ਤਾਂ ਨਹੀਂ ਰਹਿ ਸਕਦੇ ਨਾ। ਔਰ ਦੀਪ ਸਿੱਧੂ ਕਦੇ ਵੀ ਉਹ ਸਲੇਵਰੀ ਕਬੂਲ ਨਹੀਂ ਕਰੂਗਾ, ਜੋ ਇੰਸਟੀਟਿਊਸ਼ਨਲਾਈਜ਼ ਕਰਕੇ ਵੀ ਤੁਹਾਨੂੰ ਸਲੇਵ ਬਣਾਉਂਦੇ ਆ। ਇਹ ਵੀ ਇਹ ਤਾਂ ਜੇਲ੍ਹ ਆ, ਇੱਥੇ ਤਾਂ ਐਂ ਹੀ ਹੁੰਦਾ। ਦੀਪ ਸਿੱਧੂ ਨੂੰ ਇਹ ਥਿੰਕਿੰਗ ਨਹੀਂ ਅੱਛੀ ਲੱਗਦੀ ਸੀ। ਦੀਪ ਸਿੱਧੂ ਉੱਥੇ ਵੀ ਆਪਦੀ ਸੈਲਫ ਰਿਸਪੈਕਟ ਕੈਰੀ ਕਰ ਰਿਹਾ ਸੀ। ਫਿਰ ਉੱਥੇ ਜੇ ਕੋਈ ਮੇਰੇ ਨਾਲ ਮਿਸਬਿਹੇਵ ਕਰੂਗਾ ਤਾਂ ਦੀਪ ਸਿੱਧੂ ਨਗਦੋ ਨਗਦ ਹੀ ਦੇਊਗਾ ਉਹਨੂੰ, ਫਿਰ ਉਧਾਰ ਨਹੀਂ ਰੱਖਦੇ। ਸੋ ਇਹੀ ਗੱਲ ਸੀ। ਅਦਰਵਾਈਜ਼ ਮੇਰਾ ਹੋਰ ਬੜਿਆਂ ਨਾਲ ਬੜਾ ਪਿਆਰ ਰਿਹਾ ਉੱਥੇ, ਹੈੱਡ ਵਾਰਡਨਸ ਨਾਲ ਮੈਂ ਬੜੀ ਰਿਸਪੈਕਟ ਕਰਦਾ, ਉਹਨਾਂ ਦੇ ਨੰਬਰ ਲੈ ਕੇ ਆਇਆ, ਹੈ ਨਾ। ਕਈਆਂ ਨੇ
ਲਿਟਰਲੀ ਮੇਰੇ ਨਾਲ ਬੜਾ ਵਧੀਆ ਬਿਹੇਵ ਕੀਤਾ। ਪਰ ਇੱਕ ਦੋ ਵਿੱਚ ਹੁੰਦੇ ਆ ਜਿਹੜੇ ਇਹ ਸੋਚਦੇ ਆ ਵੀ ਅਸੀਂ ਇਹਨਾਂ ਦੀ ਔਕਾਤ ਦਿਖਾਉਣੇ ਆ, ਮਤਲਬ ਉਹਨਾਂ ਨੇ ਉਹਨਾਂ ਦੀ ਸੇਡਿਸਟ ਥਿੰਕਿੰਗ ਆ, ਉਹਨਾਂ ਨੇ ਸੋਚਣਾ ਹੀ ਆਏ ਹੁੰਦਾ, ਫਿਰ ਉਹਨਾਂ ਦੀ ਜਗ੍ਹਾ ਤੇ ਰੱਖਣਾ ਪੈਂਦਾ। ਤੇ ਜੇਲ੍ਹ ਦੇ ਵਿੱਚ ਇੱਕ ਤੁਹਾਡੇ ਹੱਥ ਦੇ ਵਿੱਚ ਡਾਇਰੀ ਵੀ ਦੇਖਦੇ ਆ, ਲਾਲ ਡਾਇਰੀ। ਉਹ ਲਾਲ ਡਾਇਰੀ ਦਾ ਪਹਿਲਾਂ ਵੀ ਬਹੁਤ ਚਰਚਾ ਰਹੀ ਸੀ, ਇਹਦੇ ਵਿੱਚ ਤਾਂ ਨਹੀਂ ਕਿਸੇ ਅਫਸਰਾਂ ਦੇ ਨਾਂ ਲਿਖ ਲਿਆ ਤੁਸੀਂ? ਨਹੀਂ, ਉਹ ਲਾਲ ਡਾਇਰੀ ਨਾ ਮੈਨੂੰ ਉੱਥੇ ਅਸਲ ਦੱਸਾਂ ਤਾਂ ਉੱਥੇ ਰੈਨਬੈਕਸੀ ਵਾਲਾ ਜਿਹੜਾ ਸ਼ਿਵਿੰਦਰ ਸੀ ਇੱਕ, ਹਨਾ, ਉਹ ਵੀ ਉੱਥੇ ਸੀ ਜੇਲ੍ਹ 'ਚ, ਕਿਉਂਕਿ ਤੇ ਉਹਨੇ ਇੱਕ ਡਾਇਰੀ ਗਿਫਟ ਕੀਤੀ ਸੀ ਮੈਨੂੰ ਵੀ ਜੇ ਤੂੰ ਨੋਟਸ ਬਣਾਉਣੇ ਆ ਨਾ। ਮੈਂ ਨੋਟਸ ਬਣਾਉਂਦਾ ਹੁੰਦਾ ਸੀ ਤੇ ਮੇਰੇ ਕੋਲੇ ਪੇजेस ਨਹੀਂ ਹੁੰਦੇ ਸੀ। ਉਹ ਉੱਥੋਂ ਕੈਂਟੀਨ ਤੋਂ ਜਿਹੜੀਆਂ ਆਪਣੇ ਨਹੀਂ ਹੁੰਦੀਆਂ ਚੰਦਰਾ ਬੁੱਕ ਜੀ ਸੀ ਉੱਥੇ ਇੱਕ ਚੋ ਕਾਪੀਆਂ ਮਿਲਦੀਆਂ, ਉਹ ਮਿਲਦੀਆਂ ਸੀ। ਉਹਦਾ ਕੋਈ ਪੇजेस ਬੜੇ ਪਤਲੇ ਜਿਹੇ ਹੁੰਦੇ ਸੀ, ਉਹਦੇ ਤੇ ਲਿਖਿਆ ਵੀ ਨਹੀਂ ਚੰਗੀ ਤਰ੍ਹਾਂ ਜਾਂਦਾ। ਤੇ ਫਿਰ ਉਹਨੇ ਮੈਨੂੰ ਉਹ ਗਿਫਟ ਕੀਤੀ ਵੀ ਆ ਮੇਰੇ ਕੋਲ ਇੱਕ ਡਾਇਰੀ ਪਈ ਆ, ਸੋ ਉਹ ਉਹਨੇ ਦਿੱਤੀ ਸੀ। ਉਹਦੇ ਤੇ ਲਿਖਿਆ ਕੀ ਕਿਵੇਂ ਦੀ, ਮਤਲਬ ਕਿ ਬੁੱਕ ਹੀ ਲਿਖਤੀ ਤੁਸੀਂ ਹੁਣ? ਜੋ ਮੇਰੀ ਜਰਨੀ ਰਹੀ, ਜੋ ਉੱਥੋਂ ਦੇ ਐਕਸਪੀਰੀਅੰਸਿਸ ਰਹੇ ਤਿਹਾੜ ਦੇ, ਜੋ ਕੁਝ ਹੁੰਦਾ ਸੀ ਉੱਥੇ, ਜੋ ਮੈਂ ਦੇਖਿਆ ਲੋਕਾਂ ਨਾਲ ਹੁੰਦਾ, ਜਿਵੇਂ ਜਾਨਵਰਾਂ ਵਾਂਗੂ ਉਹਨਾਂ ਨੂੰ ਟਰੀਟ ਕਰਦੇ ਆ, ਜਿਸ ਤਰ੍ਹਾਂ ਬਿਹੇਵੀਅਰ ਆ ਕਈ ਵਾਰੀ ਉਹਨਾਂ ਦਾ ਅਥਾਰਟੀਜ਼ ਦਾ, ਉਹ ਬਹੁਤ ਡਿਸਟਰਬਿੰਗ ਆ ਬਾਈ, ਬਹੁਤ ਡਿਸਟਰਬਿੰਗ ਆ। ਇਹਦਾ ਨਾਮ ਸੋਚ ਲਿਆ ਫਿਰ ਕੀ ਰੱਖਣਾ ਬੁੱਕ ਦਾ? ਨਹੀਂ, ਹਜੇ ਨਹੀਂ ਸੋਚਿਆ, ਪਰ ਰੇਟ ਰੂਟ ਤੈਅ ਨਹੀਂ ਕਰਿਆ ਜੀ? ਹਾਂ, ਨਹੀਂ ਕੁਛ ਨਹੀਂ ਤੈਅ ਕੀਤਾ ਹਜੇ। 10% ਸਾਡਾ ਵੀ ਰੱਖ ਲਿਓ। ਬਿਲਕੁਲ ਰੱਖ ਲਾਂਗੇ, ਸਾਰਾ ਹੀ ਤੁਹਾਡਾ। ਅੰਦਰ ਪਤਾ ਲੱਗੀ ਜਾਂਦਾ ਸੀ ਵੀ ਤੁਹਾਡੇ ਬਾਰੇ ਕੀ ਗੱਲਾਂ ਹੋ ਰਹੀਆਂ ਏ? ਜਦੋਂ ਫੈਮਿਲੀ ਨਾਲ ਮਾੜੀ ਮੋਟੀ ਗੱਲ ਹੁੰਦੀ ਸੀ, ਰਿਸਟ੍ਰਿਕਟਿਵ ਜੇ ਵੇ 'ਚ ਪਤਾ ਲੱਗਦਾ ਸੀ। ਆਮ ਤੌਰ ਤੇ ਮੈਜੋਰਟੀ 'ਚ ਲੋਕ ਤੁਹਾਡੇ ਇੱਥੇ ਪੱਖ ਦੇ ਵਿੱਚ ਸੀਗੇ, ਤੁਹਾਨੂੰ ਪਤਾ ਲੱਗ ਗਿਆ ਸੀ? ਕਿਉਂਕਿ ਜਦੋਂ ਇੱਕ ਤਾਂ ਜਦੋਂ ਤੁਸੀਂ ਪਲੈਟੀਨਾ ਵੀ ਤੁਹਾਡਾ ਬਹੁਤ ਮਸ਼ਹੂਰ ਹੋਇਆ, ਜਦੋਂ ਤੁਸੀਂ ਭੱਜੇ ਹੋ, ਉਹ ਕੀ ਚੱਕਰ ਹੋਇਆ ਸੀ? ਤੇ ਜਦੋਂ ਤੁਹਾਡੇ ਪਲੈਟੀਨਾ ਹੀ ਨਹੀਂ ਮੈਨੂੰ ਪਤਾ ਕੀ ਹੈ, ਜਿਹੜਾ ਮੋਟਰਸਾਈਕਲ ਆ ਉਹਦਾ ਨਾਂ ਸੀ ਕਿ ਕੀ ਸੀ? ਮੋਟਰਸਾਈਕਲ ਦਾ ਨਾਂ ਪਲੈਟੀਨਾ ਹੈ, ਐਵਰੇਜ ਬਹੁਤ ਦਿੰਦਾ ਉਹ 65-70 ਦੀ ਆ। ਤੁਸੀਂ 80-90 ਕਿਲੋਮੀਟਰ ਆਰਾਮ ਨਾਲ ਭੱਜ ਸਕਦੇ ਸੀ ਉਹਦੇ ਪਰ, ਜੇ 1 ਲੀਟਰ ਤੇਲ ਵੀ ਹੁੰਦਾ। ਮੈਂ ਤੁਹਾਨੂੰ ਦੱਸਦਾ ਕੀ ਹੋਇਆ ਸੀ ਘਟਨਾ ਬਾਈ। ਉਹ ਜਦੋਂ ਮੈਂ ਬਹੁਤ ਸਾਰੇ ਲੋਕ ਇਹ ਲਾ ਰਹੇ ਆ ਵੀ ਉਹ ਲਾਲ ਕਿਲੇ ਦੀ ਘਟਨਾ ਹੈ। ਨਹੀਂ, ਉਹ ਲਾਲ ਕਿਲੇ ਦੀ ਘਟਨਾ ਨਹੀਂ ਆ, ਉਹ ਸੁਖਦੇਵ ਢਾਬੇ ਦੇ ਸਾਹਮਣੇ ਉਸੇ ਦਿਨ ਦੀ ਹੈ, ਉਸੇ ਦਿਨ ਦੀ 26 ਦੀ, ਜਦੋਂ ਉੱਥੋਂ ਮੈਂ ਵਾਪਸ ਆਇਆ ਲਾਲ ਕਿਲੇ ਤੋਂ। ਫਿਰ ਤੁਸੀਂ ਮੋਰਚੇ 'ਚ ਸਪੀਚ ਦੇ ਰਹੇ ਸੀ? ਹਾਂ, ਟਰੈਕਟਰ ਤੇ ਆ ਕੇ ਮੈਂ ਲਾਈਵ ਕੀਤਾ। ਟਰੈਕਟਰ ਤੇ ਜਦੋਂ ਲਾਈਵ ਕੀਤਾ, ਲਾਈਵ ਦੇ ਦੌਰਾਨ ਹੀ ਮੇਰੇ ਤੇ ਅਟੈਕ ਹੁੰਦਾ ਹੈਨਾ। ਕੁਝ ਬੰਦੇ ਇਕੱਠੇ ਹੋ ਕੇ ਆਉਂਦੇ ਆ ਤੇ ਉਹ ਮੇਰੇ ਤੇ ਆ ਕੇ ਪਹਿਲਾਂ ਉਹਨਾਂ ਨੇ ਗਰਮੀ ਸ਼ੁਰੂ ਕੀਤੀ, ਉਸ ਤੋਂ ਬਾਅਦ ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਦੇ। ਉਹ ਸਰਕਾਰ ਦੇ ਬੰਦੇ ਤਾਂ ਨਹੀਂ ਸੀ? ਉਹ ਹੁਣ ਸਰਕਾਰ ਦੇ ਬੰਦੇ ਤਾਂ ਨਹੀਂ ਸੀ, ਉਹ ਮੈਨੂੰ ਪਤਾ ਕਿਹਦੇ ਬੰਦੇ ਸੀ, ਇਹ ਤਾਂ ਮੈਨੂੰ ਪਤਾ ਹੁਣ। ਪਰ ਆਪਾਂ ਉਹ ਸਾਰੀਆਂ ਗੱਲਾਂ ਛੱਡ ਦਿੰਨੇ ਆ, ਉਹ ਰੰਜਿਸ਼ਾਂ ਨੂੰ ਪਾਸੇ ਰੱਖ ਦਿੰਨੇ ਆ। ਪਰ ਤੁਸੀਂ ਉਦੋਂ ਲਾਈਵ ਹੋ ਕੇ ਭਾਵੁਕ ਵੀ ਹੋਏ ਸੀ ਤੇ ਤੁਸੀਂ ਕਿਹਾ ਸੀ ਮੈਂ ਕੱਲੇ ਨੂੰ ਦੇਖ ਲੂੰਗਾ, ਸਨੀ ਦਿਓਲ ਬਾਈ ਤੇਰੇ ਨਾਲ ਵੀ ਨਿਬੜਾਂਗੇ, ਇਹ ਕਰਾਂਗੇ, ਉਹ ਬਣਾਂਗੇ। ਆਏ ਤਾਂ ਫਿਰ ਪਿੰਡਾਂ ਵਾਲਿਆਂ 'ਚ ਜਿਹੜਾ ਅੰਦਰ ਆਪਦੇ ਗੁੱਸਾ ਹੁੰਦਾ, ਉਹ ਤਾਂ ਹੁੰਦਾ ਹੀ ਆ ਭਾਈ। ਆਪਾਂ ਗੁੱਸਾ ਲੈ ਗਏ ਇੰਨੀ ਜਲਦੀ? ਹੁਣ ਲੈ ਗਿਆ, ਕਿਉਂਕਿ ਜਦੋਂ ਤੁਸੀਂ ਅੰਦਰ ਜਾਂਦੇ ਹੋ ਦੈਨ ਉਹੀ ਬੰਦੇ ਜੇ ਹੁਣ ਫੇਰ ਆ ਜਾਣ, ਫੇਰ ਭੱਜ ਲੋਗੇ ਮਤਲਬ ਕਿ? ਨਹੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਸਮਝੋ ਗੱਲ ਨੂੰ। ਜਦੋਂ ਅਟੈਕ ਹੁੰਦਾ, ਤੁਸੀਂ ਉਹਨੂੰ ਸਿਚੁਏਸ਼ਨ ਨੂੰ ਜਾਂ ਤਾਂ ਉਹਦੇ ਨਾਲ ਖੜ ਜਾਓ, ਉੱਥੇ ਨਜਿੱਠ ਲਓ, ਜਾਂ ਉਹ ਸਿਚੁਏਸ਼ਨ ਨੂੰ ਅਵੋਇਡ ਕਰ ਲਓ। ਜਦੋਂ ਇੱਕ ਪਬਲਿਕ ਪਰਸਨੈਲਿਟੀ ਹੋ ਨਾ ਤੁਸੀਂ, ਉੱਥੇ ਆ ਕੇ ਮੈਨੂੰ ਧੱਕਾ ਵੀ ਮਾਰ ਦਿੰਦੇ। ਖਬਰ ਕੀ ਬਣਨੀ ਸੀ? ਦੀਪ ਸਿੱਧੂ ਨੂੰ ਕੁੱਟਿਆ ਹੈਨਾ। ਖਬਰ ਕਦੇ ਉਹਨਾਂ ਦੀ ਖਬਰ ਨਹੀਂ, ਜੇ ਧੱਕਾ ਵੱਜਦਾ ਫਿਰ ਅਸੀਂ ਧੱਕਾ ਹੀ ਲਿਖ ਦੇਣਾ ਸੀ, ਕੁੱਟਿਆ ਨਹੀਂ ਬਾਈ। ਤੁਸੀਂ ਤਾਂ ਹੋ ਸਕਦਾ ਲਿਖ ਦਿੰਦੇ, ਪਰ ਤੁਸੀਂ ਅੱਜ ਕੱਲ੍ਹ ਦੇ ਆਪਣੇ ਆਰਟੀਕਲ ਹੋਰ ਬਹੁਤ ਦੇਖ ਲਓ ਮੀਡੀਆ ਤੇ, ਕੀ ਲਿਖਦੇ ਆ ਉਹਨਾਂ ਨੇ ਸੈਂਸੇਸ਼ਨਲਾਈਜ਼ ਕਰਨਾ ਹੁੰਦਾ ਗੱਲ ਨੂੰ ਹੈਨਾ। ਉਹਦੇ ਅੰਦਰ ਕੋਈ ਹੋਰ ਗੱਲ ਹੁੰਦੀ ਆ, ਉੱਤੇ ਤਾਂ ਐ ਮਤਲਬ ਬਣਾ ਦਿੰਦੇ ਆ ਜਿਵੇਂ ਮਤਲਬ ਅਲ ਕਾਇਦਾ ਵਾਲੇ ਤੇ CIA ਨਾਲ ਜਾਂ ਅਮਰੀਕਾ ਨਾਲ ਕੋਈ ਲੜਾਈ ਲੜ ਰਹੇ ਹੋਣ ਹੈਨਾ। ਸੋ ਔਰ ਮੰਨ ਲਓ ਮੇਰੀ ਕਮੀਜ਼ ਫੜ ਲੈਂਦੇ, ਦੀਪ ਸਿੱਧੂ ਦੇ ਕੱਪੜੇ ਫਾੜਤੇ ਲੋਕਾਂ ਨੇ, ਐਂ ਕਰਤੇ, ਉਹ ਬਹੁਤ ਵੱਡੀ ਬੇਇੱਜ਼ਤੀ ਹੈ ਇੱਕ। ਚਾਹੇ ਮੈਂ ਉਹਨਾਂ ਦੀ ਛਿੱਲ ਲਾ ਦਿੰਦਾ ਕੁੱਟ ਉਸ ਤੋਂ ਬਾਅਦ। ਇਹ ਨਹੀਂ ਵੀ ਆਪਾਂ ਨੂੰ ਲੜਨਾ ਨਹੀਂ ਆਉਂਦਾ, ਗਾਲਾਂ ਨਹੀਂ ਕੱਢਣੀਆਂ ਆਉਂਦੀਆਂ, ਮੇਰੇ ਜਿੰਨੀਆਂ ਗਾਲਾਂ ਵੀ ਨਹੀਂ ਕੋਈ ਕੱਢ ਸਕਦਾ ਜੇ ਆਪਦੀ ਆਈ ਤੇ ਆ ਗਏ। ਪਰ ਆਪਾਂ ਪਬਲਿਕਲੀ ਇਸ ਢੰਗ 'ਚ ਵਿਚਰੀਏ, ਫਿਰ ਉਹ ਕੋਈ ਕਿਰਦਾਰ ਨਹੀਂ ਹੁੰਦੇ। ਮੈਨੂੰ ਉੱਥੇ ਵੀ ਜਿਹੜੇ ਮੇਰੇ ਨਾਲ ਬੰਦੇ ਸੀ, ਉੱਥੇ ਹੀ ਨਾਲ ਉਹੀ ਖੜੇ ਸੀ ਜਿਹੜੇ, ਉਹ ਮੈਨੂੰ ਕਹਿੰਦੇ ਬਾਈ ਤੂੰ ਨਿਕਲ ਜਾ। ਅੱਛਾ, ਉਹਨਾਂ ਨੇ ਮੈਨੂੰ ਕਿਹਾ, ਫਿਰ ਮੈਂ ਉੱਥੋਂ ਉਹਨਾਂ ਨੇ ਵੀਡੀਓ ਬਣਾਈ, ਉਹਨਾਂ 'ਚੋਂ ਹੀ ਇੱਕ ਨੇ ਵੀਡੀਓ ਬਣਾਈ। ਉਹਦੇ ਤੇ ਮੈਨੂੰ ਗੁੱਸਾ ਵੀ ਬਹੁਤ ਆਇਆ ਵੀ ਸਾਲਿਆ ਤੂੰ ਹੀ ਕਹੀ ਜਾਂਦਾ। ਨਹੀਂ, ਮੈਨੂੰ ਪਤਾ ਨਹੀਂ ਕੌਣ ਸੀ, ਵੀ ਤੂੰ ਹੀ ਕਹੀ ਜਾਂਦਾ ਨਿਕਲ ਜਾ, ਤੂੰ ਹੀ ਵੀਡੀਓ ਬਣਾਈ ਜਾਂਦਾ। ਅੱਛਾ, ਪੰਜਾਬੀ ਵੈਬਤੀ ਵੀ ਬਹੁਤ ਹੁੰਦੇ ਆ ਤੁਹਾਨੂੰ ਪਤਾ।
ਅੱਛਾ ਫਿਰ ਮੋਟਰਸਾਈਕਲ ਵਾਲੇ ਤੋਂ ਮੈਂ ਇੱਕ ਵਾਰੀ ਕਿਹਾ, ਮੈਂ ਕਿਹਾ ਥੱਲੇ ਉਤਰ ਓਏ, ਉਹਨੇ ਵਿਚਾਰੇ ਨੇ ਮੋਟਰਸਾਈਕਲ ਵੀ ਦੇਤਾ। ਅੱਛਾ ਉੱਥੋਂ ਮੋਟਰਸਾਈਕਲ ਲੈ ਕੇ ਨਿਕਲੇ, ਉਹ ਸਿਚੁਏਸ਼ਨ ਅਵੋਇਡ ਕਰਨਾ ਸੀ। ਮੋਟਰਸਾਈਕਲ ਵਾਲੇ ਨੂੰ ਮੋਟਰਸਾਈਕਲ ਮਿਲ ਗਿਆ ਉਹਦਾ? ਵਾਪਸ ਦਿੱਤਾ। ਹਾਂ, ਉਹਦਾ ਨੰਬਰ ਲੈ ਕੇ ਗਏ ਬਕਾਇਦਾ, ਉਹਨੂੰ ਫੋਨ ਕੀਤਾ, ਉਹਦਾ ਮੋਟਰਸਾਈਕਲ ਉੱਥੇ ਹੀ ਸੁਖਦੇਵ ਦੇ ਢਾਬੇ ਤੇ ਵਾਪਸ ਭੇਜਿਆ। ਨਹੀਂ ਤਾਂ ਉਹਦੀ ਇੱਕ ਵੱਖਰੀ FIR ਹੋ ਜਾਣੀ ਸੀ ਵੀ ਦੀਪ ਸਿੱਧੂ ਮੋਟਰਸਾਈਕਲ ਹੀ ਲੈ ਕੇ ਫਰਾਰ ਹੋ ਗਿਆ। ਤੇ ਹੁਣ ਬਹੁਤ ਸਾਰੀਆਂ ਚਰਚਾਵਾਂ ਤੇ ਬਹੁਤ ਸਾਰੇ ਲੋਕ ਜਿਹੜੇ ਵਿਰੋਧੀ ਨੇ ਤੁਹਾਡੇ, ਉਹ ਇਹ ਵੀ ਕਹਿ ਰਹੇ ਨੇ ਵੀ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਜਾਊਗਾ ਜਾਂ ਆਪਣੀ ਪਾਰਟੀ ਬਣਾਊਗਾ। ਬਹੁਤ ਸਾਰੇ ਲੋਕਾਂ ਨੇ ਇਲਜ਼ਾਮ ਇਹ ਵੀ ਲਾਇਆ ਸੀ ਵੀ ਦੀਪ ਸਿੱਧੂ ਨੇ ਜਦੋਂ ਚੰਡੀਗੜ੍ਹ ਵਿਖੇ ਇਕੱਠੇ ਹੋ ਕੇ ਮੀਟਿੰਗ ਕਰਦੇ ਆ ਤੇ ਉਦੋਂ ਹੀ ਕਲੀਅਰ ਕਰਤਾ ਸੀ ਵੀ ਮੈਂ ਤਾਂ ਬਾਈ ਪੋਲੀਟੀਕਲ ਏਜੰਡਾ ਲੈ ਕੇ ਤੁਰਿਆ ਹੋਇਆ ਤੇ ਇਹਦੇ ਬਿਨਾਂ ਸਰਨਾ ਨਹੀਂ। ਤਾਂ ਤੂੰ ਇਹ ਕਬੂਲਦੇ ਹੋ ਵੀ ਤੁਸੀਂ ਪੋਲੀਟੀਕਲ ਪਾਰਟੀ ਬਣਾਓਗੇ ਜਾਂ ਕਿਸੇ ਪਾਰਟੀ ਜਾਓਗੇ? ਮੇਰੀ ਇੱਕ ਗੱਲ ਸੁਣੋ ਤੁਸੀਂ, ਮੇਰੇ ਲਈ ਬੜਾ ਇਟਸ ਟੂ अर्ਲੀ ਟੂ ਸੇ ਸਮਥਿੰਗ ਰਾਈਟ ਨਾਓ। ਮੈਂ ਹਜੇ ਹੀ ਬਾਹਰ ਆਇਆ, ਹਜੇ ਤਾਂ ਮੈਂ ਇਸ ਲਾਈਫ 'ਚ ਐਡਜਸਟ ਹੋ ਰਿਹਾ, ਪਰ ਮੈਂ ਇੱਕ ਗੱਲ ਦੱਸੂੰਗਾ ਤੁਹਾਨੂੰ, ਕੋਈ ਪਾਰਟੀ ਬਣਾ ਲਈਏ ਇਹ ਕੋਈ ਗੁਨਾਹ? ਕਿਸੇ ਪਾਰਟੀ 'ਚ ਜਾ ਵੜੀਏ ਇਹ ਕੋਈ ਗੁਨਾਹ? ਪਰ ਮੋਰਚੇ ਦੀ ਆੜ ਲੈ ਕੇ ਨਹੀਂ, ਮੋਰਚੇ ਦੀ ਆੜ ਲੈ ਕੇ ਨਹੀਂ। ਤੁਸੀਂ ਮੋਰਚੇ ਦੇ ਦੌਰਾਨ ਕੋਈ ਪਾਰਟੀ ਫਲੋਟ ਕੀਤੀ ਆ? ਜੇ ਮੋਰਚੇ ਚੋਂ ਹੀ ਆਗੂ ਕਹਿ ਦੇਣ ਵੀ ਅਸੀਂ ਐਲਾਨ ਕਰਦੇ ਹਾਂ ਪਾਰਟੀ ਇਹਨੂੰ ਜੁਆਇਨ ਕਰੋ, ਤੇ ਦੀਪ ਸਿੱਧੂ ਕੱਲ੍ਹ ਨੂੰ ਫਿਰ ਆਪਣੀ ਅਲੱਗ ਬਣਾਊਗਾ? ਨਹੀਂ ਬਾਈ, ਇੱਕ ਗੱਲ ਸਮਝੀ ਦੀ ਹੁੰਦੀ। ਹਾਂਜੀ, ਜਿਹੜੇ ਕੌਨਫਲਿਕਟ ਪੋਲਿਟਿਕਸ ਦੇ ਬੰਦੇ ਹੁੰਦੇ ਆ ਨਾ, ਉਹ ਰੋਮਾਂਟਿਕ ਬੰਦੇ ਹੁੰਦੇ ਆ, ਹਨਾ। ਉਹਨਾਂ ਨੂੰ ਆਪਦੇ ਲੋਕਾਂ ਨਾਲ, ਆਪਦੀ ਮਿੱਟੀ ਨਾਲ ਪਿਆਰ ਹੁੰਦਾ, ਹਨਾ। ਉਹ ਰੋਮਾਂਟਿਸਿਜ਼ਮ ਆ ਨਾ ਜਿਹੜਾ, ਉਹ ਰੋਮਾਂਟਿਕ ਬੰਦੇ ਆ ਜਿਹੜੇ, ਉਹ ਇੱਕ ਆਈਡੀਓਲੋਜੀ ਦੇ ਨਾਲ ਜਿਉਂਦੇ ਆ, ਉਹਨੂੰ ਰੋਮਾਂਸ ਕਰਦੇ ਆ। ਜੇ ਕੋਈ ਵੀ ਰੀਜਨਲ ਪਾਰਟੀ, ਮੈਂ ਪਹਿਲਾਂ ਵੀ ਇਹੀ ਗੱਲ ਕਹਿੰਦਾ ਹੁੰਦਾ ਸੀ, ਨੈਸ਼ਨਲ ਪਾਰਟੀ 'ਚ ਮੈਂ ਫਿੱਟ ਨਹੀਂ ਹੋ ਸਕਦਾ, ਕਿਉਂਕਿ ਨੈਸ਼ਨਲ ਪਾਰਟੀ ਨੇ ਦਿੱਲੀ ਦੀ ਗੱਲ ਕਰਨੀ ਆ, ਅਸੀਂ ਆਪਦੇ ਪੰਜਾਬ ਦੀ ਗੱਲ ਕਰਨੀ ਆ। ਕੋਈ ਵੀ ਰੀਜਨਲ ਪਾਰਟੀ ਆਈਡੀਓਲੋਜੀਕਲੀ ਦੀਪ ਸਿੱਧੂ ਨੂੰ ਠੀਕ ਲੱਗੂਗੀ, ਦੀਪ ਸਿੱਧੂ ਉਹਦੇ ਨਾਲ ਆਪਦੀ ਸਪੋਰਟ ਦੇ ਸਕਦਾ, ਦੀਪ ਸਿੱਧੂ ਉਹਦੇ ਵਿੱਚ ਜਾ ਵੀ ਸਕਦਾ, ਇਹ ਕੋਈ ਗੁਨਾਹ ਨਹੀਂ ਆ ਕਿਤੇ। ਪਰ ਕੱਲ੍ਹ ਨੂੰ ਇਹ ਨਾ ਹੋਵੇ ਅੱਜ ਤੁਸੀਂ ਨੈਸ਼ਨਲ ਦਾ ਕਹਿ ਰਹੇ ਹੋ ਤੇ ਨੈਸ਼ਨਲ ਦੇ ਵਿੱਚ ਹੀ ਤੁਹਾਨੂੰ ਦੇਖਿਆ ਜਾਵੇ। ਨਹੀਂ, ਮੇਰਾ ਹਜੇ ਕੋਈ ਇਸ ਜਿਹੜਾ ਤੁਸੀਂ ਕਹਿ ਰਹੇ ਹੋ ਨਹੀਂ, ਹਜੇ ਨਹੀਂ, ਫਿਰ ਭਵਿੱਖ ਵਿੱਚ ਵੀ ਤਾਂ ਇਹੀ ਰਹਿਣਾ ਚਾਹੀਦਾ ਨਾ। ਜੇ ਨੈਸ਼ਨਲ ਨੂੰ ਤੁਸੀਂ ਕਹਿੰਦੇ ਹੋ ਵੀ ਦਿੱਲੀ ਦੇ SYL ਦੇ ਮੁੱਦੇ ਤੇ ਨੈਸ਼ਨਲ ਪਾਰਟੀ ਕਦੇ ਵੀ ਕਲੀਅਰ ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਜਾਂ ਜਿਹੜੇ ਮਸਲੇ ਦਿੱਲੀ ਔਰ ਪੰਜਾਬ ਦੇ ਸਾਂਝੇ ਨੇ ਉਹਦੇ ਤੇ ਕਲੀਅਰ ਨਹੀਂ ਸਾਂਝੇ ਨਹੀਂ, ਜਿੱਥੇ ਸਾਡਾ ਹੱਕ ਬਣਦਾ, ਹਾਂ, ਤੇ ਉਹ ਉੱਥੇ ਕਲੀਅਰ ਨਹੀਂ ਹੋ ਸਕਦੇ। ਤੇ ਅੱਜ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਕੱਲ੍ਹ ਨੂੰ ਤੁਸੀਂ ਕਿਸੇ ਉਹੀ ਨੈਸ਼ਨਲ ਪਾਰਟੀ ਦਾ ਹਿੱਸਾ ਹੋ? ਨਹੀਂ, ਨੈਸ਼ਨਲ ਪਾਰਟੀ ਦਾ ਮੈਂ ਹਿੱਸਾ ਨਹੀਂ ਹੋਊਂਗਾ। ਜੇ ਨੈਸ਼ਨਲ ਪਾਰਟੀ ਫੋਰ ਐਗਜ਼ਾਮਪਲ ਕੱਲ੍ਹ ਨੂੰ ਕੋਈ ਨੈਸ਼ਨਲ ਪਾਰਟੀ ਇਹ ਕਹਿੰਦੀ ਆ ਵੀ ਪੰਜਾਬ ਇੱਕ ਆਪਦਾ ਇੰਡੀਪੈਂਡੈਂਟਲੀ ਆਪਦੇ ਮਸਲੇ ਹੱਲ ਕਰੇ, ਸਾਡੀ ਆਈਡੀਓਲੋਜੀ ਚਾਹੁੰਦੀ ਆ, ਉਹ ਵੱਖਰੀ ਗੱਲ ਆ। ਪਰ ਅੱਜ ਦੀ ਡੇਟ 'ਚ ਕੋਈ ਵੀ ਨੈਸ਼ਨਲ ਪਾਰਟੀ ਸਾਡੀ ਆਈਡੀਓਲੋਜੀ 'ਚ ਨਹੀਂ ਆਉਂਦੀ। ਉਹਨਾਂ ਨੇ ਦਿੱਲੀ ਨੂੰ ਹੀ ਮੁੱਖ ਰੱਖ ਕੇ ਉੱਥੋਂ ਦੀਆਂ ਪਾਲਿਸੀਜ਼ ਦੇ ਨਾਲ ਹੀ ਆਪਦੀ ਸੋਲੀਡੈਰਿਟੀ ਦਿਖਾਉਣੀ ਆ, ਆਪਦੀ ਜਿਹੜੀ ਸਹਿਯੋਗ ਦਿਖਾਉਣਾ। ਜਿਹੜੀ ਤੁਸੀਂ ਰੋਮਾਂਸ ਦੀ ਗੱਲ ਕੀਤੀ, ਰੋਮਾਂਟਿਕ ਹੁੰਦੇ ਆ ਲੋਕ, ਉਹ ਕਿਵੇਂ ਦੇ, ਮਤਲਬ ਕਿ ਆਰਟਿਸਟ ਜਿਹੜੇ ਲੋਕ ਹੁੰਦੇ ਨੇ ਜਾਂ ਜ਼ਰੂਰੀ ਨਹੀਂ ਆਰਟਿਸਟ ਹੋਣ, ਜਿਹੜੇ ਬੰਦੇ ਆਪਦੀ ਮਿੱਟੀ ਨਾਲ, ਆਪਦੇ ਲੋਕਾਂ ਨਾਲ ਪਿਆਰ ਕਰਦੇ ਆ। ਅਸੀਂ ਇਹ ਤਾਂ ਦੇਖਿਆ ਨਾ, ਇਤਿਹਾਸ ਨੇ ਬੜੇ ਬੰਦੇ ਦਿੱਤੇ ਆ। ਇਹ ਤਾਂ ਹਰੇਕ ਕੋਈ ਦਾਅਵਾ ਵੀ ਕਰਦਾ, ਬਿਲਕੁਲ ਕਰਦਾ। ਸੋ ਉਹ ਬੰਦੇ ਜਿਹੜਾ ਮੈਂ ਰਾਹ ਵੀ ਚੁਣ ਲਿਆ ਬਾਈ, ਤੁਸੀਂ ਇੱਕ ਗੱਲ ਮੈਨੂੰ ਦੱਸੋ, ਇੱਕ ਐਕਟਰ ਬੰਦਾ, ਮੇਰਾ ਸਪੋਰਟ ਬੇਸ ਤਾਂ ਪਹਿਲਾਂ ਵੀ ਸੀਗਾ, ਮੇਰਾ ਸਪੋਰਟ ਬੇਸ ਤਾਂ ਪੋਲੀਟੀਕਲੀ ਵੀ ਮੈਂ ਤਾਂ ਲਾਂਚ ਹੋ ਗਿਆ ਸੀ ਸਨੀ ਦਿਓਲ ਬਾਈ ਦੀ ਇਲੈਕਸ਼ਨ 'ਚ। ਪੋਲੀਟੀਕਲੀ ਤਾਂ ਮੈਨੂੰ ਕੋਈ ਡਿਫਿਕਲਟੀ ਨਹੀਂ ਸੀ ਨਾ, ਬੋਲਣਾ ਮੈਨੂੰ ਆਉਂਦਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਥੋੜਾ ਬਹੁਤ ਇੰਟੈਲੀਜੈਂਟ ਮੈਂ ਆ, ਹਨਾ। ਇੱਕ ਸਪੋਰਟ ਬੇਸ ਮੇਰੇ ਕੋਲੇ ਸੀ, ਮੈਨੂੰ ਕੀ ਲੋੜ ਸੀ ਆ ਕੁਝ ਕਰਨ ਦੀ? ਕੋਈ ਲੋੜ ਸੀਗੀ? ਜੇ ਲੋੜ ਵੀ ਹੁੰਦੀ ਇੱਕ ਅੱਧਾ ਦਿਨ ਜਾ ਆਉਂਦਾ ਜਿਵੇਂ ਬਾਕੀ ਸਾਰੇ ਜਾਂਦੇ ਆ, ਤਾਂ ਕੋਈ ਲੋੜ ਨਹੀਂ ਸੀ ਨਾ। ਕਿਤੇ ਨਾ ਕਿਤੇ ਉਹ ਰੋਮਾਂਸ ਅੰਦਰ ਆਪਦੇ ਲੋਕਾਂ ਲਈ, ਆਪਦੀ ਮਿੱਟੀ ਲਈ ਤਾਂ ਹੀ ਇੰਨਾ ਸਮਾਂ ਇਹਨਾਂ ਨੂੰ ਦਿੱਤਾ, ਸਭ ਕੁਝ ਛੱਡ ਕੇ, ਸਭ ਕੁਝ ਹਾਲਟ ਤੇ। ਮੇਰਾ ਇੰਨੇ ਦਿਨਾਂ 'ਚ ਮੈਂ ਕੋਈ ਕੰਮ ਕੀਤਾ? ਪਰ ਉਹ ਕਹਿੰਦੇ ਜਦੋਂ ਜੇਲ੍ਹ ਤੋਂ ਆਊਗਾ, ਇਹ ਦੇਖਿਓ ਦੀਪ ਸਿੱਧੂ 4-5 ਦਿਨ ਗੱਲ ਕਰੂਗਾ ਕਿਸਾਨੀ ਮੋਰਚੇ ਦੀ, ਸੰਘਰਸ਼ ਦੀ, ਤੇ ਫਿਰ ਚੁੱਪ ਕਰ ਜਾਊਗਾ, ਕਿਸਾਨਾਂ ਬਾਰੇ ਗੱਲ ਨਹੀਂ ਕਰੂਗਾ। ਮਤਲਬ ਕਿ ਇੱਕ ਜਿਵੇਂ ਸਰਕਾਰ ਨੇ ਛੱਡਿਆ ਹੁੰਦਾ ਬੰਦਾ ਵੀ ਹਾਂ ਹੁਣ ਜਾ ਕੇ ਥੋੜੇ ਦਿਨ ਕਰੀ ਚੁੱਪ ਹੋ ਜੀ, ਇਸ ਤਰ੍ਹਾਂ ਹੋਊਗਾ। ਜੇ ਮੰਨ ਲਓ ਭਵਿੱਖ ਦੇ ਵਿੱਚ ਤੁਹਾਨੂੰ ਬੁਲਾ ਵੀ ਲੈਂਦੇ ਨੇ, ਕਿਉਂਕਿ ਕੁਝ ਕਿਸਾਨ ਆਗੂ ਜਿਹੜੇ ਹੈਗੇ ਨੇ ਉਹਨਾਂ ਨਾਲ ਮੈਂ ਤੁਹਾਡੇ ਬਾਰੇ ਜਦੋਂ ਗੱਲਬਾਤ ਕਰਦਾ ਤਾਂ ਉਹ ਇਹ ਵੀ ਕਹਿੰਦੇ ਆ ਵੀ ਅਸੀਂ ਅੰਦਰੋਂ ਅੰਦਰੀ ਸਪੋਰਟ ਦੇ ਵਿੱਚ ਵੀ ਹੈਗੇ ਦੀਪ ਬਾਈ ਦੀ, ਪਰ ਕਿਸਾਨੀ ਮੋਰਚੇ ਦੇ ਨਾਲ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ, ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਸਾਨੂੰ ਇਹ ਸਾਥ ਦੇਣਾ ਪੈਣਾ। ਉਹ ਬਾਅਦ 'ਚ ਦੱਸਾਂਗੇ ਵੀ ਅਸੀਂ ਕਿਸ ਤਰ੍ਹਾਂ ਸੋਚਦੇ ਹਾਂ ਦੀਪ ਬਾਰੇ, ਹਾਲਾਂਕਿ ਤੁਹਾਡੇ ਪੱਖ ਦੇ ਵਿੱਚ ਸੋਚਦੇ ਆ। ਤਾਂ ਉਸ ਕਰਕੇ ਕਹਿ ਰਿਹਾ ਵੀ ਕਿਤੇ ਕੱਲ੍ਹ ਨੂੰ ਉਹ ਗੱਲਾਂ ਸਾਹਮਣੇ ਆਉਣ। ਮੈਂ ਤੁਹਾਨੂੰ ਇੱਕ ਗੱਲ ਦੱਸਦਾ,
ਜਿਹੜੀ ਗੱਲ ਆ ਵੀ ਸਰਕਾਰ ਨੇ ਛੱਡਿਆ ਕੋਈ ਬੰਦਾ, ਉਹ ਤਾਂ ਫਿਰ ਉਹਨੂੰ ਖਤਮ ਕਰੂਗਾ ਨਾ। ਉਹ ਤਾਂ 4-5 ਦਿਨ ਗੱਲ ਨਹੀਂ ਕਰੂਗਾ, ਉਹਦੇ ਕੋਲੇ ਤਾਂ ਅੱਜ ਪੂਰਾ ਸਪੋਰਟ ਬੇਸ ਆ ਆਪਦਾ, ਲੋਕ ਵੀ ਹੱਕ 'ਚ ਆ। ਉਹ ਤਾਂ ਕਹੂਗਾ ਚਲੋ ਬਈ ਚੱਲੀਏ, ਉੱਥੇ ਜਾ ਕੇ ਸਰਕਾਰ ਦੇ ਕੰਮ ਕਰੀਏ। ਦੀਪ ਸਿੱਧੂ ਤਾਂ ਕਹਿ ਰਿਹਾ ਨਹੀਂ ਮੈਂ ਤਾਂ ਤੁਹਾਡਾ ਸੋਲਜਰ ਆ, ਤੁਸੀਂ ਮੈਨੂੰ ਦੱਸੋ ਕੀ ਕਰਨਾ, ਮੈਨੂੰ ਹੁਕਮ ਲਾਓ, ਮੈਂ ਤੁਹਾਡੇ ਨਾਲ ਆ। ਦੀਪ ਸਿੱਧੂ ਤਾਂ ਤੁਹਾਡੇ ਤੋਂ ਕੋਈ ਵੱਖਰਾ ਪ੍ਰੋਗਰਾਮ ਨਹੀਂ ਦੇ ਰਿਹਾ। ਜੇ ਸਰਕਾਰ ਦਾ ਛੱਡਿਆ ਤਾਂ ਨਵੀਂ ਸਟੇਜ ਗੱਡ ਲੂਗਾ ਉੱਥੇ ਜਾ ਕੇ। ਦੀਪ ਸਿੱਧੂ ਤਾਂ ਕੋਈ ਨਵੀਂ ਸਟੇਜ ਨਹੀਂ ਗੱਡ ਰਿਹਾ। ਹੁਣ ਆਏ ਤਾਂ ਗੱਲਾਂ ਨਿਕਲਦੀਆਂ ਹੀ ਜਾਣਗੀਆਂ ਵੀ ਆਹ ਨਹੀਂ ਕੀਤਾ ਬਾਈ, ਤੂੰ ਆਹ ਕਰਨਾ ਚਾਹੀਦਾ ਸੀ। ਇਹਦਾ ਤਾਂ ਕੋਈ ਹੱਲ ਨਹੀਂ ਹੁੰਦਾ ਨਾ। ਤੁਸੀਂ ਮੇਰੇ ਨਾਲ ਜੇ ਮੈਂ ਕਹਾਂ ਬਾਈ ਮੈਂ ਤੁਹਾਡੇ ਨਾਲ ਇੰਟਰਵਿਊ ਨਹੀਂ ਕਰਨੀ ਯਾਰ, ਤੁਸੀਂ ਆ ਪੀਲੀ ਕਮੀਜ਼ ਪਾ ਕੇ ਆ ਗਏ, ਇਹਦਾ ਕੋਈ ਇਲਾਜ ਨਹੀਂ ਇਸ ਗੱਲ ਦਾ। ਇਹਦਾ ਤਾਂ ਕੋਈ ਇਲਾਜ ਨਹੀਂ। ਸੋ ਇਹ RSS ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੇ ਨਾ, ਇਹ ਸ਼ੱਕ ਕਰਦੀਆਂ ਪੀਲੀ ਕਮੀਜ਼ ਤੇ। ਇਹੀ ਬਸ ਇਹੀ ਗੱਲ ਆ ਵੀ ਮੈਂ ਪੀਲੀ ਦਾ ਨਾਂ ਲੈਤਾ ਤੇ RSS ਵਾਲਾ ਹੋ ਗਿਆ। ਹੁਣ ਇਹਦਾ ਕੋਈ ਬੁਨਿਆਦ ਹੈਗੀ ਇਸ ਗੱਲ ਦੀ, ਪਰ ਐਨੀਵੇਜ਼ ਆਪਣੀ ਚੱਲਦੀਆਂ ਗੱਲਾਂ ਇਹ ਹੁੰਦੀਆਂ। ਠੀਕ ਹੈ। ਤੇ ਮਤਲਬ ਕਿ ਤੁਸੀਂ ਜਾ ਵੀ ਸਕਦੇ ਹੋ, ਪੋਲੀਟੀਕਲ ਪਾਰਟੀ ਵੀ ਬਣਾ ਸਕਦੇ ਹੋ, ਤੁਸੀਂ ਆਪ ਵੀ ਚੋਣ ਨਹੀਂ ਲੜ ਸਕਦੇ ਹੋ, ਕੁਝ ਬੰਦਿਆਂ ਨੂੰ ਵੀ ਅੱਗੇ ਕਰ ਸਕਦੇ ਹੋ। ਐਬਸੋਲੂਟਲੀ, ਕਿ ਇਹਦੇ ਚ ਮਾੜਾ ਕੀ ਆ। ਸਾਡਾ ਸਾਥ ਦੇਣਗੇ ਲੋਕ। ਬੀਬੀ ਖਾਲੜਾ ਲੜੀ ਸੀ, ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕੁਝ ਸੋਚਿਆ ਸੀ ਜਾਂ ਕੀਤਾ ਵੀ ਹੋਇਆ ਪਿਛੋਕੜ 'ਚ, ਉਹਨਾਂ ਨੂੰ ਨਕਾਰਤਿਆ ਲੋਕਾਂ ਨੇ। ਪਰ ਇਹੀ ਗੱਲ ਆ, ਤੁਸੀਂ ਇਸ ਗੱਲ ਤੇ ਪੁਰਾਣੀਆਂ ਐਗਜ਼ਾਮਪਲਸ ਤੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਖਾਲੜਾ ਸਾਹਿਬ ਦਾ ਜਦੋਂ ਹੁਣ 1-2 ਕਿਤਾਬਾਂ ਲਿਖੀਆਂ ਗਈਆਂ ਨਾ, ਖਾਲੜਾ ਸਾਹਿਬ ਦਾ ਉਦੋਂ ਪਹਿਲਾਂ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਸੀ। ਮੈਂ ਸੱਚ ਗੱਲ ਦੱਸਦਾ ਤੁਹਾਨੂੰ, ਜੇ ਤੁਸੀਂ ਕਹੋ ਵੀ ਖਾਲੜਾ ਸਾਹਿਬ ਦੇ ਕੰਮ ਬਾਰੇ ਮੈਨੂੰ ਪਤਾ ਸੀ ਲੋਕਡਾਊਨ ਤੋਂ ਪਹਿਲਾਂ, ਮੈਨੂੰ ਵੀ ਨਹੀਂ ਪਤਾ ਸੀ ਬਾਈ। ਇਹ ਤਰਾਸਦੀ ਦਾ ਕਾਰਨ ਕੀ ਸੀ? ਇਹ ਤਰਾਸਦੀ ਦਾ ਕਾਰਨ ਇਹ ਆ ਵੀ ਮੈਂ ਆਪਦਾ ਦੱਸ ਸਕਦਾ। ਇੱਕ ਤਾਂ ਆਪਦੇ ਕਲਚਰ ਤੋਂ ਦੂਰ ਰਿਹਾ, ਚਾਹੇ ਮੇਰੇ 'ਚ ਕਲਚਰ ਆਪਦਾ ਵਿਰਸਾ ਬਹੁਤ ਆ, ਪਰ ਜਦੋਂ ਤੁਸੀਂ ਦੂਰ ਰਹਿੰਦੇ ਹੋ, ਇੱਕ ਜ਼ਿੰਦਗੀ 'ਚ ਮਸਰੂਫ ਹੋ ਜਾਂਦੇ ਹੋ, ਇੱਕ ਉਸ ਜ਼ਿੰਦਗੀ 'ਚੋਂ ਜਿੱਥੇ ਤੁਸੀਂ ਇੱਕ ਕੰਪਲੀਟਲੀ ਸ਼ੋਬਿਜ਼ ਦੀ ਜ਼ਿੰਦਗੀ ਜਿਉ ਰਹੇ ਹੋ ਬੰਬੇ ਵਰਗੇ ਸ਼ਹਿਰ 'ਚੋਂ, ਤੇ ਤੁਸੀਂ ਆਪਦੇ ਵਿਰਸੇ ਤੋਂ ਥੋੜ੍ਹਾ ਜਿਹਾ ਪਾਸੇ ਹੋ ਜਾਂਦੇ ਹੋ। ਉਹ ਵਿਰਸੇ ਨਾਲ ਫਿਰ ਜਦੋਂ ਉਹ ਮਸਰੂਫੀਅਤ ਬਿਜ਼ੀ ਜਿੰਨਾ ਤੁਹਾਡਾ ਰਹਿਣਾ ਹੁੰਦਾ ਉਹ ਘੱਟ ਹੁੰਦਾ, ਤੇ ਲੋਕਡਾਊਨ 'ਚੋਂ ਘੱਟ ਹੋਇਆ। ਜਦੋਂ ਮੈਂ ਥੋੜ੍ਹਾ ਜਿਹਾ ਆਪਦੇ ਵਿਰਸੇ ਵੱਲ ਵਾਪਸ ਆਇਆ ਤਾਂ ਮੈਨੂੰ ਫਿਰ ਉਹ ਸਾਰੀਆਂ ਗੱਲਾਂ ਜਿਹੜਾ ਮੈਂ ਪਿਛਲੇ 15-20 ਸਾਲ ਮਿਸ ਕਰ ਗਿਆ ਸੀ, ਉਹ ਸਾਰੀਆਂ ਗੱਲਾਂ ਮੇਰੇ ਸਾਹਮਣੇ ਆਈਆਂ। ਤੇ ਇਸੇ ਗੱਲ ਨੇ ਮੇਰੇ ਅੰਦਰ ਵਿਰਸਾ ਜਗਾਇਆ, ਇਸੇ ਗੱਲ ਖਾਤਰ ਫਿਰ ਮੈਂ ਨਾਲ ਆ ਕੇ ਖੜਾ ਹੋਇਆ। ਤੇ ਲੱਖਾ ਸਿਧਾਣਾ ਬਾਰੇ ਤੁਹਾਡੇ ਕੀ ਵਿਚਾਰ ਨੇ? ਕਿਉਂਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਵਰਸਸ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਬਹੁਤ ਸਾਰੇ ਲੋਕ ਇਹ ਵੀ ਚਾਹੁੰਦੇ ਆ ਵੀ ਇਹ ਦੋ ਨੌਜਵਾਨ ਜਿਹੜੇ ਹੈਗੇ ਨੇ ਬਹੁਤ ਪੰਜਾਬ ਲਈ ਸੋਚਦੇ ਨੇ, ਤੇ ਤੁਸੀਂ ਲੱਖੇ ਬਾਰੇ ਕੀ ਸੋਚਦੇ ਹੋ? ਨਹੀਂ, ਮੇਰੇ ਤਾਂ ਦੇਖੋ, ਮੈਂ ਇਹ ਕਹਿਣਾ, ਲੱਖੇ ਨੇ ਬੜਾ ਆਪਦਾ ਯੋਗਦਾਨ ਦਿੱਤਾ ਇਸ ਅੰਦੋਲਨ 'ਚ। ਪਹਿਲਾਂ ਵੀ ਦਿੰਦਾ ਰਿਹਾ ਉਹ, ਪੰਜਾਬੀ ਬੋਲੀ ਵਾਸਤੇ ਵੀ ਲੜਿਆ ਇਮਾਨਦਾਰੀ ਨਾਲ। ਤੇ ਤੁਸੀਂ ਇਹ ਕਹਿ ਲਓ ਵੀ ਉਹਨੇ ਦਿਲੋਂ ਇਸ ਅੰਦੋਲਨ ਦੇ ਨਾਲ, ਜਾਂ ਇੱਥੇ ਜਿਹੜੇ ਬੰਦਿਆਂ ਨੂੰ ਮੋਬਿਲਾਈਜ਼ ਕੀਤਾ, ਯੂਥ ਨੂੰ ਮੋਬਿਲਾਈਜ਼ ਕੀਤਾ, ਉਹਨੇ ਦਿਲੋਂ ਕੰਮ ਕੀਤਾ। ਉਹਦਾ ਵੀ ਯੋਗਦਾਨ ਆ, ਹੋਰ ਸਾਰੇ ਬੰਦਿਆਂ ਦਾ ਯੋਗਦਾਨ ਆ, ਹੈ ਨਾ। ਔਰ ਇੱਕ ਗੱਲ ਮੈਂ ਹੋਰ ਕਹਿਣਾ, ਲੱਖੇ ਨੇ ਕੁਝ ਗਲਤ ਨਹੀਂ ਕੀਤਾ ਤਾਂ ਉਹਨੂੰ ਡਰਨਾ ਨਹੀਂ ਚਾਹੀਦਾ। ਡਰਨਾ ਇਨ ਦਾ ਸੈਂਸ ਉਹਨੂੰ ਪਾਸੇ ਨਹੀਂ ਰਹਿਣਾ ਚਾਹੀਦਾ। ਫੇਸ ਕਰਦੇ ਆ, ਮੇਰੇ ਨਾਲ ਉਹ ਖੜਿਆ ਹੋਵੇ ਨਾ ਖੜਿਆ ਹੋਵੇ ਮੈਨੂੰ ਨਹੀਂ ਪਤਾ ਬਾਈ, ਸੱਚੀ ਹਜੇ ਤਾਂ ਮੈਂ ਬਾਹਰ ਹੀ ਆਇਆ, ਪਰ ਮੈਂ ਉਹਦੇ ਨਾਲ ਖੜੂੰਗਾ ਜੇ ਕੱਲ ਨੂੰ ਅੰਦਰ ਹੁੰਦਾ ਤਾਂ। ਮੈਂ ਆਵਾਜ਼ ਬੁਲੰਦ ਕਰੂੰਗਾ, ਕਿਉਂਕਿ ਮੈਨੂੰ ਇਹ ਪਤਾ ਉਹਦਾ ਪਾਸਟ ਜੋ ਮਰਜ਼ੀ ਰਿਹਾ ਹੋਵੇ, ਪਰ ਉਹਦੇ ਉਹਨੇ ਵੀ ਗਲਤ ਨਹੀਂ ਕੀਤਾ ਕੁਛ। ਤੇ ਉਹਦੇ ਨਾਲ ਜੇ ਉਹ, ਕਿਉਂਕਿ ਲੋਕ ਹੁਣ ਇਹ ਦੇਖਦੇ ਵੀ ਟਾਈਮ ਹੋ ਗਿਆ, ਲੱਖ ਰੁਪਇਆ ਨਾਮ ਆ, ਲੱਖੇ ਨਾਲ ਤਾਂ ਬਹੁਤ ਅੰਦਰ ਟੌਰਚਰ 3rd ਡਿਗਰੀ ਹੋਏਗਾ, ਇਸ ਤਰ੍ਹਾਂ ਸੋਚਦੇ ਆ। ਤੇ ਜਿਸ ਤਰ੍ਹਾਂ ਦਾ ਹੁੰਦਾ ਸੋਚਦੇ ਤਾਂ ਹੈ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਾਡਾ ਕੋਈ ਵੀ ਬੰਦਾ ਪੁਲਿਸ ਫੜ ਕੇ ਲੈ ਜਾਂਦੀ ਆ, ਅੰਦਰ ਜਾਂਦਾ, ਸਾਨੂੰ ਸਾਥ ਦੇਣਾ ਚਾਹੀਦਾ। ਸਾਨੂੰ ਵਖਰੇਵੇਂ ਭੁਲਾ ਕੇ ਇੱਕ ਦੂਜੇ ਦੇ ਨਾਲ ਸਪੋਰਟ ਉਹ ਸ਼ੋਅ ਕਰਨੀ ਚਾਹੀਦੀ। ਪਰ ਬਾਈ ਆਪਣੇ ਜਿਹੜੇ ਤੁਸੀਂ ਆਪਣੇ ਸਪੋਰਟਰ ਨੂੰ ਵੀ ਤਾਂ ਫਿਰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਸਪੋਰਟਰ ਲਗਾਤਾਰ ਜਦੋਂ ਅਸੀਂ ਪਾਉਂਦੇ ਆ ਤਾਂ ਪੰਥਕ ਕਾਮਰੇਡ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ। ਇਹ ਠੀਕ ਹੈ, ਕੋਈ ਸਪੋਰਟ ਕਰਦਾ ਹੈ, ਹਰ ਇੱਕ ਦੇ ਆਪਣੇ ਵਿਚਾਰ ਨੇ, ਆਜ਼ਾਦੀ ਹੈ ਵਿਚਾਰਾਂ ਦੇ ਵਿੱਚ। ਤੇ ਸਾਡਾ ਧਰਮ, ਸਿੱਖ ਧਰਮ ਦੀ ਆਪਾਂ ਗੱਲ ਕਰਦੇ, ਸਿੱਖ ਧਰਮ ਤਾਂ ਦੂਜਿਆਂ ਲਈ ਵੀ ਹਮੇਸ਼ਾ ਮਰਦਾ ਰਿਹਾ, ਦੂਜਿਆਂ ਲਈ ਹੀ ਪ੍ਰਾਪਤ ਕੀਤੀਆਂ ਬਾਈ। ਇਹੀ ਫਰਕ ਆ ਸਿੱਖਾਂ 'ਚ। ਤੇ ਫਿਰ ਅਸੀਂ ਕਾਮਰੇਡ ਪੰਥਕ ਕਿਉਂ ਬਣਾਉਂਦੇ ਆ ਇਹਨੂੰ? ਸਿੱਖ ਕਦੇ ਵੀ ਆਪਦੀ ਆਜ਼ਾਦੀ ਲਈ ਨਹੀਂ ਲੜਦਾ ਇਕੱਲਾ,
ਉਹ ਦੂਜਿਆਂ ਦੀ ਆਜ਼ਾਦੀ ਲਈ ਵੀ ਉਵੇਂ ਹੀ ਲੜੂਗਾ ਜਿਵੇਂ ਆਪਦੀ ਆਜ਼ਾਦੀ ਲਈ ਲੜੂਗਾ। ਪਰ ਸਾਡੇ ਸਿੱਖ ਭਰਾ ਵੀ ਕੁਛ ਹੈਗੇ ਨੇ ਜਿਹੜੇ ਕਾਮਰੇਡਾਂ ਨਾਲ ਉਲਝਦੇ ਨੇ, ਤੇ ਇਹ ਸਾਰੇ ਆਪਾਂ ਭਰਾ ਆਏ। ਹਾਂ ਐਬਸੋਲੂਟਲੀ। ਹਾਂ ਜਿਹੜੇ ਕਾਮਰੇਡ ਆ ਉਹ ਵੀ ਸਾਡੇ ਹੀ ਆ ਇੱਥੋਂ, ਹਨਾ। ਸਿੱਖ ਵੀ ਸਾਡੇ ਹੀ ਆ, ਅਕਾਲੀ ਵੀ ਸਾਡੇ ਹੀ ਆ, ਕਾਂਗਰਸ ਵਾਲੇ ਵੀ ਸਾਡੇ ਹੀ ਆ। ਮੈਂ ਕਹਿੰਦਾ ਜਿਹੜੇ ਪੰਜਾਬ ਤੋਂ ਆ, ਇਹਨਾਂ ਲੋਕਾਂ ਨਾਲ ਹੀ ਅਸੀਂ ਜਿਉਣਾ। ਅਸੀਂ ਆਪਦੀਆਂ ਵੰਡਾਂ ਨੂੰ ਜਾਂ ਉਹ ਵਿੱਥਾਂ ਨੂੰ ਇੰਨਾ ਨਹੀਂ ਵਧਾਉਣਾ ਵੀ ਮੁੜ ਕੇ ਉਹਨਾਂ ਨੂੰ ਅਸੀਂ ਪੂਰੀ ਨਾ ਸਕੀਏ, ਹਨਾ। ਇਸ ਕਰਕੇ ਆਪਦੀ ਸ਼ਬਦਾਵਲੀ, ਆਪਦੀ ਬੋਲੀ, ਹਨਾ, ਲਹਿਜ਼ਾ ਤੇ ਤੁਹਾਡੇ 'ਚ ਜਿਹੜੀ ਇੱਕ ਇਹ ਕਹਿ ਲਓ ਵੀ ਲਿਆਕਤ, ਹਾਂ ਲਿਆਕਤ ਤਾਂ ਚਲੋ ਹੈ, ਪਰ ਨਾਲ ਤੁਹਾਡੇ 'ਚ ਅਦਬ ਹੋਣਾ ਚਾਹੀਦਾ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ। ਤੇ ਜਿਹੜੇ ਸਾਡੇ ਬੰਦੇ ਆ ਜਾਂ ਜਿਹੜੇ ਮੇਰੇ ਨਾਲ ਤਾਰੁਫ ਰੱਖਦੇ ਆ, ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਆਪਾਂ ਕਿਸੇ ਨੂੰ ਵੀ ਮਾੜਾ ਬੋਲ ਨਹੀਂ ਬੋਲਣਾ, ਹਨਾ। ਕਿਸੇ ਨਾਲ ਇਹ ਪੰਥਕ ਕਾਮਰੇਡ ਵਾਲੀ ਲੜਾਈ ਨਹੀਂ ਲੜਨੀ। ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਉਹਦੇ ਵਿੱਚ ਕੋਈ ਦੂਜਾ ਆਪਾਂ ਕੋਈ ਪੰਗਾ ਖੜਾ ਕਰ ਲਈਏ ਜਾਂ ਕੋਈ ਪੰਥਕ ਕਾਮਰੇਡ ਲੜਾਈ ਲੜਨ ਲੱਗ ਜਾਈਏ, ਇਹ ਸਾਡਾ ਟੀਚਾ ਨਹੀਂ ਆ। ਸੋ ਇਸ ਗੱਲ ਤੋਂ ਆਪਾਂ ਦੂਰ ਰਹੇ। ਠੀਕ ਹੈ। ਤੇ ਤੁਹਾਡੀ ਗ੍ਰਿਫਤਾਰੀ ਕਿਵੇਂ ਹੁੰਦੀ? ਕਿਉਂਕਿ ਉਹਦੇ 'ਚ ਮੋਹਾਲੀ ਪੁਲਿਸ ਦੇ ਨਾਲ ਦਿੱਲੀ ਪੁਲਿਸ ਦਾ ਵਿਵਾਦ ਹੋ ਜਾਂਦਾ ਹੈ, ਫਿਰ ਕਹਿੰਦੇ ਜੀ ਕਰਨਾਲ ਤੋਂ ਫੜ ਲਿਆ ਜੀ। ਨਹੀਂ ਭਾਈ, ਉਹ ਦੀਪ ਸਿੱਧੂ ਦੀ ਗ੍ਰਿਫਤਾਰੀ ਜਿਹੜੀ ਹੋਈ ਆ ਨਾ, ਉਹ ਇੱਕ ਇਹੋ ਜਿਹਾ ਐਪੀਸੋਡ ਆ ਜਿਹਦੇ ਬਾਰੇ ਮੈਂ ਲਿਖੂੰਗਾ। ਹਜੇ ਆਪਾਂ ਉਹਦੇ ਤੇ ਗੱਲ ਨਾ ਕਰੀਏ ਕਿਉਂਕਿ ਹਜੇ ਮੇਰੇ ਤੇ ਕੇਸ ਚੱਲਦਾ, ਹਨਾ। ਜੇ ਮੈਂ ਇਹ ਗੱਲਾਂ ਕਹੂੰਗਾ, ਉਹ ਮੁੜ ਕੇ ਉਹਨਾਂ ਨੇ ਕੋਰਟ 'ਚ ਕੋਈ ਹੋਰ ਕਹਾਣੀਆਂ ਹੁੰਦੀਆਂ, ਪਬਲਿਕ 'ਚ ਕੋਈ ਹੋਰ ਕਹਾਣੀਆਂ ਹੁੰਦੀਆਂ, ਉਹਨਾਂ ਨੇ ਮੁੜ ਕੇ ਉੱਥੇ ਪੇਸ਼ ਕਰ ਦੇਣੀਆਂ ਗੱਲਾਂ। ਤੇ ਇਸ ਗੱਲ ਨੂੰ ਆਪਾਂ ਬਾਅਦ 'ਚ ਨਜਿੱਠਾਂਗੇ, ਪਹਿਲਾਂ ਕੇਸ ਨੂੰ ਨਜਿੱਠ ਲਈਏ ਆਪਾਂ, ਕਿਉਂਕਿ ਉਹ ਇੱਥੇ ਵੀ ਹਜੇ ਤੱਕ ਜੁਡੀਸ਼ਰੀ ਨੇ ਸਾਥ ਦਿੱਤਾ ਜਮਾਂ। ਤੁਸੀਂ ਇਹ ਕਹਿ ਲਓ ਡਟ ਕੇ 21 ਪੇਜਾਂ ਦਾ ਆਰਡਰ, ਬੇਲ ਆਰਡਰ, ਕਦੇ ਬੇਲ ਆਰਡਰ ਏਡਾ ਲੰਬਾ ਨਹੀਂ ਹੁੰਦਾ। ਸੈਸ਼ਨ ਜੱਜ ਜਿਹੜੇ ਹਨਾ, ਆਬਿਦਾ ਨਿਲੋਫਰ ਪ੍ਰਵੀਨ, ਤਾਂ ਉਹਨਾਂ ਨੇ ਇਹ ਪਾਸ ਕੀਤਾ। ਇੱਕ ਇੱਕ ਚੀਜ਼ ਜਿਹੜੀ ਐਲੀਗੇਸ਼ਨ ਸੀ ਉਹਦੇ ਨਾਲ ਡੀਲ ਕੀਤਾ, ਬੜਾ ਐਨ ਡਟ ਕੇ ਆਰਡਰ ਦਿੱਤਾ ਆਪਾਂ ਨੂੰ, ਬੜਾ ਸੋਹਣਾ ਆਰਡਰ ਆ। ਉਸ ਤੋਂ ਬਾਅਦ ਜਿਹੜੇ ਨਾਗਰ ਸਾਹਿਬ ਆ, ਗਜਿੰਦਰ ਸਿੰਘ ਨਾਗਰ, ਉੱਥੇ ਹਨਾ MM ਮੈਟਰੋਪੋਲੀਟਨ ਮੈਜਿਸਟ੍ਰੇਟ ਆ, ਉਹਨਾਂ ਨੇ ਜੋ ਆਰਡਰ ਰਿਮਾਂਡ ਜਿਹੜਾ ਦੂਜੀ FIR 'ਚ ਮਨਾ ਕੀਤਾ। ਜੇ ਦੂਜੀ FIR 'ਚ ਰਿਮਾਂਡ ਮਿਲ ਜਾਂਦਾ ਨਾ ਪੁਲਿਸ ਨੂੰ ਬਾਈ, ਹਜੇ ਮੈਂ ਬਾਹਰ ਨਹੀਂ ਆਉਂਦਾ ਸੀ। ਫਿਰ ਉਹਨਾਂ ਦੀ ਕੋਸ਼ਿਸ਼ ਵੀ ਇਹੀ ਸੀ, ਤਾਂ ਹੀ ਜਿੱਦਾਂ ਬੇਲ ਹੋਈ ਉਦੋਂ ਦੂਜਾ ਕੇਸ। ਇੰਨੇ 90 ਦਿਨਾਂ ਤੋਂ ਤੁਹਾਨੂੰ ਪਤਾ ਨਹੀਂ ਸੀ ਦੀਪ ਸਿੱਧੂ ਅੰਦਰ, 90 ਦਿਨਾਂ ਤੋਂ ਤੁਸੀਂ ਕੇਸ ਨਹੀਂ ਪਾਇਆ। ਜਦੋਂ ਬਾਹਰ ਆਉਣ ਲੱਗਿਆ ਤੁਸੀਂ ਦੂਜੀ FIR 'ਚ ਚੱਕ ਲਿਆ ਕੇ, ਹਨਾ। ਪਰ ਜੁਡੀਸ਼ਰੀ ਨੇ ਬਾਈ ਸੱਚੀ ਬਹੁਤ ਸਾਥ ਦਿੱਤਾ, ਨੇਕ ਰੂਹਾਂ ਸੀ ਉਹ। ਤੇ ਮੈਂ ਇੱਕ ਗੱਲ ਇਹ ਕਹਿਣਾ ਵੀ ਤੁਸੀਂ ਉਹ ਆਰਡਰ ਪੜ੍ਹ ਲਿਓ, ਰਿਮਾਂਡ ਆਰਡਰ, ਤੇ ਤੁਸੀਂ ਹੁਣ ਜਿਹੜਾ ਬੇਲ ਆਰਡਰ ਆ ਦੂਜੀ ਆਪਾਂ ਨੂੰ FIR 'ਚ ਮਿਲਿਆ ਉਹ ਪੜ੍ਹ ਲਿਓ। ਤੁਹਾਡੇ ਅੱਗੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ ਯਾਰ ਜੀ। ਕਮਾਲ ਦੇ ਆਰਡਰ ਲਿਖੇ ਗਏ ਆ। ਤੇ ਅਗਲੀ ਗੱਲ, ਉਹ ਵੀ ਗੱਲ ਉਹਨਾਂ ਨੇ ਬੋਲੇ ਸੁਣੇ ਹਾਲ ਜਾਂ ਉਹ ਸਭ ਕਲੀਅਰ ਕੀਤੇ ਆ ਸਾਰਾ ਗੱਲ। ਔਰ ਜੇ ਦੀਪ ਸਿੱਧੂ ਕਿਸੇ ਸਟੇਟ ਦਾ ਜਾਂ ਕਿਸੇ ਪਾਰਟੀ ਦਾ ਬੰਦਾ ਹੁੰਦਾ, ਦੀਪ ਸਿੱਧੂ ਨੂੰ ਕੋਈ ਲੋੜ ਨਹੀਂ ਸੀ ਉਹਨਾਂ ਨੂੰ ਮੁੜ ਕੇ ਚੱਕਣ ਦੀ। ਦੀਪ ਸਿੱਧੂ ਨੂੰ ਕੋਈ ਲੋੜ ਨਹੀਂ ਸੀ ਸੋਲਿਟਰੀ ਕਨਫਾਈਨਮੈਂਟ। ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਹੋ ਵੀ ਤੁਸੀਂ RSS ਦੇ ਜਾਂ BJP ਦੇ ਬੰਦੇ ਨਹੀਂ ਹੋ? ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਇਹ, ਹਨਾ। ਪੰਜਾਬ ਕਦੇ ਨਾ ਮੈਨੂੰ, ਵੈਸੇ ਅਸਲੀ RSS ਦਾ ਬੰਦਾ ਤਾਂ ਕਹਿ ਦਊਗਾ, ਉਹ ਜਦੋਂ ਰੱਬ ਨੂੰ ਇਹ ਨਹੀਂ ਮੰਨਦਾ ਜਿਹੜਾ ਬੰਦਾ, ਉਹ ਤਾਂ ਕਹਿ ਦਊਗਾ। ਇਹ ਨਹੀਂ ਵੀ ਕੋਈ ਮੰਨਦਾ ਨਹੀਂ ਹੈ ਰੱਬ ਨੂੰ। ਇਸ ਗੱਲ ਤੇ ਨਾ ਆਪਾਂ ਉਹ ਕਰੀਏ। ਰੱਬ ਨੂੰ ਹਰ ਬੰਦਾ ਧਿਆਉਂਦਾ, ਜਿਹੜਾ ਨਹੀਂ ਧਿਆਉਂਦਾ ਉਹ ਏਥਿਸਟ ਆ, ਨਾਸਤਿਕ ਆ ਉਹ, ਹਨਾ। ਰੱਬ ਕੱਲਾ ਅਕਾਲ ਪੁਰਖ ਵਾਹਿਗੁਰੂ ਨਹੀਂ ਹੈ ਯਾਰ, ਹਨਾ। ਜੇ ਮੁਸਲਮਾਨ ਅੱਲਾ ਨੂੰ ਪ੍ਰੇ ਕਰਦੇ ਆ ਤਾਂ ਉਹ ਵੀ ਤਾਂ ਉਹਨਾਂ ਦਾ ਰੱਬ ਆ ਨਾ। ਜੇ ਕ੍ਰਿਸਚੀਅਨਸ ਜੀਸਸ ਕ੍ਰਾਈਸਟ ਨੂੰ ਪ੍ਰੇ ਕਰਦੇ ਆ, ਉਹ ਵੀ ਤਾਂ ਰੱਬ ਆ ਨਾ। ਰੱਬ ਨੇ ਆਪਣਾ ਠੇਕਾ ਥੋੜੀ ਲੈ ਰੱਖਿਆ ਕੱਲਿਆਂ ਦਾ, ਹਨਾ। ਰੱਬ ਇੰਨਾ ਵਿਤਕਰੇਵਾਜ ਨਹੀਂ ਆ ਵੀ ਆਪਣੇ ਕੱਲਿਆਂ ਦਾ ਠੇਕਾ ਲੈ ਰੱਖਿਆ ਵੀ ਸਿੱਖਾਂ ਦਾ ਹੀ ਰੱਬ ਹੋਊਗਾ, ਬਾਕੀਆਂ ਦਾ। ਮਤਲਬ ਕਿ ਜਿਹੜਾ ਬੰਦਾ ਪਰਮਾਤਮਾ ਨੂੰ, ਕਿਉਂਕਿ ਬਾਈ ਜੀ ਜਿਹੜੇ ਲੀਡਰ ਬਹੁਤ ਸਾਰੇ ਗਲਤ ਕੰਮ ਜਾਂ ਹੁੰਦੇ ਆ, ਤਾਂ ਉਹਦਾ ਕਾਰਨ ਹੀ ਇਹ ਆ ਵੀ ਰੱਬ ਦਾ ਭੈ ਨਹੀਂ ਹੈ। ਜੇ ਰੱਬ ਦਾ ਭੈ ਹੋਵੇ ਬਾਈ ਜੀ, ਲੋਕਾਂ ਨਾਲ ਨਿਆਂ ਕਿਉਂ ਨਾ ਹੋਵੇ? ਤੇ ਅਸੀਂ ਕਿਵੇਂ ਮੰਨ ਲਈਏ ਵੀ ਰੱਬ ਨੂੰ ਮੰਨਦੇ ਨੇ ਇਹ ਲੋਕ? ਤੇ ਜੇ ਰੱਬ ਨੂੰ ਮੰਨਦੇ ਹੁੰਦੇ ਤਾਂ ਫਿਰ ਮਾਮਾ ਦੇ ਪੁੱਤ ਨਾ ਮਰਦੇ ਨਸ਼ਿਆਂ ਦੇ ਨਾਲ, ਲੀਡਰਾਂ ਕਰਕੇ। ਨਹੀਂ, ਐ ਨਹੀਂ ਹੁੰਦਾ। ਦੇਖੋ, ਰੱਬ ਨੂੰ ਮੰਨਦੇ ਆ, ਪਰ ਇਹਨਾਂ ਦੇ ਅੰਦਰ ਜਿਹੜਾ ਇੱਕ ਗਲਤ ਜਾਂ ਸਹੀ ਦੀ ਡਿਫਾਈਨ ਕਰਨ ਦੀ ਐਬਿਲਿਟੀ ਹੈ ਨਾ, ਉਹ ਜਿਹੜਾ ਕੰਮ ਕਰ ਰਹੇ ਆ ਉਹਨਾਂ ਨੂੰ ਸਹੀ ਲੱਗ ਰਿਹਾ ਹੁੰਦਾ। ਪਰਿਭਾਸ਼ਾ ਉਹਨਾਂ ਨੇ ਉਸ ਹਿਸਾਬ ਨਾਲ ਆਪਣੇ ਅੰਦਰ ਕੀਤੀ। ਤੁਸੀਂ ਇੱਕ ਗੱਲ ਸੋਚੋ, ਜਦੋਂ ਔਰੰਗਜ਼ੇਬ ਜਾਂ ਇਵਨ ਨਾਦਰ ਸ਼ਾਹ ਜਾਂ ਅਹਿਮਦ ਸ਼ਾਹ ਅਬਦਾਲੀ ਆ ਕੇ ਬੰਦੇ ਮਾਰਦਾ ਸੀ, ਉਹਨਾਂ ਨੂੰ ਇਹ ਨਹੀਂ ਲੱਗਦਾ ਸੀ ਵੀ ਉਹ ਗਲਤ ਕਰ ਰਹੇ ਆ। ਉਹਨਾਂ ਨੂੰ ਇਹ ਲੱਗਦਾ ਸੀ ਵੀ ਉਸ ਜਿਹੜਾ ਸਾਡਾ ਅੱਲਾਹ ਨੇ ਸਾਨੂੰ ਇੱਕ ਇਹ ਗੱਲ ਕਹੀ ਆ ਵੀ ਤੁਸੀਂ ਹੁਣ ਮੁਸਲਮਾਨ ਬਣਾਉਣੇ ਆ ਸਾਰੇ, ਤੇ ਜਿਹੜਾ ਮੁਸਲਮਾਨ ਨਹੀਂ ਆ ਉਹ ਕਾਫਰ ਆ, ਹਨਾ। ਉਹਨਾਂ ਨੂੰ ਲੱਗਦਾ ਸੀ ਉਹ ਸਹੀ ਕਰ ਰਹੇ ਆ,
ਉਹਨਾਂ ਨੂੰ ਉਹ ਜ਼ੁਲਮ ਨਹੀਂ ਲੱਗਦਾ ਸੀ, ਉਹਨਾਂ ਨੂੰ ਇਹ ਲੱਗਦਾ ਸੀ ਉਹ ਜਿਹੜਾ ਸਾਨੂੰ ਇੱਕ ਗੱਲ ਸਿਖਾਈ ਗਈ ਆ ਫੰਡਾਮੈਂਟਲਿਜ਼ਮ 'ਚ ਇਹ ਗੱਲ ਹੁੰਦੀ ਆ, ਇੱਕ ਆਈਡੀਆ ਦੇ ਦਿੱਤਾ ਜਾਂਦਾ ਤੁਹਾਨੂੰ ਰਿਲੀਜਨ ਦਾ, ਉਸ ਆਈਡੀਏ ਦੇ ਅੰਦਰ ਹੀ ਫਿਰ ਉਹ ਕੰਮ ਕਰਦੇ ਆ। ਉਹਨਾਂ ਨੂੰ ਇਹ ਲੱਗਦਾ ਵੀ ਇਹੀ ਪਾਕ ਤੇ ਪਵਿੱਤਰ ਕੰਮ ਆ। ਸੋ ਰੱਬ ਨੂੰ ਬੜੇ ਵੱਡੇ ਜ਼ਾਲਿਮ ਵੀ ਮੰਨਦੇ ਰਹੇ ਆ, ਪਰ ਉਹਨਾਂ ਦਾ ਡਿਫਾਈਨ ਕਰਨ ਦੀ ਉਹਨਾਂ ਦੀ ਪਰਿਭਾਸ਼ਾ ਵੱਖਰੀ ਹੁੰਦੀ ਹੈ। ਤੇ ਗੱਲ ਤੁਸੀਂ ਲੱਖੇ ਦੀ ਕੀਤੀ, ਤੁਸੀਂ ਸਪੋਰਟ ਕਰੋਗੇ, ਜੇ ਲੋੜ ਪੈਂਦੀ ਹੈ ਤਾਂ ਇੱਕ ਵਕੀਲ ਦੇ ਤੌਰ ਤੇ ਵੀ ਕੇਸ ਲੜੋਗੇ? ਬਿਲਕੁਲ ਕਰਾਂਗੇ ਜੀ, ਕਿਉਂ ਨਹੀਂ ਕਰਾਂਗੇ। ਹੁਣ ਅਸੀਂ ਆਪ ਹੀ ਆਪਦਾ ਕੇਸ ਲੜ ਕੇ ਆਏ ਆ ਨਾ। ਜਿਹੜਾ ਮੇਰਾ ਆਰਗੂਇੰਗ ਕਾਉਂਸਲ ਸੀ, ਮੇਰੇ ਨਾਲ ਪੜ੍ਹਦਾ ਸੀ ਪੂਨੇ, ਅਸੀਂ 5 ਸਾਲ ਇਕੱਠੇ ਰਹੇ ਆ। ਅਭਿਸ਼ੇਕ ਰਾਜਸਥਾਨ ਉਹਦੇ ਸੀਨੀਅਰ ਕਾਉਂਸਲ ਆ, ਉਹਦੇ ਫਾਦਰ ਲੀਡਿੰਗ ਕ੍ਰਿਮੀਨਲ ਲਾਇਰ ਆ, ਉਹ ਆਪ ਸੁਪਰੀਮ ਕੋਰਟ 'ਚ ਪ੍ਰੈਕਟਿਸ ਕਰਦਾ। ਫਿਰ ਆਪਣਾ ਅਭਿਸ਼ੇਕ, ਫਿਰ ਆਪਣਾ ਮਨਦੀਪ, ਫਿਰ ਬਠਿੰਡਿਓਂ ਖੋਸਾ ਬਾਈ, ਇਹ ਤਿੰਨਾਂ ਨੇ ਪੂਰਾ ਡਟ ਕੇ ਕੰਮ ਕੀਤਾ ਜੀ ਉੱਥੇ। ਇਹਨਾਂ ਨੇ ਜੁਡੀਸ਼ਰੀ ਨੂੰ ਕਿਤੇ ਮੌਕਾ ਹੀ ਨਹੀਂ ਦਿੱਤਾ। ਜੇ ਡਿਸਮਿਸ ਹੁੰਦੀ ਬੇਲ, ਕੋਈ ਗਰਾਊਂਡਸ ਤਾਂ ਦਿਓ ਸਾਨੂੰ, ਕਿਸ ਗਰਾਊਂਡ ਤੇ ਡਿਸਮਿਸ ਕਰ ਰਹੇ ਹੋ ਤੁਸੀਂ, ਹੈ ਨਾ। ਰਿਮਾਂਡ ਜੇ ਰਿਫਿਊਜ਼ ਹੋਇਆ, ਰਿਮਾਂਡ ਇਹਨਾਂ ਨੇ ਸ਼ਰੇਆਮ ਪੁਲਿਸ ਤੇ ਇਹ ਇਲਜ਼ਾਮ ਲਾਇਆ ਵੀ ਇਹ ਮੈਲਾਫਾਈਡ ਇੰਟੈਂਸ਼ਨਸ ਆ। ਇਹ ਪਹਿਲੀ ਬੇਲ ਨੂੰ ਨਿਗੇਟ ਕਰਨ ਵਾਸਤੇ ਇਹਨਾਂ ਨੇ ਹੁਣ ਬੇਲ, ਇਹਨਾਂ ਨੇ ਇਹ ਨਵੀਂ FIR 'ਚ ਇਨਵੋਲਵ ਕੀਤਾ। ਇਹ ਫੰਡਾਮੈਂਟਲ ਜਿਹੜੀ ਪਰਸਨਲ ਫਰੀਡਮ ਆ ਉਹਦੀ ਵਾਇਓਲੇਸ਼ਨ ਆ। ਤੁਸੀਂ ਉਹ ਤਾਂ ਹੀ ਤਾਂ ਮੈਂ ਕਹਿੰਦਾ ਤੁਸੀਂ ਉਹ ਮੇਰੀਆਂ ਪਲੀਡਿੰਗਸ ਪੜ੍ਹੋ, ਤੁਹਾਡੇ ਸਾਹਮਣੇ ਆ ਜਾਊਗੀ ਗੱਲ ਸਾਰੀ। ਜਿਨ੍ਹਾਂ ਅਦਾਕਾਰਾਂ ਦੇ ਤੁਸੀਂ ਬੰਬੇ ਕੇਸ ਹੈਂਡਲ ਕਰਦੇ ਸੀਗੇ, ਫਿਰ ਉਹਨਾਂ ਨੂੰ ਵੀ ਫੋਨ ਕੀਤਾ ਹੋਣਾ ਵੀ ਮਾੜਾ ਮੋਟਾ ਕਹਿ ਦਿਓ? ਕਿਸੇ ਨੂੰ ਵੀ ਨਹੀਂ। ਸਨੀ ਦਿਓਲ, ਜਦੋਂ ਸਟੇਟ ਬਾਈ ਜੀ, ਜਦੋਂ ਸਟੇਟ ਦੀ ਮਾਰ ਪੈਂਦੀ ਆ ਕੋਈ ਨਹੀਂ ਖੜਦਾ, ਦੋਸਤ ਮਿੱਤਰ ਰਿਸ਼ਤੇਦਾਰ ਸਭ ਭੱਜ ਜਾਂਦੇ ਆ, ਹਨਾ, ਤਾਂ ਕੋਈ ਨਹੀਂ ਖੜਦਾ। ਪਰ ਕਈ ਬੰਦੇ ਜਿਹੜੇ ਅਸਲ ਹੁੰਦੇ ਆ ਫਿਰ ਉਹ ਖੜ ਜਾਂਦੇ ਆ ਤੁਹਾਡੇ ਵਰਗੇ। ਲਾਸਟ ਸਵਾਲ ਹੈ, ਕਿਸੇ ਪੋਲੀਟੀਕਲ ਜਿਹੜੀਆਂ ਪਾਰਟੀਆਂ ਹੈਗੀਆਂ ਜਿਨ੍ਹਾਂ ਨੇ ਕਿਹਾ ਸੀ ਵੀ ਦੀਪ ਸਿੱਧੂ ਵੀ ਸਰਕਾਰੀ ਬੰਦਾ, ਜਾਂ ਉਹ ਵੀ ਕੀ ਹੁਣ ਕਰ ਰਹੀਆਂ, ਜਦੋਂ ਹਵਾ ਦੇਖ ਰਹੀਆਂ ਹੈ ਤਾਂ ਤੁਹਾਡੇ ਨਾਲ ਤਾਂ ਗੱਲਬਾਤ ਹੋ ਰਹੀ ਹੋਣੀ? ਭਾਈ ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਜਿਹੜੇ ਪੋਲੀਟੀਕਲ ਬੰਦੇ ਹੁੰਦੇ ਆ ਨਾ, ਇਹਨਾਂ ਨੇ ਵਹਿਣ ਦੇਖਣਾ ਹੁੰਦਾ, ਫਲੋ ਦੇਖਣਾ ਹੁੰਦਾ, ਇਹਨਾਂ ਨੇ ਕਰੰਟ ਦੇਖਣਾ ਹੁੰਦਾ, ਹਨਾ, ਵੀ ਕਿਹੜੇ ਪਾਸੇ ਨੂੰ ਆ। ਸਿਰਸਾ ਸਾਹਿਬ ਵੀ ਕਰੰਟ ਦੇਖ ਕੇ ਤੁਹਾਡੇ ਨਾਲ ਮਤਲਬ ਕਿ ਮੰਨਦੇ ਹੋ? ਫਿਰ ਉਹਨਾਂ ਨੇ ਬਾਈ ਹੈਲਪ ਬਹੁਤ ਕੀਤੀ ਆ, ਠੀਕ ਆ। ਇਹ ਨਹੀਂ ਮੈਂ ਇਹ ਕੋਈ ਕਰੰਟ ਵਾਲੀ ਗੱਲ ਸ਼ੁਰੂ ਤੋਂ ਹੀ ਸ਼ੁਰੂ ਤੋਂ ਕੀਤੀ ਆ, ਸ਼ੁਰੂ ਤੋਂ ਹੈਲਪ ਕੀਤੀ ਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਆ ਜਿਹੜੀ, ਉਹਨਾਂ ਦੀ ਸਾਰੀ ਟੀਮ ਯਾਰ, ਉਹਨਾਂ ਨੇ ਜਿਹੜਾ ਗਰਾਊਂਡ ਵਰਕ ਲੀਗਲ ਕੀਤਾ, ਸਾਰੀ ਟੀਮ ਨੇ ਬੜਾ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਆ, ਹਨਾ। ਪਰ ਮੈਂ ਤੁਹਾਨੂੰ ਇਹ ਦੱਸਦਾ ਵੀ ਬੜੇ ਬੰਦੇ ਉਹ ਹੁੰਦੇ ਆ ਜਿਹੜੇ ਕਰੰਟ ਦੇ ਨਾਲ ਜਾਂਦੇ ਆ, ਬੜੇ ਬੰਦੇ ਇਹ ਹੁੰਦੇ ਆ ਜਿਹੜੇ ਕਰੰਟ ਦੇ ਨਾਲ ਨਹੀਂ ਜਾਂਦੇ, ਉਹਦੇ ਅਗੇਂਸਟ ਜਾ ਕੇ ਗੱਲ ਕਰਦੇ ਆ। ਪਰ ਇਫ ਦੇਰ ਇਜ਼ ਅ ਪ੍ਰੋਗਰੈਸ ਐਂਡ ਚੇਂਜ ਇਨ ਦ ਸੋਸਾਇਟੀ, it is because of those people who are stupid people call them stupid people ਜਦੋਂ ਉਹ ਕਰੰਟ ਦੇ ਅਗੇਂਸਟ ਜਾ ਕੇ ਕੋਈ ਗੱਲ ਕਰਦੇ ਆ ਤਾਂ, ਯੂ نو। ਪਰ ਪ੍ਰੋਗਰੈਸ ਤੇ ਚੇਂਜ ਉਹਨਾਂ ਸਟੂਪਿਡ ਪੀਪਲ ਕਰਕੇ ਹੀ ਆਉਂਦੀ ਆ, ਉਹਨਾਂ ਕਰਕੇ ਨਹੀਂ ਆਉਂਦੀ ਜਿਹੜੇ ਕਰੰਟ ਦੇ ਨਾਲ ਤੁਰਦੇ ਆ। ਮੋਰਚੇ 'ਚ ਜਾਓਗੇ, ਜਿੱਥੇ ਤੰਬੂ ਲੱਗਿਆ ਉੱਥੇ ਜਾਓਗੇ ਜਾਂ ਜਾਂਦੇ ਨਹੀਂ? ਨਹੀਂ ਜਾਵਾਂਗੇ, ਕਿਉਂ ਨਹੀਂ ਜਾਵਾਂਗੇ ਜੀ। ਤੰਬੂ ਇਸੇ ਕਰਕੇ ਤਾਂ ਉੱਥੇ ਲੱਗਿਆ ਹੋਇਆ ਆਪਣਾ, ਉੱਥੇ ਬੰਦੇ ਵੀ ਹੈਗੇ ਆ, ਮੋਰਚੇ 'ਚ ਵੀ ਜਾਵਾਂਗੇ। ਸੰਸਦ ਦਾ ਪ੍ਰੋਗਰਾਮ ਦਿੱਤਾ ਸੀ, ਉਹ ਕੈਂਸਲ ਕਰਨ ਦੀਆਂ ਗੱਲਾਂ ਹੋਣ ਲੱਗ ਗਈਆਂ ਫਿਰ, ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਹੁਣ ਜਿਹੜੇ ਵੱਡੇ ਪ੍ਰੋਗਰਾਮ ਆਗੂਆਂ ਨੂੰ ਦੇਣੇ ਚਾਹੀਦੇ? ਬੇਸ਼ੱਕ ਉਹ ਤੁਹਾਡੇ ਖਿਲਾਫਤ ਕਰਦੇ ਨੇ, ਪਰ ਅੱਗੇ ਵੀ ਅਸੀਂ ਦੇਖਿਆ ਖਿਲਾਫ ਹੁੰਦੇ ਨੇ, ਕੁਝ ਗੱਲਾਂ ਦੀਪ ਸਿੱਧੂ ਕਹਿ ਦਿੰਦਾ, ਉਹ ਇੰਪਲੀਮੈਂਟ ਮੋਰਚੇ 'ਚ ਹੋ ਜਾਂਦੀ, ਪਤਾ ਨਹੀਂ ਉਹ ਤੁਹਾਡੀਆਂ ਹੁੰਦੀਆਂ ਜਾਂ ਕੋਈ ਹੋਰ ਕਰਦਾ ਹੈ, ਕਹਿੰਦਾ ਹੈ ਜਾ ਕੇ, ਪਰ ਮੈਂ ਇੰਪਲੀਮੈਂਟ ਹੁੰਦੀਆਂ ਦੇਖਿਆ ਖਿਲਾਫਤ ਦੇ ਬਾਵਜੂਦ ਵੀ। ਤਾਂ ਹੁਣ ਤੁਸੀਂ ਕੀ ਕਹਿੰਦੇ ਹੋ ਵੀ ਸੰਸਦ ਵਾਲਾ ਪ੍ਰੋਗਰਾਮ ਦੇਣਾ ਚਾਹੀਦਾ ਕੋਈ ਜਿਹਾ ਜਾਂ ਨਹੀਂ? ਦੇਖੋ ਮੈਂ ਪਤਾ ਕੀ ਕਹਿਣਾ, ਤੁਹਾਨੂੰ ਤੁਹਾਡੇ ਲੋਕਾਂ ਨੂੰ ਸੈਂਸ ਆਫ ਵਿਕਟਰੀ ਦੇਣੀ ਪਊਗੀ, ਦੇਣੀ ਚਾਹੀਦੀ ਆ। ਜਦੋਂ ਤੱਕ ਤੁਸੀਂ ਸੈਂਸ ਆਫ ਵਿਕਟਰੀ ਉਹਨਾਂ ਨੂੰ ਨਹੀਂ ਦੋਗੇ, ਅਗਲੀ ਵਾਰੀ ਲੋਕਾਂ ਨੇ ਖੜੇ ਨਹੀਂ ਹੋਣਾ ਤੁਹਾਡੇ ਨਾਲ, ਤੇ ਤੁਹਾਨੂੰ ਤੁਹਾਡੀ ਵਿਕਟਰੀ ਕ੍ਰੀਏਟ ਕਰਨੀ ਪੈਂਦੀ ਹੁੰਦੀ ਆ। ਜਿਹੜੇ ਸੰਘਰਸ਼ੀ ਬੰਦੇ ਆ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ, ਲਿਖ ਕੇ ਰੱਖ ਲਓ, ਯੂ ਹੈਵ ਟੂ ਕ੍ਰੀਏਟ ਯੋਰ ਓਨ ਵਿਕਟਰੀ। ਸਰਕਾਰ ਨੇ ਤੁਹਾਨੂੰ ਕਦੇ ਵੀ ਸਿੱਧੀ ਵਿਕਟਰੀ ਨਹੀਂ ਦੇਣੀ ਹੁੰਦੀ। ਹੁਣ ਇੰਨਾ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ। ਇਸ ਗੱਲ ਤੇ ਮੈਂ ਜ਼ਿਆਦਾ, ਇਹ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਪਬਲਿਕਲੀ ਨਾ ਕਰੀਏ, ਲੀਡਰਸ਼ਿਪ ਦੇ ਨਾਲ ਬੈਠ ਕੇ ਕਰੀਏ। ਉਹ ਬੈਠਣ ਨੂੰ ਤਿਆਰ ਨਹੀਂ, ਹਾਂ। ਇਹ ਗੱਲਾਂ ਜਿਹੜੀਆਂ ਹੁੰਦੀਆਂ ਵੈਨ ਯੂ ਹੈਵ ਟੂ, ਸਰਕਾਰ ਨੇ ਕਦੇ ਵੀ ਤੁਹਾਨੂੰ ਪਲੈਟਰ ਤੇ ਵਿਕਟਰੀ ਨਹੀਂ ਦੇਣੀ, ਤੁਹਾਨੂੰ ਆਪਦੀ ਵਿਕਟਰੀ ਆਪ ਕ੍ਰੀਏਟ ਕਰਨੀ ਪਊਗੀ। ਤੁਹਾਨੂੰ ਲੋਕਾਂ ਨੂੰ ਭੰਗੜੇ ਪਾਉਂਦੇ ਹੋਏ, ਢੋਲ ਵਜਾਉਂਦੇ ਹੋਏ ਉੱਥੋਂ ਲਿਆਉਣਾ ਪਊਗਾ ਵਾਪਸ, ਤਾਂ ਲੋਕ ਤੁਹਾਡੇ ਨਾਲ ਕੱਲ ਨੂੰ ਖੜੇ ਹੋਣਗੇ। ਜੇ ਉਹਨਾਂ ਨੂੰ ਤੁਸੀਂ ਡਿਸਅਪੁਆਇੰਟਮੈਂਟ ਦਿੱਤੀ, ਨਮੋਸ਼ੀ ਦਿੱਤੀ, ਲੋਕਾਂ ਨੇ ਖੜੇ ਨਹੀਂ ਹੋਣਾ ਮੁੜ ਕੇ, ਹੈ ਨਾ। ਸੋ ਇਹ ਜਿਹੜੀਆਂ ਗੱਲਾਂ ਨਾ, ਇਹ ਸਮਝਣੀਆਂ ਪੈਂਦੀਆਂ ਬਾਈ,
ਅਦਰਵਾਈਜ਼ ਤਾਂ ਆਪਣੇ ਜਿਹੜਾ ਮਾਹੌਲ ਕ੍ਰੀਏਟ ਹੋ ਗਿਆ ਨਾ, ਫੈਜ਼ ਸਾਹਿਬ ਨੇ ਬੜਾ ਬਿਊਟੀਫੁਲ ਲਿਖਿਆ ਉਹਦੇ ਤੇ ਵੀ ਨਿਸਾਰ ਤੇਰੀ ਗਲੀਆਂ पे मेरे वतन के जहां चली है रीत के कोई सर उठा के ना चले, जो कोई चाहने वाला तेरे तवाफ को निकले, नज़र चुरा के चले जिस्मों जान बचा के चले। ਆ ਆਪਣੇ ਦੇਸ਼ 'ਚ ਮਾਹੌਲ ਕ੍ਰੀਏਟ ਹੋ ਗਿਆ। ਇਹ ਰੋਮਾਂਟਿਕ ਬੰਦੇ ਹੀ ਹੋਣਗੇ, ਸਟੂਪਿਡ ਬੰਦੇ ਹੀ ਹੋਣਗੇ ਉਹ ਜਿਹੜੇ ਇਸ ਗੱਲ ਦੇ ਵਿਰੁੱਧ ਖੜਨਗੇ ਤੇ ਇਸ ਗੱਲ ਦੇ ਵਿਰੁੱਧ ਆਪਦੀ ਆਵਾਜ਼ ਬੁਲੰਦ ਕਰਨਗੇ। ਹਜੇ ਮੇਰੇ 'ਚ ਇਹ ਆ ਵੀ ਮੈਂ ਆਪਦੇ ਲੋਕਾਂ ਲਈ ਕੰਮ ਕਰੂੰਗਾ, ਉਹਨਾਂ ਲਈ ਆਵਾਜ਼ ਬੁਲੰਦ ਕਰੂੰਗਾ, ਉਹਨਾਂ ਲਈ ਖੜਾ ਹੋਊਂਗਾ ਤੇ ਕਾਲ ਕੋਠੜੀਆਂ ਵੀ ਮੈਨੂੰ ਮੇਰੇ ਅਕੀਦੇ ਨੂੰ ਕਮਜ਼ੋਰ ਨਹੀਂ ਕਰ ਸਕਣਗੀਆਂ। ਮੇਰਾ ਅਕੀਦਾ ਮਜ਼ਬੂਤ ਹੀ ਹੋਊਗਾ ਇਹ ਜੇਲ੍ਹਾਂ ਤੋਂ ਬਾਅਦ ਵੀ। ਬਹੁਤ ਸ਼ੁਕਰੀਆ ਗੱਲਬਾਤ ਲਈ ਬਾਈ, ਥੈਂਕ ਯੂ। ਸੋ ਇਹ ਸੀ ਦੀਪ ਸਿੱਧੂ, ਜਿਨ੍ਹਾਂ ਦੇ ਵੱਲੋਂ ਇਹ ਗੱਲ ਕਲੀਅਰ ਕੀਤੀ ਗਈ ਹੈ, ਸਪਸ਼ਟ ਕੀਤਾ ਗਿਆ ਵੀ ਉਹ ਹਾਲੇ ਵੀ ਆਪਣੇ ਆਪ ਨੂੰ ਸੇਵਾਦਾਰ ਮੰਨਦੇ ਨੇ, ਮੋਰਚੇ ਦੇ ਵਿੱਚ ਹੀ ਰਹਿਣਗੇ, ਉੱਥੇ ਜਾਣਗੇ ਤੇ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਉਹ ਆਪਣੇ ਜਿੱਥੇ ਕੋਈ ਸੁਝਾਅ ਮੰਗੇਗਾ ਤਾਂ ਮੰਗਣ ਤੇ ਜ਼ਰੂਰ ਦੇਣਗੇ। ਹੋਰ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਹੋਰ ਵਿਸ਼ਿਆਂ ਦੇ ਉੱਤੇ ਜੋ ਤੁਹਾਡੇ ਸਵਾਲ ਸੀਗੇ ਉਹ ਅਸੀਂ ਇੱਕ ਇਮਾਨਦਾਰੀ ਦੇ ਨਾਲ ਪੁੱਛੇ ਆ, ਪਰ ਫਿਰ ਵੀ ਜੇਕਰ ਕੋਈ ਬਾਅਦ ਦੇ ਵਿੱਚ ਵੀ ਕੋਈ ਗੱਲਬਾਤ ਇਹ ਦੂਰ ਨਹੀਂ ਹੈਗੇ, ਫਿਰ ਜਦੋਂ ਵੀ ਕੋਈ ਮੈਂ ਆਪਣੇ ਇਹਨਾਂ ਦੇ ਸਪੋਰਟਰ ਦੇ ਸਵਾਲ ਨਹੀਂ ਹਾਲਾਂਕਿ ਇਹਨਾਂ ਨੂੰ ਕਰਾਂਗਾ ਕਿਉਂਕਿ ਸਪੋਰਟਰ ਤੇ ਵਾਹ ਕਰਨ ਵਾਲੇ ਬਹੁਤ ਹੁੰਦੇ ਨੇ, ਪਰ ਵਿਰੋਧੀ ਕੁਝ ਕਹਿੰਦਾ ਤਾਂ ਉਹ ਮੈਨੂੰ ਇਮਾਨਦਾਰੀ ਦੇ ਨਾਲ ਲੈ ਕੇ ਆਉਣੇ ਚਾਹੀਦੇ ਆ। ਉਹ ਇੱਕ ਸਾਡੇ ਜੇ ਸਾਨੂੰ ਨਿਰਪੱਖ ਮੰਨਦੇ ਆ ਲੋਕ ਤਾਂ ਸਾਡੀ ਇੱਕ ਇਮਾਨਦਾਰੀ ਸਾਡੇ ਆਪਣੇ ਆਪ ਨਾਲ ਵੀ ਕੁਝ ਵਾਅਦੇ ਆ। ਅਸੀਂ ਵੀ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਉਸ ਤੋਂ ਭੈ ਮੰਨਦੇ ਹਾਂ ਤੇ ਉਸੇ ਗੱਲ ਕਰਕੇ ਮੈਂ ਫਿਰ ਕਹਿੰਦਾ ਵੀ ਜੇਕਰ ਤੁਹਾਡੇ ਕਮੈਂਟ ਹੁੰਦੇ ਆ ਤੇ ਦੁਬਾਰਾ ਵੀ ਸਾਨੂੰ ਮੌਕਾ ਮਿਲਦਾ ਤਾਂ ਮੈਂ ਉਹਨਾਂ ਕਮੈਂਟਾਂ ਦੇ ਨਾਲ ਫਿਰ ਤੋਂ ਦੀਪ ਸਿੱਧੂ ਦੇ ਨਾਲ ਹਾਜ਼ਰ ਹੋਵਾਂਗਾ। ਅੱਜ ਦੇ ਲਈ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।